ਭਾਸ਼ਾ ਵਿਭਾਗ ਦੀ ਪੁਸਤਕ ਹਸਤਨਾਦ ਦੀ ਅਗਲੀ ਕਹਾਣੀ ਹੈ ਟਿਊਸ਼ਨ। ਕਹਾਣੀਕਾਰ ਇਕਬਾਲ ਦੀ। ਅਧਿਆਪਕ ਉਹ ਆਪ ਬਣਿਆ ਸੀ ਕਿਉਂਕਿ ਇਸ ਤਰ੍ਹਾਂ ਉੱਚਾ ਸੁੱਚਾ ਜੀਵਨ ਜਿਉਂ ਸਕਣ ਦੇ ਨਾਲ ਨਾਲ ਆਉਣ ਵਾਲੀਆਂ ਨਸਲਾਂ ਦੀ ਨੁਹਾਰ ਘੜਨ ਵਿੱਚ ਵੀ ਉਹ ਹਿੱਸਾ ਪਾ ਸਕੇਗਾ। ਉਹਦੇ ਵਾਸਤੇ ਅਧਿਆਪਕ ਬਣਨਾ ਮਾਣ ਵਾਲੀ ਗੱਲ ਸੀ। ਤਨਖਾਹ 'ਚ ਗੁਜ਼ਾਰਾ ਹੋਈ ਜਾਂਦਾ ਸੀ, ਪਰ ਕੋਈ ਨਾ ਕੋਈ ਫਾਲਤੂ ਖਰਚ ਉਹਨੂੰ ਘੇਰੀ ਰੱਖਦਾ। ਕਦੇ ਕਿਸੇ ਰਿਸ਼ਤੇਦਾਰ ਦੇ ਗਮ ਖੁਸ਼ੀ 'ਤੇ ਜਾਣਾ ਆਉਣਾ ਪੈਂਦਾ, ਜਾਂ ਫਿਰ ਬਿਮਾਰੀ ਕੋਈ ਨਾ ਕੋਈ ਪੱਜ ਬਣ ਕੇ ਬੋੜੀ ਹੀ ਰਹਿੰਦੀ ਅਤੇ ਅਜਿਹੀ ਆਉਂਦੀ ਕਿ ਅਣਚਾਹੇ ਮਹਿਮਾਨ ਵਾਂਗ ਨਿਕਲਣ ਦਾ ਨਾਂ ਨਾ ਲੈਂਦੀ। ਬਿਮਾਰੀ ਦੇ ਠੀਕ ਹੋ ਜਾਣ ਮਗਰੋਂ ਅੱਧ ਪਛੱਧੇ ਪੈਸੇ ਭਾਵੇਂ ਮਿਲ ਜਾਂਦੇ ਸਨ, ਪਰ ਜਿਸ ਤਰੀਕੇ ਨਾਲ ਵਸੂਲ ਹੁੰਦੇ ਉਸ ਨਾਲੋਂ ਤਾਂ ਪੱਲਿਓਂ ਇਲਾਜ ਕਰਵਾ ਲੈਣਾ ਕਿਧਰੇ ਉਚਿਤ ਸਮਝਦਾ। ਉਹਦੇ ਕਈ ਸਾਥੀ ਅਧਿਆਪਕ ਇਸ ਤਰ੍ਹਾਂ ਸਾਲ 'ਚ ਵੱਡੀਆਂ ਵੱਡੀਆਂ ਰਕਮਾਂ ਵਸੂਲ ਲੈਂਦੇ। ਬੱਤਰਾ ਸਾਹਿਬ ਨੇ ਤਾਂ ਉਹਨੂੰ ਇੱਕ ਵਾਰ ਇੱਥੋਂ ਤੀਕ ਕਹਿ ਦਿੱਤਾ ਸੀ, ਤੁਸੀਂ ਕਰੋ ਕੋਰੇ ਬਿੱਲ 'ਤੇ ਦਸਖਤ ਅਤੇ ਲਿਖਾ ਦਿਓ ਮੇਰੇ ਕੋਲ ਆਪਣੇ ਜੀਆਂ ਦੇ ਨਾਮ, ਫਿਰ ਮੈਂ ਜਾਣਾ ਅਤੇ ਮੇਰਾ ਕੰਮ ਹਿੱਸਾ ਅੱਧੋ ਅੱਧ। ਪਰ ਮਹਿੰਦਰ ਸਿੰਘ ਨੂੰ ਕੋਈ ਜਵਾਬ ਹੀ ਨਹੀਂ ਸੀ ਔੜਿਆ। ਸਰਦਾਰ ਜੀ ਸਾਧ ਬਣਿਆ ਗੁਜ਼ਾਰੇ ਹੁੰਦੇ ਨੇ ਅੱਜ ਕੱਲ੍ਹ। ਮਹਿੰਦਰ ਸਿੰਘ ਬਸ ਬੱਤਰਾ ਸਾਹਿਬ ਨੂੰ ਦੇਖਦਾ ਰਿਹਾ ਇੱਕ ਟੱਕ, ਅਤੇ ਬੱਤਰਾ ਸਾਹਿਬ ਆਪਣੀ ਚਾਹ ਦੀ ਪਿਆਲੀ ਚੁੱਕ ਕੇ ਦੂਜੀ ਕੁਰਸੀ 'ਤੇ ਜਾ ਬੈਠਿਆ ਸੀ। ਜਾਪਦਾ ਸੀ ਜਿਵੇਂ ਉਹ ਮਹਿੰਦਰ ਸਿੰਘ 'ਤੇ ਹੱਸ ਰਿਹਾ ਹੋਵੇ। ਮਹਿੰਦਰ ਸਿੰਘ ਸੋਚਦਾ, ਲੋਕਾਂ ਦੇ ਯੋਗ ਬਿੱਲ ਪਾਸ ਨਹੀਂ ਹੁੰਦੇ, ਪਰ ਇਹ ਪਤੰਦਰ ਕਿਵੇਂ ਸਾਰਾ ਪ੍ਰਬੰਧ ਕਰਦੇ ਹੋਣਗੇ, ਅਤੇ ਨਾ ਹੀ ਇਹਨਾਂ ਨੂੰ ਕੋਈ ਪੁੱਛਣ ਵਾਲਾ। ਖਰਚਾਂ ਕਾਰਨ ਚਿੰਤਾ ਉਹਨੂੰ ਚੰਬੜੀ ਰਹਿੰਦੀ। ਕਈ ਵਾਰ ਨਾ ਚਾਹੁੰਦੇ ਹੋਏ ਵੀ ਉਹਨੂੰ ਮਹਿਮਾਨ ਨਵਾਜ਼ੀ 'ਚ ਪੈਣਾ ਪੈਂਦਾ। ਐਡੇ ਵੱਡੇ ਸ਼ਹਿਰ 'ਚ ਮਹਿੰਦਰ ਸਿੰਘ ਦਾ ਜੀ ਨਿਕਟ ਵਰਤੀਆਂ ਜੋ ਨਿਕਟ ਨਹੀਂ ਹੁੰਦੇ ਸਦਕਾ ਦੱਬਣ ਲੱਗਦਾ। ਆਮਦਨ ਦੀ ਚਾਦਰ ਨੂੰ ਭਾਵੇਂ ਉਹ ਹੇਠਾਂ ਵਿਛਾ ਲਏ ਅਤੇ ਭਾਵੇਂ ਉੱਤੇ ਲੈ ਲਵੇ, ਇਸ ਨਾਲ ਸਾਰੇ ਕਾਰਜ ਰਾਸ ਨਹੀਂ ਸਨ ਆ ਸਕਦੇ। ਐਡੇ ਵੱਡੇ ਸ਼ਹਿਰ 'ਚ ਆਵਾਜਾਈ ਅਤੇ ਰਿਹਾਇਸ਼ ਉੱਪਰ ਹੀ 1/4 ਤਨਖਾਹ ਸਾਫ਼ ਹੋ ਜਾਂਦੀ ਸੀ। ਇੱਕ ਦਿਨ ਉਹ ਵਿਹਲੇ ਪੀਰੀਅਡ ਵਿੱਚ ਕਾਪੀਆਂ ਦੇਖ ਰਿਹਾ ਸੀ ਕਿ ਇੱਕ ਬੱਚੇ ਨੇ ਆ ਕੇ ਪੁੱਛਿਆ, ਸਰ ਜੀ ਆਏ ਨੇ? ਸਰ ਜੀ ਆਏ ਨੇ? ਅਧਿਆਪਕ ਨੂੰ ਸਰ ਜੀ ਕਹਿ ਕੇ ਬੁਲਾਉਣ ਦਾ ਰਿਵਾਜ ਅੰਗਰੇਜ਼ਾਂ ਦੇ ਚਲੇ ਜਾਣ ਮਗਰੋਂ ਵੀ ਚੱਲ ਰਿਹਾ ਸੀ। ਕਿਹੜੇ ਸਰ ਜੀ? ਕਾਪੀਆਂ ਦੇਖਦਿਆਂ ਮਹਿੰਦਰ ਸਿੰਘ ਨੇ ਮੁੰਡੇ ਨੂੰ ਪੁੱਛਿਆ। ਗੁਲਾਬੀ ਪੱਗ ਵਾਲੇ। ਮਹਿੰਦਰ ਸਿੰਘ ਨੂੰ ਧੱਕਾ ਜਿਹਾ ਲੱਗਿਆ। ਉਹ ਯਾਰ ਗੁਰਪਾਲ ਸਿੰਘ ਹੋਰਾਂ ਬਾਰੇ ਪੁੱਛਦਾ ਹੈ, ਸਟਾਫ ਰੂਮ 'ਚ ਹੀ ਬੈਠੇ ਗਿੱਲ ਸਾਹਿਬ ਨੇ ਯਾਦ ਕਰਾਇਆ। ਉਹ ਨਹੀਂ ਆਏ ਅੱਜ। ਮਹਿੰਦਰ ਸਿੰਘ ਨੇ ਤਾਂ ਮੁੰਡੇ ਨੂੰ ਜਵਾਬ ਦੇ ਕੇ ਤੁਰਦਿਆਂ ਕਰਤਾ, ਪਰ ਸੋਚਾਂ ਕੀੜੀਆਂ ਦਾ ਭੌਣ ਬਣੀਆਂ ਪਈਆਂ ਸੀ। ਤੁਸੀਂ ਹੈਰਾਨ ਕਿਉਂ ਹੋ ਗਏ ਜੇ? ਅਸਲ 'ਚ ਤੁਹਾਡਾ ਨਹੀਂ ਕਸੂਰ, ਤੁਸੀਂ ਨਵੇਂ ਆਏ ਜੇ ਨਾ। ਗਿੱਲ ਸਾਹਿਬ ਮਹਿੰਦਰ ਸਿੰਘ ਨੂੰ ਦੱਸ ਰਿਹਾ ਸੀ, ਇੱਥੇ ਲੋਕਾਂ ਦਾ ਮਿਆਰ ਕੱਪੜਿਆਂ ਲੀੜਿਆਂ ਤੋਂ ਹੀ ਨਾਪਿਆ ਜਾਂਦਾ ਹੈ। ਇਹ ਸ਼ਹਿਰ ਹੈ ਨਾ। ਪਰ ਮੁੰਡੇ ਨੂੰ ਕੀ ਪਤਾ ਕਿ ਗੁਰਪਾਲ ਸਿੰਘ ਕੋਲ ਇੱਕ ਪੱਗ ਏ ਜਾਂ ਇੱਕੋ ਰੰਗ ਦੀਆਂ ਅੱਧੀ ਦਰਜਨ ਪੱਗਾਂ ਨੇ। ਮਹਿੰਦਰ ਸਿੰਘ, ਜਿਹੜਾ ਗੁਰਪਾਲ ਸਿੰਘ ਨਾਲ ਚੰਗਾ ਹਿਲ ਮਿਲ ਗਿਆ ਸੀ, ਨੇ ਐਨਕ ਦਾ ਸ਼ੀਸ਼ਾ ਸਾਫ਼ ਕਰਦਿਆਂ ਸ਼ੰਕਾ ਦੂਰ ਕਰਨਾ ਚਾਹਿਆ। ਉਹ ਵੀ ਦੱਸਦਾ, ਇੱਕ ਵਾਰੀ ਮੇਰੀ ਕਲਾਸ ਦੇ ਮੁੰਡੇ ਕਹਿਣ, ਤੇਜਪਾਲ ਸਰ ਕੋਲ 2 ਹੀ ਕਮੀਜ਼ਾਂ ਹਨ। ਮੈਂ ਪੁੱਛ ਬੈਠਿਆ, ਤੁਹਾਨੂੰ ਕੀ ਪਤਾ? ਉਹ ਕਹਿਣ, ਉਹਨਾਂ ਕੋਲ 2 ਸਫੈਦ ਕਮੀਜ਼ਾਂ ਹਨ, ਜਿਨ੍ਹਾਂ 'ਚੋਂ ਇੱਕ ਦੀ ਕੂਹਣੀ 'ਤੇ ਲਾਲ ਸਿਆਹੀ ਲੱਗ ਗਈ, ਅਤੇ ਸਿਆਹੀ ਨੇ ਤਾਂ ਮਿਟਦਿਆਂ ਹੀ ਮਿਟਣਾ ਹੁੰਦਾ। ਉਹ ਸਰ ਕਮੀਜ਼ ਇੱਕ ਦਿਨ ਸਿਆਹੀ ਦੇ ਨਿਸ਼ਾਨ ਵਾਲੀ ਪਾ ਕੇ ਆਉਣ ਅਤੇ ਅਗਲੇ ਦਿਨ ਦੂਜੀ। ਇਹ ਕਹਿੰਦਿਆਂ ਮੁੰਡੇ ਹੱਸ ਪਏ। ਇੱਥੇ ਮੁੰਡੇ ਬੜੀ ਖੁੱਲ੍ਹ ਲੈ ਲੈਂਦੇ ਨੇ? ਮਹਿੰਦਰ ਸਿੰਘ ਨੇ ਪੁੱਛਿਆ। ਖੁੱਲ੍ਹ ਲੈਂਦੇ ਹੀ ਨੇ ਇਹਨਾਂ ਕਲੋਨੀਆਂ ਦੇ ਬੱਚੇ, ਗਿੱਲ ਸਾਹਿਬ ਨੇ ਆਪਣਾ ਤਜਰਬਾ ਰੜਕਾਇਆ। ਇਹ ਚੰਗੀ ਥਾਂ ਜਿੱਥੇ ਅਧਿਆਪਕ ਦੀ ਲਿਆਕਤ ਨਾਲੋਂ ਕੱਪੜਿਆਂ ਦੀ ਗਿਣਤੀ ਨਾਲ ਨਾਪਿਆ ਜਾਂਦਾ। ਮਹਿੰਦਰ ਸਿੰਘ ਸੋਚੀ ਜਾ ਰਿਹਾ ਸੀ ਅਤੇ ਉਹਨੂੰ BA 'ਚ ਪੜ੍ਹਿਆ ਅੰਗਰੇਜ਼ੀ ਦਾ ਇੱਕ ਲੇਖ ਕੰਪੀਟੀਸ਼ਨ ਯਾਦ ਆ ਰਿਹਾ ਸੀ, ਜਿਸ ਰਾਹੀਂ ਦੱਸਿਆ ਗਿਆ ਸੀ ਕਿ ਅਮਰੀਕਨ ਜ਼ਿੰਦਗੀ ਵਿੱਚ ਮੁਕਾਬਲੇ ਦੀ ਭਾਵਨਾ ਹਰ ਖੇਤਰ 'ਚ ਘੱਟ ਕਰ ਗਈ ਹੈ। ਇੱਥੋਂ ਤੱਕ ਕਿ ਪੜ੍ਹੀਆਂ ਕਿਤਾਬਾਂ ਦੇ ਟਾਈਟਲਾਂ, ਦੇਖੀਆਂ ਗਈਆਂ ਕਲਾ ਨੁਮਾਇਸ਼ਾਂ ਵੀ ਇਸ ਕੰਪੀਟੀਸ਼ਨ ਦੀ ਬਿਮਾਰੀ ਤੋਂ ਨਹੀਂ ਬਚ ਸਕਦੀਆਂ। ਤੇਜਪਾਲ ਦੀਆਂ 2 ਕਮੀਜ਼ਾਂ ਵਾਂਗ ਮਹਿੰਦਰ ਸਿੰਘ ਕੋਲ ਵੀ 2 ਹੀ ਪੱਗਾਂ ਸਨ, ਅਤੇ ਉਹਨੂੰ ਜਾਪਿਆ ਜਿਵੇਂ ਮੁੰਡੇ ਉਹਦੀਆਂ ਪੱਗਾਂ ਦੀ ਗਿਣਤੀ ਚੰਗੀ ਤਰ੍ਹਾਂ ਜਾਣਦੇ ਹੋਣ। ਬੇਚੈਨੀ ਉਹਦਾ ਪੱਲਾ ਫੜੀ ਰੱਖਦੀ ਹੈ। ਸਰ ਜੀ ਟਿਊਸ਼ਨ ਪੜ੍ਹਾ ਦਿਓਗੇ? ਇੱਕ ਬੱਚੇ ਨੇ ਮਹਿੰਦਰ ਸਿੰਘ ਨੂੰ ਪੁੱਛਿਆ। ਮਹਿੰਦਰ ਸਿੰਘ ਸੋਚੀ ਡੁੱਬਿਆ ਰਿਹਾ, ਆਦਤ ਅਨੁਸਾਰ। ਪੈਸੇ ਸਰ ਜੀ ਜਿੰਨੇ ਮਰਜ਼ੀ ਲਿਆ ਜੇ। ਬੱਚੇ ਨੇ ਇੱਕ ਤਰ੍ਹਾਂ ਸਬਜ਼ ਬਾਗ ਖਿਲਾਰ ਕੇ ਰੱਖ ਦਿੱਤਾ। ਮੈਂ ਤੇਰਾ ਪ੍ਰਬੰਧ ਕਿਸੇ ਹੋਰ ਅਧਿਆਪਕ ਕੋਲ ਕਰ ਦਾਂਗਾ, ਮਹਿੰਦਰ ਸਿੰਘ ਮਸਾਂ ਹੀ ਬੋਲਿਆ। ਅਸਲ 'ਚ ਟਿਊਸ਼ਨ ਲਈ ਹਾਲਾਂ ਵੀ ਉਹਦਾ ਮਨ ਨਹੀਂ ਸੀ ਬਣ ਸਕਦਾ ਪਿਆ। ਟਿਊਸ਼ਨ ਤਾਂ ਸਰ ਪੜ੍ਹਨੀ ਤੁਹਾਡੇ ਪਾਸੋਂ ਹੈ। ਸਾਰੀ ਕਲਾਸ ਤੁਹਾਡੀ ਤਾਰੀਫ ਕਰਦੀ ਹੈ ਨਾ। ਬੱਚੇ ਪਾਸੋਂ ਆਪਣੀ ਤਾਰੀਫ ਸੁਣ ਕੇ ਮਹਿੰਦਰ ਸਿੰਘ ਜਿਵੇਂ ਗਦਗਦ ਹੋ ਉੱਠਿਆ। ਉਹ ਹਾਲਾਂ ਵੀ ਟਿਊਸ਼ਨ ਕਰਨ ਜਾਂ ਨਾ ਕਰਨ ਬਾਰੇ ਸੋਚੀ ਪਿਆ ਹੋਇਆ ਸੀ।
ਮਹਿੰਦਰ ਸਿੰਘ ਨੂੰ ਸੋਚੀ ਡੁੱਬਿਆ ਦੇਖ ਕੇ ਮੁੰਡੇ ਨੇ ਸਮਝਿਆ ਮਹਿੰਦਰ ਸਿੰਘ ਪੈਸਿਆਂ ਬਾਰੇ ਸੋਚ ਰਿਹਾ, ਸੋ ਗੱਲ ਖੋਲ੍ਹਣ ਲਈ ਬੱਚੇ ਨੇ ਆਪਣੀ ਸ਼ਰਤ ਮਹਿੰਦਰ ਸਿੰਘ ਦੇ ਸਾਹਮਣੇ ਰੱਖ ਦਿੱਤੀ। ਪੈਸੇ ਸਰ ਜਿੰਨੇ ਮਰਜ਼ੀ ਲੈ ਲਿਆ ਜੇ, ਪਰ ਪਾਸ ਜ਼ਰੂਰ ਕਰਵਾ ਦਿਆ ਜੇ। ਸਾਰੇ ਅਧਿਆਪਕ ਪਾਸ ਹੋਣ ਦੀ ਗਰੰਟੀ ਦਿੰਦੇ ਨੇ। ਇਹ ਕਿਵੇਂ ਹੋ ਸਕਦਾ ਹੈ? ਅਧਿਆਪਕ ਦਾ ਸਿਰਫ ਰਾਹੀ ਪਾ ਸਕਦਾ ਹੈ, ਅੱਗੋਂ ਮਿਹਨਤ ਤਾਂ ਤੁਸੀਂ ਆਪ ਕਰਨੀ ਹੁੰਦੀ ਹੈ। ਮਹਿੰਦਰ ਸਿੰਘ ਦਾ ਜਵਾਬ ਸੁਣ ਕੇ ਬੱਚਾ ਤਾਂ ਆਪਣੇ ਰਾਹ ਪੈ ਗਿਆ ਤੇ ਸੋਚਾਂ 'ਚ ਡੁੱਬੇ ਰਹਿਣ ਵਾਲੇ ਮਹਿੰਦਰ ਸਿੰਘ ਨੂੰ ਹੋਰ ਡੂੰਘੇਰੀਆਂ ਸੋਚਾਂ ਦੇ ਸਮੁੰਦਰ 'ਚ ਉਤਾਂਹ ਗਿਆ ਉਹ ਬੱਚਾ। ਉਹਦੇ ਰਿਸ਼ਤੇਦਾਰ ਜਦ ਵੀ ਉਸ ਪਾਸ ਆਉਂਦੇ ਇਹੀ ਕਹਿੰਦੇ, ਅਧਿਆਪਕ ਤਾਂ ਅੱਜ ਕੱਲ੍ਹ ਟਕਸਾਲਾਂ ਲਗਾਈ ਫਿਰਦੇ ਨੇ, ਤੇ ਜਨਾਬ ਜੇ ਦੁਨੀਆ 'ਚ ਆਏ ਜਿਹੇ ਨਾ। ਉਹ ਤੋਂ ਕੋਈ ਜਵਾਬ ਨਾ ਸਕਦਾ। ਉਹ ਲੱਖ ਯਤਨ ਕਰ ਹਟਿਆ ਸੀ, ਪਰ ਰੋਗ ਉਹਨੂੰ ਅਸਾਧ ਹੀ ਜਾਪਦਾ ਸੀ। ਇੱਕ ਏਜੰਟ ਟੈਸਟ ਪੇਪਰ ਲਗਾਉਣ ਲਈ ਸਕੂਲ ਆ ਨਿਕਲਿਆ। ਮਹਿੰਦਰ ਸਿੰਘ ਨੇ ਬਿਨਾਂ ਟੈਸਟ ਪੇਪਰ ਦੇਖਿਆ ਨਾ ਕਰ ਦਿੱਤੀ। ਤੁਹਾਡਾ ਕਮਿਸ਼ਨ ਤੁਹਾਨੂੰ ਜ਼ਰੂਰ ਮਿਲੇਗਾ, ਕਹੋ ਤਾਂ ਪੇਸ਼ਗੀ ਦੇ ਦਈਏ। ਮਹਿੰਦਰ ਸਿੰਘ ਫਿਰ ਸੋਚਾਂ 'ਚ ਡੁੱਬ ਗਿਆ। ਸ਼ਾਇਦ ਜਵਾਬ ਲੱਭ ਰਿਹਾ ਸੀ। ਇੰਸਪੈਕਟਰ ਸਾਹਿਬ ਦਾ ਟੈਸਟ ਪੇਪਰ ਨਾ ਲਗਵਾ ਕੇ ਪਾਣੀ 'ਚ ਰਹਿੰਦਿਆਂ ਮਗਰਮੱਛ ਨਾਲ ਵੈਰ ਪਾਉਣ ਵਾਲੀ ਗੱਲ ਹੈ। ਏਜੰਟ ਨੇ ਇੱਟ ਵਰਗੀ ਗੱਲ ਠਾਹ ਮਾਰੀ ਤੇ ਚੱਲਦਾ ਬਣਿਆ। ਮਹਿੰਦਰ ਸਿੰਘ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਮਾਇਕ ਤੰਗੀਆਂ ਉਹਨੂੰ ਦਿਨੋਂ ਦਿਨ ਹੋਰ ਨਪੀੜਦੀਆਂ ਜਾ ਰਹੀਆਂ ਸਨ। ਉਹ ਸੋਚ ਰਿਹਾ ਸੀ ਜੇ ਕੋਈ ਇੱਜ਼ਤ ਮਾਣ ਵਾਲੀ ਟਿਊਸ਼ਨ ਲੱਭ ਜਾਏ ਤਾਂ ਉਹ ਜ਼ਰੂਰ ਕਰ ਲਏਗਾ। ਉਹਦੇ ਸਕੂਲ ਦੇ ਬੱਚੇ ਟਿਊਸ਼ਨ ਦਾ ਮਤਲਬ ਪਾਸ ਹੋਣ ਦੀ ਗਰੰਟੀ ਸਮਝਦੇ ਸਨ। ਉਹ ਕਈ ਦਿਨਾਂ ਦਾ ਸੋਚ ਰਿਹਾ ਸੀ ਜੇ ਕਿਸੇ ਹੋਰ ਸਕੂਲ ਦਾ ਬੱਚਾ ਮਿਲ ਜਾਏ ਤਾਂ ਕੁਝ ਕੁ ਰਾਹਤ ਮਿਲ ਸਕੇਗੀ। ਉਹਦੇ ਬੱਚੇ ਵੱਡੇ ਹੋ ਰਹੇ ਸਨ, ਉਹਦੀਆਂ ਤੰਗੀਆਂ ਨਿੱਤ ਦਿਨ ਵਾਧੇ 'ਤੇ ਸਨ। ਉਹ ਆਪਣੇ ਇੱਕ ਦੋਸਤ ਦੀ ਚਿੱਠੀ ਲੈ ਕੇ ਦੋਸਤ ਦੇ ਦੋਸਤ ਨੂੰ ਮਿਲਣ ਲਈ ਨਿਕਲ ਪਿਆ, ਕਿਉਂਕਿ ਉਹ ਬਾਰ-ਬਾਰ ਲੰਬੇ ਅਰਸੇ ਤੋਂ ਉੱਥੇ ਪੜ੍ਹਾ ਰਿਹਾ ਸੀ। ਬੱਸ ਤੋਂ ਉਤਰ ਕੇ ਸੜਕ ਕੰਢੇ ਖੜੋਤੇ ਤੇ ਸਿਗਰਟ ਪੀਂਦੇ ਇੱਕ ਬਾਬੂ ਨੂੰ ਉਹਨੇ ਪੁੱਛਿਆ, 16 ਡੀ ਕਿੱਧਰ ਹੋਏਗਾ ਜਨਾਬ? ਸਿਗਰਟ ਪੀਂਦੇ ਬਾਊ ਨੇ ਹਲਵਾਈ ਦੀ ਦੁਕਾਨ ਵੱਲ ਇਸ਼ਾਰਾ ਜਿਹਾ ਕੀਤਾ। ਸ਼ਾਇਦ ਉਹ ਗੂੰਗਾ ਹੋਵੇ, ਮਹਿੰਦਰ ਸਿੰਘ ਨੇ ਸੋਚਿਆ। ਮਹਿੰਦਰ ਸਿੰਘ ਘੁੰਮਦਾ ਘੁਮਾਉਂਦਾ ਅੱਧੇ ਕੁ ਘੰਟੇ ਮਗਰੋਂ 16 ਡੀ ਦੇ ਸਾਹਮਣੇ ਖੜੋਤਾ ਸੀ। ਹਨੇਰਾ ਉਤਰ ਆਇਆ ਸੀ। 16 ਡੀ ਇਹੀ ਹੈ। ਗੇਟ ਤੇ ਰਤਾ ਕੁ ਹਟਵੇਂ ਜੇ ਖੜੋਤੇ ਬਾਊ ਨੇ ਮਹਿੰਦਰ ਸਿੰਘ ਨੂੰ ਪੁੱਛਿਆ, ਕਿਹਨੂੰ ਮਿਲਣਾ ਜੇ? ਬਾਊ ਜੀ ਨੇ ਵਿਹੜੇ ਦੀ ਬੱਤੀ ਜਗਾ ਕੇ ਮਹਿੰਦਰ ਸਿੰਘ ਕੋਲ ਜਾਂਦਿਆਂ ਪੁੱਛਿਆ। ਮਾਸਟਰ ਦਵਾਰਕਾ ਨਾਥ ਜੀ ਨੂੰ। ਮਹਿੰਦਰ ਸਿੰਘ ਨੇ ਬਾਊ ਨੂੰ ਰਤਾ ਗੌਰ ਨਾਲ ਦੇਖਿਆ। ਉਹ ਹੈਰਾਨ ਖੜੋਤਾ ਸੀ। ਹੁਕਮ ਕਰੋ, ਮੈਂ ਤੁਹਾਨੂੰ ਪਛਾਣਿਆ ਨਹੀਂ। ਮੈਨੂੰ ਹੀ ਦਵਾਰਕਾ ਨਾਥ। ਮਹਿੰਦਰ ਸਿੰਘ ਨੇ ਦੋਸਤੀ ਲਿਆਂਦੀ ਚਿੱਠੀ ਹੱਥ 'ਚ ਫੜੀ ਹੋਈ ਸੀ। ਉਹਨੇ ਹੋਰ ਡੂੰਘੀ ਨਜ਼ਰ ਨਾਲ ਦੇਖਦਿਆਂ ਪੁੱਛਿਆ, ਅੱਧਾ ਕੁ ਘੰਟਾ ਪਹਿਲਾਂ ਤੁਸੀਂ ਸੜਕ ਕੰਢੇ ਖੜੇ ਸਿਗਰਟ ਨਹੀਂ ਸੀ ਪੀ ਰਹੇ? ਹਾਂਜੀ, ਪਰ ਕੋਈ ਇਤਰਾਜ਼? ਨਾ ਜੀ, ਇਤਰਾਜ਼ ਕਿਸ ਗੱਲ ਦਾ? ਪਰ ਮੈਂ ਤੁਹਾਡੇ ਕੋਲੋਂ ਹੀ ਤਾਂ ਪੁੱਛਿਆ ਸੀ ਤੁਹਾਡੇ ਮਕਾਨ ਦਾ ਨੰਬਰ। ਮਾਫ਼ ਕਰਨਾ, ਧਿਆਨ ਨਹੀਂ ਰਿਹਾ ਹੋਣਾ। ਤੁਸੀਂ ਦੱਸੋ, 15 ਘੰਟੇ ਪੜ੍ਹਾਉਣ ਮਗਰੋਂ ਸੁਰਤ ਟਿਕਾਣੀ ਰਹਿ ਸਕਦੀ ਹੈ? ਖਸਿਆਨੀ ਹੱਸਦਿਆਂ ਦਵਾਰਕਾ ਨਾਥ ਨੇ ਵਜ਼ਾਹਤ ਦਿੱਤੀ। ਮਹਿੰਦਰ ਸਿੰਘ ਹੱਥਲੇ ਰੁੱਕੇ ਮਰੋੜਦਾ ਹੋਇਆ ਤੇ ਬਾਊ ਦੀਆਂ ਆਵਾਜ਼ਾਂ ਨਜ਼ਰ ਅੰਦਾਜ਼ ਕਰਦਿਆਂ ਪਰਤ ਗਿਆ। ਧੰਨਵਾਦ। ਅਗਲੀ ਕਹਾਣੀ ਹੈ ਇੱਕ ਚਵੰਨੀ। ਕਹਾਣੀਕਾਰ ਮਹਿੰਦਰ ਸਿੰਘ ਲੂਥਰਾ। ਮੰਜੇ ਦੀ ਹੀ ਉੱਤੇ ਬੈਠਦਿਆਂ ਹੋਇਆ ਮੈਂ ਕਿਹਾ, ਉੱਠ ਓਏ ਪਾਲਚੂ, ਉੱਠ ਪੁੱਤਰ, ਸਕੂਲ ਨਹੀਂ ਜਾਣਾ? ਉੱਠ ਛੇਤੀ ਕਰ। ਮੈਂ ਆਪਣੀ ਛੋਟੀ ਲੜਕੀ ਪਾਲੀ ਨੂੰ ਪਿਆਰ ਨਾਲ ਪਾਲਚੂ ਤੇ ਵੱਡੀ ਲੜਕੀ ਗੁੱਡੂ ਨੂੰ ਗੁੱਡਚੂ ਕਹਿੰਦਾ। ਉੱਠ ਬੱਚੇ, ਜਲਦੀ ਕਰ, ਫਿਰ ਦੇਰ ਹੋ ਜਾਏਗੀ। ਉਹ ਵੇਖ, ਗੁੱਡਚੂ ਤਾਂ ਤਿਆਰ ਵੀ ਹੋਏ। ਪਾਲੀ ਨੇ ਪਾਸਾ ਪਰਤਦਿਆਂ ਇਹ ਕਹਿੰਦਿਆਂ ਹੋਇਆ ਮੂੰਹ ਦੂਜੇ ਪਾਸੇ ਮੋੜ ਲਿਆ। ਮੈਂ ਨਹੀਂ ਸਕੂਲ ਜਾਂਦੀ ਜੂੰਦੀ। ਕਿਉਂ ਬੱਚੂ, ਅੱਜ ਛੁੱਟੀ ਹੈ? ਸਕੂਲ ਕਿਉਂ ਨਹੀਂ ਜਾਣਾ? ਮੈਨੂੰ ਪਹਿਲਾਂ 4 ਆਨੇ ਦਿਓ। ਕੀ ਕਰਨੇ ਨੇ? ਮੈਂ ਉਹਦੇ ਮੂੰਹ ਤੋਂ ਰਜਾਈ ਲਾਉਂਦਿਆਂ ਪੁੱਛਿਆ। ਸਾਡੀ ਮੈਡਮ ਕਹਿੰਦੀ ਹੈ ਕਾਪੀ ਲੈ ਕੇ ਆਓ, ਨਹੀਂ ਤਾਂ ਉਹ ਕਲਾਸ 'ਚੋਂ ਬਾਹਰ ਕੱਢ ਦਿੰਦੀ ਹੈ। ਬੱਚੂ, ਕੱਲ੍ਹ ਜ਼ਰੂਰ ਲਿਆ ਦਾਂਗਾ, ਮੈਂ ਬੜੇ ਤਰਲੇ ਨਾਲ ਕਿਹਾ। ਮੈਂ ਵੀ ਕੱਲ੍ਹ ਸਕੂਲ ਜਾਵਾਂਗੀ, ਪਾਲੀ ਨੇ ਜ਼ਿੱਦ ਕਰਦਿਆਂ ਹੋਇਆਂ ਕਿਹਾ। ਇੰਨੇ ਚਿਰ ਨੂੰ ਲਾਗੇ ਪਈ ਕੁਰਸੀ ਤੇ ਮੇਰੀ ਵੱਡੀ ਲੜਕੀ ਗੁੱਡੂ, ਜਿਹੜੀ ਚੌਥੀ ਜਮਾਤ 'ਚ ਪੜ੍ਹਦੀ ਸੀ, ਆ ਬੈਠੀ ਤੇ ਸਿਆਣਿਆਂ ਵਾਂਗ ਪਾਲੀ ਨੂੰ ਕਹਿਣ ਲੱਗੀ, ਪਾਲੀ, ਦਾਰਜੀ ਪਾਸ ਪੈਸੇ ਨਹੀਂ ਨਾ? ਇਹ ਅੱਜ ਕਾਲਜ ਤੋਂ ਬਹੁਤ ਸਾਰੇ ਪੈਸੇ ਲਿਆਉਣਗੇ। ਮੈਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਮੇਰੀ ਚੋਰੀ ਫੜੀ ਗਈ ਹੋਵੇ। ਮੈਂ ਜ਼ਰਾ ਝੇਪਦਿਆਂ ਕਿਹਾ, ਅੱਛਾ ਬੱਚੂ, ਇਸ ਪਹਿਲੀ ਨੂੰ ਤੈਨੂੰ ਬਹੁਤ ਸਾਰੀਆਂ ਕਾਪੀਆਂ ਲਿਆ ਕੇ ਦਿਆਂਗਾ। ਲਾਗੇ ਰਸੋਈ 'ਚ ਬੈਠੀ ਪਤਨੀ ਸਾਰਾ ਡਰਾਮਾ ਸੁਣ ਰਹੀ ਸੀ। ਜਦੋਂ ਮੈਂ ਰਸੋਈ 'ਚ ਹੱਥ ਧੋਣ ਗਿਆ ਤਾਂ ਮੇਰੇ ਵੱਲ ਵੇਖ ਕੇ ਕਹਿਣ ਲੱਗੀ, ਸੋਚੋ, ਸਾਡੀ ਵੀ ਕੀ ਜ਼ਿੰਦਗੀ ਹੈ। ਬੱਚੇ ਵੀ ਸਮਝਦੇ ਆ ਕਿ ਇਹਨਾਂ ਪਾਸ ਪੈਸੇ ਨਹੀਂ ਹੈ। ਮੈਂ ਹੌਕਾ ਭਰਦਿਆਂ ਕਿਹਾ, ਹਾਂ ਠੀਕ ਹੈ, ਪਰ ਕੀ ਕੀਤਾ ਜਾ ਸਕਦਾ ਹੈ? ਤੂੰ ਇਹਨੂੰ ਅੱਜ ਸਕੂਲ ਜਾਣ ਲਈ ਨਾ ਕਹੀਂ। ਹੱਥ ਪਰਨੇ ਨਾਲ ਪੂੰਝ ਕੇ ਮੈਂ ਕਾਲਜ ਜਾਣ ਲਈ ਆਪਣੀਆਂ ਕਿਤਾਬਾਂ ਚੁੱਕ ਲਈਆਂ। ਵਹੁਟੀ ਚਾਹ ਦਾ ਗਲਾਸ ਤੇ
ਡਾਲਡੇ ਦੀ ਪਰੌਂਠੀ ਨਾਲ ਰਾਤ ਦੀ ਦਾਲ ਵਾਲੀ ਕੌਲੀ ਥਾਲ 'ਚ ਰੱਖ ਕੇ ਦੂਜੇ ਕਮਰੇ 'ਚ ਆ ਗਈ ਤੇ ਕਹਿਣ ਲੱਗੀ, ਮੈਂ ਕਿਹਾ ਇਹ ਤੇ ਖਾਂਦੇ ਜਾਓ ਨਾ, ਰਾਤ ਨੂੰ ਕਿਹੜੇ ਵੇਲੇ 9-10 ਵਜੇ ਵਾਪਸ ਆਉਂਦੇ ਹੋ, ਸਾਰਾ ਦਿਨ ਭੁੱਖ ਨਹੀਂ ਲੱਗੇਗੀ? ਮੈਂ ਕਿਹਾ ਨਹੀਂ ਨਹੀਂ, ਮੈਂ ਲੇਟ ਹੋ ਗਿਆ, ਮੇਰੇ ਪਾਸ ਰੋਟੀ ਖਾਣ ਦਾ ਵਕਤ ਨਹੀਂ ਰਿਹਾ, 8:15 ਵਜੇ ਪਹਿਲਾ ਪੀਰੀਅਡ ਹੁੰਦਾ। ਉਹ ਕਹਿਣ ਲੱਗੀ, ਰੋਟੀ ਨਾਲ ਹੀ ਲੈਂਦੇ ਜਾਓ ਨਾ, ਮੈਂ ਹੁਣੇ ਬੰਨ੍ਹ ਦਿੰਦੀ ਹਾਂ। ਪਰ ਮੈਂ ਨਾ ਕਰਦਾ ਤੇ ਲੇਟ ਹੋਣ ਦਾ ਬਹਾਨਾ ਕਰਕੇ ਕਿਤਾਬਾਂ ਲੈ ਕੇ ਨੱਸ ਗਿਆ, ਕਿਉਂਕਿ ਬੱਚਿਆਂ ਦੀਆਂ ਗੱਲਾਂ ਸੁਣ ਕੇ ਮੇਰੀ ਭੁੱਖ ਮਰ ਚੁੱਕੀ ਸੀ। ਹੁਣ ਮੈਂ ਕਾਹਲੀ ਕਾਹਲੀ ਆਪਣੇ ਕਾਲਜ ਵੱਲ ਜਾ ਰਿਹਾ ਸੀ। ਮੈਂ ਕਿਸੇ ਪ੍ਰਾਈਵੇਟ ਕਾਲਜ ਦਾ ਪ੍ਰੋਫੈਸਰ ਹਾਂ। ਵੱਖ-ਵੱਖ ਕਾਲਜਾਂ 'ਚ ਪਹੁੰਚਣ ਲਈ ਹਰ ਰੋਜ਼ ਪਦ ਯਾਤਰਾ ਕਰਦਾ, ਜਿਸ ਨਾਲ 125 ਦੀ ਆਮਦਨ ਹੋ ਜਾਂਦੀ ਹੈ। ਬਰਾਬਰ ਸੋਚਦਾ ਜਾ ਰਿਹਾ ਸੀ ਕਿ ਇਹ ਕੀ ਮੁਸੀਬਤ ਹੈ, ਕਿੰਨੀ ਬੁਰੀ ਗੱਲ ਹੈ ਕਿ ਮੈਂ ਬੱਚਿਆਂ ਦੀਆਂ ਜ਼ਰੂਰੀ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ। ਭਾਵੇਂ ਅੱਜ ਮਹੀਨੇ ਦੀ 27 ਤਰੀਕ ਸੀ, ਪਰ ਬੱਚੇ ਤਾਂ ਸਾਰਾ ਮਹੀਨਾ ਪੜ੍ਹਨ ਜਾਂਦੇ ਸੀ। ਮੈਨੂੰ ਆਪਣਾ ਬਚਪਨ ਯਾਦ ਆ ਗਿਆ। ਮੈਂ 6ਵੀਂ-7ਵੀਂ 'ਚ ਪੜ੍ਹਦਾ ਸੀ, ਮੇਰੇ ਪਾਸ ਅੰਗਰੇਜ਼ੀ ਦੀ ਕਿਤਾਬ ਨਹੀਂ ਸੀ। ਮੈਨੂੰ ਹਰ ਰੋਜ਼ ਸਕੂਲੋਂ ਮਾਰ ਪੈਂਦੀ ਤੇ ਸਾਡੇ ਮਾਸਟਰ ਜੀ ਵੀ ਮੈਨੂੰ ਕਲਾਸ 'ਚੋਂ ਬਾਹਰ ਕੱਢ ਦਿੰਦੇ ਸੀ। ਪਿਤਾ ਜੀ ਹਰ ਰੋਜ਼ ਕਹਿੰਦੇ ਸੀ ਕਿ ਕੱਲ੍ਹ ਜ਼ਰੂਰ ਦਿਆਂਗਾ। ਅੱਜ ਦੁਕਾਨ ਬੰਦ ਸੀ, ਅੱਜ ਦੁਕਾਨ ਵਾਲਿਆਂ ਦੀ ਹੜਤਾਲ ਸੀ। ਕਿਤਾਬ ਦੁਕਾਨ ਤੋਂ ਖਤਮ ਹੋ ਗਈ ਹੈ, ਨਵੀਂ ਐਡੀਸ਼ਨ ਛਪ ਰਹੀ ਹੈ, ਅੱਜ ਲਿਆਉਣੀ ਭੁੱਲ ਗਿਆ। ਮੈਨੂੰ ਅੱਜ ਇਹਨਾਂ ਸਾਰਿਆਂ ਜਵਾਬਾਂ ਦੀ ਸਮਝ ਆ ਰਹੀ ਹੈ, ਕਿਉਂਕਿ ਮੈਨੂੰ ਵੀ ਅੱਜ ਇਹੋ ਜਵਾਬ ਜੋੜਨੇ ਪੈਂਦੇ ਹਨ। ਪਰ ਮੇਰੇ ਬੱਚੇ ਮੇਰੇ ਕੋਲੋਂ ਸਿਆਣੇ ਜਾਪਦੇ ਹਨ। ਜਿਹੜੀ ਗੱਲ ਮੈਂ ਇਹਨਾਂ ਦੀ ਉਮਰ 'ਚ ਆਪ ਨਹੀਂ ਸੀ ਸਮਝ ਸਕਿਆ, ਉਹਨੂੰ ਇਹ ਜਾਣਦੇ ਹਨ। ਫਿਰ ਇੱਕ ਦਿਨ ਗੁੱਸੇ 'ਚ ਆ ਕੇ ਤੇ ਰੋਜ਼ ਦੀ ਮਾਰ ਤੋਂ ਤੰਗ ਪੈ ਕੇ ਮੈਂ ਆਪਣੇ ਸਾਥੀ ਦੀ ਕਿਤਾਬ ਚੋਰੀ ਚੁੱਕ ਲਈ। ਪਰ ਮੈਂ ਕੱਚਾ ਚੋਰ ਸੀ। ਤਲਾਸ਼ੀ ਹੋਈ ਤੇ ਕਿਤਾਬ ਮੇਰੇ ਬਸਤੇ 'ਚ ਫੜੀ ਗਈ। ਮਾਸਟਰ ਤੇ ਸਾਥੀਆਂ ਦੀ ਨਜ਼ਰ 'ਚ ਮੈਂ ਚੋਰ ਸੀ। ਮੈਨੂੰ ਮਾਸਟਰ ਜੀ ਨੇ ਤੇ ਘਰ ਆਉਂਦਿਆਂ ਪਿਤਾ ਜੀ ਨੇ ਬਹੁਤ ਮਾਰਿਆ ਸੀ। ਮੈਨੂੰ ਉਹ ਮਾਰ ਅੱਜ ਵੀ ਯਾਦ ਹੈ। ਉਹ ਸੋਟੀਆਂ ਮਾਰਦੇ ਤੇ ਨਾਲ-ਨਾਲ ਕਹਿ ਰਹੇ ਸੀ, ਨਾਲਾਇਕ, ਗਧੇ, ਚੋਰ, ਸ਼ਰਮ ਨਾ ਆਈ ਤੈਨੂੰ ਚੋਰੀ ਕਰਦੇ ਨੂੰ? ਲੋਕ ਕੀ ਕਹਿਣਗੇ? ਸੰਤ ਸਿੰਘ ਦਾ ਪੁੱਤਰ ਚੋਰ ਹੈ। ਉਫ, ਕਿੰਨੀ ਭਿਆਨਕ ਮਾਰ ਸੀ। ਫਿਰ ਮੈਨੂੰ ਆਪਣੇ ਪਿਤਾ ਸੰਤ ਸਿੰਘ ਜੀ ਦੇ ਸੰਤਾਂ ਵਾਲੇ ਕਰਮ ਯਾਦ ਆਏ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਪਾਠ ਕਰਦੇ, ਭਜਨ ਕਰਦੇ। ਲੋਕ ਉਹਨਾਂ ਨੂੰ ਸਾਧੂ ਕਰਕੇ ਮੰਨਦੇ ਸੀ। ਹਰ ਸੰਗਰਾਂਦ ਨੂੰ ਉਹ ਸਾਰੇ ਟੱਬਰ ਨੂੰ ਇਕੱਠਾ ਕਰ ਲੈਂਦੇ, ਛੋਟੀ ਜਿਹੀ ਪੋਥੀ ਵਿੱਚੋਂ ਗੁਰੂ ਮਹਾਰਾਜ ਦੇ ਵਾਕ ਸੁਣਾਉਂਦੇ, ਫਿਰ ਸ਼ਬਦ ਦੀ ਵਿਆਖਿਆ ਕਰਦੇ, ਦੱਸਦੇ ਕਿ ਪਰਮਾਤਮਾ ਨੇ ਮਨੁੱਖ ਦੀ ਜੂਨ ਸਭ ਜੂਨਾਂ ਨਾਲੋਂ ਉੱਤਮ ਜੂਨ ਬਣਾਈ ਹੈ ਤੇ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੰਦੇ ਕਿ ਮਨੁੱਖ ਜੂਨ ਬੜੀ ਉੱਤਮ ਹੈ। ਜਦ ਭੋਗ ਪੈਂਦਾ ਤਾਂ ਥਾਲੀ ਵਿੱਚ ਰੱਖਿਆ ਗੁੜ ਪ੍ਰਸ਼ਾਦ ਕਹਿ ਕੇ ਸਭ ਨੂੰ ਵੰਡ ਦਿੰਦੇ। ਉਸ ਵਕਤ ਤਾਂ ਸਾਰਾ ਵਕਤ ਗੁੜ ਵੱਲ ਧਿਆਨ ਰਹਿੰਦਾ ਸੀ, ਪਰ ਉਹਨਾਂ ਦਾ ਉਪਦੇਸ਼ ਹੁਣ ਯਾਦ ਆਉਂਦਾ। ਮੈਂ ਸੋਚਦਾ, ਸੱਚਮੁੱਚ ਮਨੁੱਖਾ ਜਨਮ ਉੱਤਮ ਹੈ। ਜੇ ਮਨੁੱਖਾ ਜਨਮ ਸੱਚਮੁੱਚ ਹੀ ਉੱਤਮ ਹੈ ਤੇ ਮੇਰਾ ਆਪਣਾ ਜਨਮ ਉੱਤਮ ਕਿਉਂ ਨਹੀਂ? ਕੀ ਮੈਂ ਮਨੁੱਖ ਨਹੀਂ ਹਾਂ? ਜੇ ਮੇਰੇ ਵਰਗੇ ਵੀ ਮਨੁੱਖ ਹਨ ਤਾਂ ਕੀ ਪਿਤਾ ਜੀ ਝੂਠ ਬੋਲਦੇ ਸਨ? ਪਰ ਝੂਠ ਬੋਲਣ ਤੇ ਚੋਰੀ ਕਰਨ ਤੇ ਤਾਂ ਆਪ ਉਹਨਾਂ ਮੈਨੂੰ ਮਾਰਿਆ ਸੀ। ਜਦ ਮੈਨੂੰ ਕੁਝ ਸਮਝ ਨਾ ਪੈਂਦੀ ਤਾਂ ਸਿਰ ਫੜ ਕੇ ਬੈਠ ਜਾਂਦਾ। ਫਿਰ ਮੇਰੀਆਂ ਅੱਖਾਂ ਸਾਹਮਣੇ ਆਪਣੇ ਸਕੂਲ ਦਾ ਕਮਰਾ ਦਿਖਾਈ ਦਿੱਤਾ, ਜਿਹਦੀਆਂ ਦੀਵਾਰਾਂ ਤੇ ਗੱਤੇ ਲਟਕ ਰਹੇ ਸਨ। ਉਹਨਾਂ ਤੇ ਲਿਖਿਆ ਹੋਇਆ ਸੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਅਸਲੀ ਧਨ ਹੈ, ਕਰ ਮਜ਼ਦੂਰੀ ਖਾ ਚੂਰੀ। ਮੈਂ ਸੋਚ ਰਿਹਾ ਸੀ, ਉਹ ਕੈਸੀ ਮਜ਼ਦੂਰੀ ਹੈ ਜਿਹਦੇ ਕਰਨ ਨਾਲ ਖਾਣ ਲਈ ਚੂਰੀ ਮਿਲਦੀ ਹੈ? ਕੀ ਮੈਂ ਮਜ਼ਦੂਰੀ ਨਹੀਂ ਕਰਦਾ? ਕੀ ਮੇਰੀ ਮਿਹਨਤ ਨਾਲ ਫਰਕ ਹੈ? ਕੀ ਮੇਰੀ ਮਿਹਨਤ 'ਚ ਫਰਕ ਹੈ? ਮੈਂ ਸੋਚਦਾ ਹਾਂ ਤੇ ਇੰਜ ਪ੍ਰਤੀਤ ਹੁੰਦਾ ਹੈ, ਕਰ ਮਜ਼ਦੂਰੀ ਖਾ ਚੂਰੀ, ਇਹ ਫਿਕਰਾ ਇੱਕ ਨਹੀਂ ਸਗੋਂ ਵੱਖਰੇ ਵੱਖਰੇ ਦੋ ਹਨ। ਕਰ ਮਜ਼ਦੂਰੀ ਵੱਖਰਾ ਹੈ, ਖਾ ਚੂਰੀ ਵੱਖਰਾ ਹੈ। ਮੇਰੇ ਤੇ ਮੇਰੇ ਬੱਚਿਆਂ ਵਾਸਤੇ ਤਾਂ ਕਰ ਮਜ਼ਦੂਰੀ ਹੀ ਹੈ, ਖਾ ਚੂਰੀ ਕਿਸੇ ਦੂਜੇ ਤੇ ਇਹਦੇ ਬੱਚਿਆਂ ਲਈ ਹੈ। ਫਿਰ ਇਹ ਵੀ ਲਿਖਿਆ ਹੋਇਆ ਸੀ ਕਿ ਵਿਦਿਆ ਅਸਲੀ ਧਨ ਹੈ। ਮੈਂ ਇਸ ਬਾਰੇ ਵੀ ਕਦੇ-ਕਦੇ ਸੋਚਦਾ ਹਾਂ। ਇਸ ਸੱਚਾਈ ਤੇ ਵੀ ਮੈਨੂੰ ਸ਼ੱਕ ਹੁੰਦਾ ਹੈ। ਇਹ ਕਿਹੋ ਜਿਹਾ ਧਨ ਹੈ ਜਿਸ ਨਾਲ ਅਸੀਂ ਰੋਟੀ ਨਹੀਂ ਖਾ ਸਕਦੇ, ਬੱਚਿਆਂ ਦੀਆਂ ਕਾਪੀਆਂ ਨਹੀਂ ਖਰੀਦ ਸਕਦੇ। ਮੈਨੂੰ ਇੰਝ ਜਾਪਦਾ ਹੈ ਕਿ ਵਿਦਿਆ ਕਿਸੇ ਲਈ ਧਨ ਹੈ, ਕਿਸੇ ਲਈ ਪਾਗਲਪਨ ਹੈ। ਖਾਸ ਕਰਕੇ ਪੜ੍ਹਿਆਂ ਲਿਖਿਆਂ ਲਈ ਤਾਂ ਪਾਗਲਪਨ ਹੀ ਹੈ। ਇਹ ਨੁਸਖਾ ਵੇਚਣ ਵਾਲਿਆਂ ਵਾਸਤੇ ਜ਼ਰੂਰ ਧਨ ਹੈ। ਧਨ ਹੈ ਵੱਡੇ ਪਬਲਿਸ਼ਰ ਤੇ ਕਿਤਾਬਾਂ ਵੇਚਣ ਵਾਲਿਆਂ ਵਾਸਤੇ, ਪਰ ਪੜ੍ਹਨ ਜਾਂ ਲਿਖਣ ਵਾਲਿਆਂ ਵਾਸਤੇ ਨਹੀਂ। ਅਚਾਨਕ ਹੀ ਮੇਰੀਆਂ ਸੋਚਾਂ ਦੀ ਲੜੀ ਟੁੱਟ ਗਈ, ਕਿਉਂਕਿ ਸਾਹਮਣੇ ਦੀ ਸੜਕ ਤੋਂ ਕਿਸੇ ਸੇਠ ਦੀ ਬਰਾਤ ਜਾ ਰਹੀ ਸੀ। ਬੈਂਡ ਵੱਜ ਰਿਹਾ ਸੀ। ਇਹ ਬਰਾਤ ਕਿਸੇ ਚੰਗੇ ਮੌਂਟੇਸਰੀ ਸਕੂਲ ਅੱਗੋਂ ਜਾ ਰਹੀ ਸੀ। ਮੌਂਟੇਸਰੀ ਦੇ ਬੱਚੇ ਸੋਹਣੀਆਂ ਸੋਹਣੀਆਂ ਪੁਸ਼ਾਕਾਂ ਪਾਈ ਸਕੂਲ ਦੇ ਦਰਵਾਜ਼ੇ ਅੱਗੇ ਖੜੇ ਵੇਖ ਰਹੇ ਸਨ। ਇਸ ਤੋਂ ਦੂਰ ਕੁਝ ਬੱਚੇ ਕੈਂਬਰਿਜ ਸਕੂਲ ਦੀ ਬੱਸ ਉਡੀਕ ਰਹੇ ਸਨ। ਮੈਂ ਕਾਲਜ ਤੋਂ ਲੇਟ ਹੋ ਰਿਹਾ ਸੀ। ਲਾਲਾ ਜੀ ਅੱਜ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਮਾਇਆ ਲੁਟਾ ਰਹੇ ਸਨ। ਪੈਸਿਆਂ ਦੀ ਵਿਛਾੜ ਹੋ ਰਹੀ ਸੀ। ਸਾਹਮਣੀਆਂ ਦੂਰ ਦਿਖਾਈ ਦਿੰਦੀਆਂ ਝੁੱਗੀਆਂ ਦੇ ਬੱਚੇ ਫਟੇ ਪੁਰਾਣੇ ਤੇ ਗੰਦੇ ਕੱਪੜਿਆਂ ਵਿੱਚ ਪੈਸੇ ਲੁੱਟ ਰਹੇ ਸਨ।
ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਇੱਕ ਰੋਟੀ ਦਾ ਟੁਕੜਾ ਖੋਹਣ ਲਈ ਕੁੱਤੇ ਲੜ ਰਹੇ ਹੋਣ ਜਾਂ ਮੁਰਦਾਰ ਨੂੰ ਇੱਲਾਂ ਨੋਚਣ ਦਾ ਯਤਨ ਕਰ ਰਹੀਆਂ ਹੋਣ। ਮੈਂ ਕਾਹਲੀ ਨਾਲ ਸੜਕ ਪਾਰ ਕਰਨ ਲੱਗਾ ਤਾਂ ਲਾਲਾ ਜੀ ਨੇ ਫਿਰ ਪੈਸਿਆਂ ਦੀ ਪੁਛਾੜ ਕੀਤੀ। ਇੱਕ ਚੁਆਨੀ ਐਨ ਮੇਰੇ ਸਾਹਮਣੇ ਆ ਪਈ। ਮੈਂ ਹੈਰਾਨ ਸੀ, ਸੇਠ ਨੂੰ ਕਿਵੇਂ ਪਤਾ ਲੱਗ ਗਿਆ ਕਿ ਪ੍ਰੋਫੈਸਰ ਸਾਹਿਬ ਨੂੰ ਚੁਆਨੀ ਦੀ ਲੋੜ ਹੈ। ਪਰ ਇਹ ਵੀ ਸੱਚ ਹੈ ਕਿ ਸੇਠ ਸਭ ਦੇ ਦਿਲਾਂ ਵਿੱਚ ਦੀਆਂ ਬੁੱਝਦੇ ਹਨ। ਜੇ ਦਿਲ ਦੀ ਹਾਲਤ ਜਾਂ ਮਜਬੂਰੀ ਨਾ ਸਮਝਣ ਤਾਂ ਸੱਚਮੁੱਚ ਇੰਨਾ ਪੈਸਾ ਇਕੱਠਾ ਕਰਨਾ ਉਹਨਾਂ ਲਈ ਮੁਸ਼ਕਲ ਹੋ ਜਾਏ। ਦੂਸਰੇ ਦੀ ਮਜਬੂਰੀ ਜਾਣ ਕੇ ਹੀ ਤਾਂ ਲੁੱਟਦੇ ਹਨ। ਖੈਰ, ਮੈਂ ਜਲਦੀ ਨਾਲ ਚੁਆਨੀ ਤੇ ਆਪਣਾ ਬੂਟ ਰੱਖ ਦਿੱਤਾ। ਮੈਂ ਜਾਣ-ਬੁੱਝ ਕੇ ਆਪਣੇ ਤਸਮੇ ਖੋਲ੍ਹਣੇ ਤੇ ਫਿਰ ਬੰਨ੍ਹਣੇ ਸ਼ੁਰੂ ਕਰਤੇ ਤਾਂ ਕਿ ਜਲੂਸ ਦੂਰ ਚਲਾ ਜਾਵੇ। ਸਾਹਮਣੇ ਸ਼ਰਮਾ ਬੁੱਕ ਸਟੋਰ ਤੇ ਕਾਪੀਆਂ ਦਾ ਬੰਡਲ ਪਿਆ ਮੇਰੀਆਂ ਅੱਖਾਂ ਸਾਹਮਣੇ ਸੀ। ਮੈਨੂੰ ਆਪਣੀ ਪਾਲਚੂ ਦੀ ਕਾਪੀ ਦਾ ਖਿਆਲ ਆਇਆ। ਮੈਂ ਪੈਰ ਹੋਰ ਵੀ ਜ਼ੋਰ ਨਾਲ ਦਬਾ ਲਿਆ ਤਾਂ ਕਿ ਚਵੰਨੀ ਦੌੜ ਨਾ ਜਾਏ, ਕਿਉਂਕਿ ਮੈਂ ਸੁਣਿਆ ਸੀ ਕਿ ਮਾਇਆ ਦੌੜਦੀ ਹੈ, ਪਰ ਪੈਸੇ ਵਾਲਿਆਂ ਵੱਲ। ਚਵੰਨੀ ਮੇਰੇ ਖੂਨ 'ਚ ਸਰਕਦੀ ਪ੍ਰਤੀਤ ਹੋਈ। ਹਾਂ, ਹੁਣ ਮੇਰੀਆਂ ਅੱਖਾਂ ਸਾਹਮਣੇ ਅਸ਼ੋਕ ਚੱਕਰ ਵਾਲੀ ਚਮਕਦੀ ਹੋਈ ਚਵੰਨੀ ਘੁੰਮ ਰਹੀ ਸੀ। ਸਾਹਮਣੇ ਕਾਪੀਆਂ ਦਾ ਬੰਡਲ ਸੀ। ਮੇਰੀ ਪਾਲੀ ਮੇਰੇ ਪਾਸੋਂ ਕਾਪੀ ਖਰੀਦਣ ਲਈ ਚਵੰਨੀ ਮੰਗ ਰਹੀ ਸੀ ਤੇ ਮੈਂ ਮੂੰਹ ਨੀਵਾਂ ਪਾਈ ਤਸਮੇ ਖੋਲ੍ਹਣ ਬੰਨ੍ਹਣ ਦਾ ਬਹਾਨਾ ਕਰ ਰਿਹਾ ਸੀ। ਵਾਜੇ ਦੀ ਆਵਾਜ਼ ਤੋਂ ਪ੍ਰਤੀਤ ਹੁੰਦਾ ਸੀ ਜਲੂਸ ਦੂਰ ਜਾ ਚੁੱਕਾ। ਮੈਂ ਵੇਖਣ ਲਈ ਜਦ ਮੂੰਹ ਉੱਪਰ ਚੁੱਕਿਆ, ਪਾਸ ਹੀ ਇੱਕ ਫਟੇ ਪੁਰਾਣੇ ਕੱਪੜਿਆਂ 'ਚ 7-8 ਸਾਲ ਦਾ ਮੁੰਡਾ ਵਿਖਾਈ ਦਿੱਤਾ। ਇਹ ਮੁੰਡਾ ਦੂਜੇ ਪਾਸੇ ਵੇਖਣ ਦਾ ਬਹਾਨਾ ਕਰਦਾ, ਪਰ ਕਦੇ-ਕਦੇ ਮੇਰੀ ਵੱਲ ਤੱਕ ਲੈਂਦਾ। ਉਹ ਮੇਰੀ ਨੀਅਤ ਜਾਣ ਗਿਆ ਜਾਂ ਨਹੀਂ, ਪਰ ਮੈਨੂੰ ਸ਼ੱਕ ਜ਼ਰੂਰ ਪੈ ਗਿਆ ਕਿ ਉਹ ਮੇਰੇ ਪਾਸ ਕਿਉਂ ਖੜ੍ਹਾ ਹੈ। ਜਦ ਹੁਣ ਮੈਂ ਉਸ ਵੱਲ ਤੱਕਿਆ ਤਾਂ ਉਹ ਵੀ ਮੇਰੇ ਵੱਲ ਵੇਖ ਰਿਹਾ ਸੀ। ਮੈਨੂੰ ਇੰਜ ਪ੍ਰਤੀਤ ਹੋਇਆ ਕਿ ਫਿਰ ਮੇਰੀ ਚੋਰੀ ਫੜੀ ਗਈ ਹੈ। मैं जरा तलखी जी पूछे, हे क्या बात है, यहाँ क्यों खड़े हो, क्या देख रहे हो? बाबूजी, आपके बूट के नीचे चवन्नी है। मैनू त्रेली जी आ गई। मैं बूट चुकद्या होया गया, अरे कहाँ है तुम्हारी चवन्नी? मेरे पैर चुकण ते मुंडे ने झट अगे वध के चवन्नी चुक लई ते दौड़ गया। हुण 9 वजन च 10 मिनट बाकी सन। मेरा दूसरा पीरीयड भी खत्म होने वाला सी। मैं छित्था जिहा पै के जल्दी जल्दी कॉलेज वाल कदम पुट्टने शुरू कीते। दूर चल रहे रेडियो तो आवाज आ रही सी, तूफान से लाए हैं किश्ती निकाल के, इस देश को रखना मेरे बच्चों संभाल के। धन्यवाद। SS वंजारा बेदी ਦਾ ਲੇਖ ਹੈ ਖਾਨਾ ਬਦੋਸ਼ਾਂ ਦਾ ਡੇਰਾ। ਸਾਡੇ ਸਕੂਲ ਦੇ ਰਾਹ 'ਚ ਇੱਕ ਵੱਡੀ ਸਾਰੀ ਬੰਨ ਆਉਂਦੀ ਸੀ। ਇਸ ਬੰਨ ਦੇ ਆਲੇ ਦੁਆਲੇ ਕਾਫੀ ਸਾਰੀ ਖੁੱਲੀ ਥਾਂ ਉਜਾੜ ਪਈ ਹੋਈ ਸੀ, ਜਿੱਥੇ ਨਿੱਕੀਆਂ ਮੁੱਟੀਆਂ ਝਾੜੀਆਂ ਤੇ ਬੇਰੀਆਂ ਉੱਗੀਆਂ ਹੋਈਆਂ ਸਨ। ਸਕੂਲ ਜਾਂਦੇ ਹੋਏ ਮੁੰਡੇ ਕਈ ਵਾਰ ਇਹਨਾਂ ਬੇਰੀਆਂ ਨਾਲੋਂ ਨਿੱਕੇ ਨਿੱਕੇ ਬੇਰਾਂ ਨੂੰ ਤੋੜ ਕੇ ਖਾਂਦੇ ਸਨ। ਬਸ ਬੇਰੀ ਨੂੰ ਜ਼ੋਰ ਨਾਲ ਝੋਲਣਾ ਤੇ ਹੇਠ ਬੇਰਾਂ ਦਾ ਢੇਰ ਲੱਗ ਜਾਣਾ। ਇਹਨਾਂ ਬੇਰਾਂ ਨੂੰ ਕੌਂਕਣ ਬੇਰ ਕਹਿੰਦੇ ਹਨ। ਇਹ ਬੇਰ ਜਿੰਨੇ ਨਿੱਕੇ ਹੁੰਦੇ ਹਨ ਓਨੇ ਮਿੱਠੇ ਤੇ ਸੁਆਦੀ ਵੀ। ਕੌਂਕਣ ਸ਼ਬਦ ਦਾ ਅਗਲਾ ਭਾਵ ਕੁਝ ਵੀ ਹੋਵੇ, ਪਰ ਲੋਕ ਕਲਪਨਾ ਅਨੁਸਾਰ ਕੌਂਕਣ ਸ਼ਬਦ ਸੌਂਕਣ ਤੋਂ ਵਿਗੜ ਕੇ ਹੋਂਦ 'ਚ ਆਇਆ। ਕਹਿੰਦੇ ਨੇ ਇੱਕ ਤੀਵੀਂ ਨੇ ਆਪਣੇ ਮਾਸੂਮ ਜਿਹੀ ਸੌਂਕਣ ਨੂੰ ਬੱਕਰੇ ਵਾਂਗ ਵੱਢ ਕੇ ਘਰੋਂ ਬਾਹਰ ਰੜੇ ਮੈਦਾਨ 'ਚ ਦੱਬ ਦਿੱਤਾ। ਉਸ ਤੀਵੀਂ ਨੇ ਪਿੰਡ 'ਚ ਇਹ ਗੱਲ ਹੁੰਘਾ ਦਿੱਤੀ ਕਿ ਉਹਦੀ ਸੌਂਕਣ ਆਪਣੇ ਇੱਕ ਯਾਰ ਨਾਲ ਉਧਲ ਗਈ ਹੈ। ਉਹਨੇ ਖੁਦ ਉਹਨੂੰ ਆਪਣੇ ਯਾਰ ਨਾਲ ਸੇਜ ਭੋਗਦਿਆਂ ਵੇਖਿਆ ਸੀ ਤੇ ਉਹ ਸੌਂਕਣ ਦੇ ਮਿਹਣਿਆਂ ਤੇ ਖਸਮ ਦੀ ਮਾਰ ਤੋਂ ਡਰਦੀ ਉਹਨੂੰ ਵੇਖਦੇ ਵੇਖਦੇ ਉਹਦਾ ਮੂੰਹ ਚੜਾਈ ਹੋਈ ਆਪਣੇ ਯਾਰ ਨਾਲ ਨੱਠ ਗਈ ਸੀ। ਫਿਰ ਉਹਦੀ ਕੋਈ ਖਬਰ ਸੁਰਤ ਨਹੀਂ ਸੀ ਮਿਲੀ, ਪਰ ਸੌਂਕਣ ਆਪਣੇ ਸੱਚ ਨੂੰ ਪ੍ਰਗਟ ਕਰਨ ਲਈ ਉਸ ਧਰਤੀ 'ਚੋਂ ਬੇਰੀ ਦੇ ਰੂਪ 'ਚ ਨਿਸਰ ਆਈ। ਪਤੀ ਜਦੋਂ ਉਸ ਰੜੇ ਮੈਦਾਨ 'ਚੋਂ ਦੀ ਲੰਘਦਾ ਤਾਂ ਪਤਨੀ ਨਿੱਕੇ ਨਿੱਕੇ ਬੇਰਾਂ ਦੇ ਰੂਪ ਵਿੱਚ ਉਹਦੇ ਕਦਮਾਂ 'ਚ ਡਿੱਗ ਕੇ ਉਹਦੀ ਕਦਮ ਬੋਸੀ ਕਰਦੀ। ਉਹ ਬੇਰ ਭਾਵੇਂ ਛੋਟੇ ਛੋਟੇ ਹੁੰਦੇ, ਪਰ ਉਹਨਾਂ 'ਚ ਮਿਸ਼ਰੀ ਵਰਗੀ ਮਿਠਾਸ ਤੇ ਚੰਬੇਲੀ ਵਰਗੀ ਮਹਿਕ ਸੀ। ਖਾਵੰਦ ਉਹਨਾਂ ਬੇਰਾਂ ਨੂੰ ਚੁਰਾ ਕੇ ਖਾ ਲੈਂਦਾ। ਇੱਕ ਦਿਨ ਕੋਈ ਬੇਰ ਝਾੜੀ ਤੋਂ ਹੇਠਾਂ ਨਾ ਡਿੱਗਿਆ ਤਾਂ ਖਾਵੰਦ ਨੇ ਬੇਰੀ ਨੂੰ ਜ਼ੋਰ ਦੀ ਝੂਣਿਆ ਤਾਂ ਉਹਨੇ ਬੇਰੀ ਵਿੱਚੋਂ ਇੱਕ ਸੁਰ ਉੱਭਰਦੀ ਸੁਣੀ, ਲਾਲ ਵੇ ਤੂੰ ਪਰਤ ਮੁਹਾਰ ਵੇ, ਮੈਂ ਖੜੀ ਉਡੀਕਾਂ ਦੁਆਰ ਵੇ। ਇਹ ਗੀਤ ਤਾਂ ਉਹਦੀ ਪਤਨੀ ਗਾਇਆ ਕਰਦੀ ਸੀ। ਆਵਾਜ਼ ਵੀ ਤਾਂ ਇੰਨ ਬਿੰਨ ਉਸ ਨਾਲ ਮਿਲਦੀ ਸੀ। ਉਹਨੇ ਆਲੇ ਦੁਆਲੇ ਨਜ਼ਰ ਫੇਰੀ, ਪਰ ਉਹਨੂੰ ਕੋਈ ਵਿਖਾਈ ਨਾ ਦਿੱਤਾ। ਉਹਨੇ ਆਪਣੇ ਮਨ ਦਾ ਭਰਮ ਸਮਝਿਆ। ਉਹ ਬੇਰੀ ਦੇ ਹੇਠਾਂ ਡਿੱਗੇ ਬੇਰ ਚੁਗਣ ਲੱਗਾ ਤਾਂ ਉਹਨੂੰ ਬੇਰੀ ਫੇਰ ਬੋਲਦੀ ਜਾਪੀ, ਮੈਂ ਤਾਂ ਤੈਨੂੰ ਪਰਤਾਇਆ ਸੀ, ਵੇਖਾਂ ਮੇਰੇ ਬੇਰ ਤੈਨੂੰ ਚੰਗੇ ਵੀ ਲੱਗਦੇ ਨੇ ਕਿ ਨਹੀਂ, ਤੂੰ ਇਹਨਾਂ ਨੂੰ ਖਾਣ ਲਈ ਤੰਗਦਾ ਵੀ ਹੈ ਕਿ ਨਹੀਂ। ਤੇ ਖਾਵੰਦ ਨੇ ਆਪਣੀ ਪਤਨੀ ਦੀ ਆਵਾਜ਼ ਨੂੰ ਪਛਾਣ ਲਿਆ। ਇੰਨ ਬਿੰਨ ਉਹੀ ਸੀ। ਸੋ ਖਾਵੰਦ ਨੇ ਜ਼ੋਰ ਜ਼ੋਰ ਦੀ ਬੇਰੀ ਝੂਣੀ।
ਵਿੱਚੋਂ ਇੱਕ ਹੂਕ ਜਿਹੀ ਨਿਕਲੀ, ਬਸ ਹੋਰ ਨਾ ਝੂਣ, ਮੇਰੇ ਪ੍ਰਾਣ ਨਿਕਲ ਜਾਣਗੇ। ਬਸ ਤੂੰ ਇੱਕ ਵਾਰ ਰੋਜ਼ ਆ ਕੇ ਮੈਨੂੰ ਗਲਵੱਕੜੀ ਪਾ ਲਿਆ ਕਰ। ਉਸੇ ਵੇਲੇ ਖਾਬੰਦ ਦੌੜਦਾ ਹੋਇਆ ਘਰ ਗਿਆ ਤੇ ਆਪਣੀ ਵੱਡੀ ਵਹੁਟੀ ਨੂੰ ਗੁੱਤੋਂ ਫੜ ਕੇ ਧਰੀਕਦਾ ਹੋਇਆ ਬੇਰੀ ਕੋਲ ਲੈ ਆਇਆ। ਲੈ ਵੇਖ ਆਪਣੀ ਕਰਤੂਤ। ਸੌਂਕਣ ਨੇ ਆਪਣਾ ਕਸੂਰ ਮੰਨ ਲਿਆ ਤੇ ਇਹੋ ਕੌਂਕਣ ਬੇਰ ਬਣ ਗਈ। ਪਤਾ ਨਹੀਂ ਇਹ ਮੁੱਢੀ ਕਿੰਨੀ ਕੁ ਸੱਚੀ ਏ, ਪਰ ਕੌਂਕਣ ਬੇਰਾਂ ਨੂੰ ਖਾਂਦਿਆਂ ਇੱਕ ਮਹਿਕ ਜੀ ਆਉਂਦੀ ਏ, ਕਿਸੇ ਤੀਵੀਂ ਦੇ ਬੁੱਲਾਂ ਦੀ, ਤੇ ਇਹਦਾ ਬਿਰਛ ਦੂਰੋਂ ਇਉਂ ਲੱਗਦਾ ਜਿਵੇਂ ਕੋਈ ਮਜਬੂਰ ਮੁਟਿਆਰ ਆਪਣੇ ਮਾਹੀ ਦੀ ਉਡੀਕ 'ਚ ਖੜੀ ਹੋਵੇ। ਅਚਾਨਕ ਇੱਕ ਦਿਨ ਇਹਨਾਂ ਬੇਰੀਆਂ 'ਚ ਸਿਰਕੀਆਂ ਦੀਆਂ ਝੁੱਗੀਆਂ ਉੱਭਰ ਆਈਆਂ। ਕੱਲ ਜਦੋਂ ਮੈਂ ਆਪਣੇ ਦੋਸਤਾਂ ਨਾਲ ਸਕੂਲ ਜਾਂਦਾ ਹੋਇਆ ਇੱਥੋਂ ਦੀ ਲੰਘਿਆ ਸਾਂ ਤਾਂ ਇੱਥੇ ਰੜਾ ਮੈਦਾਨ ਸੀ ਤੇ ਅਸੀਂ ਕਿੰਨਾ ਚਿਰ ਬੇਰ ਝੂਣ ਕੇ ਖਾਂਦੇ ਰਹੇ ਸਾਂ। ਪਰ ਅੱਜ ਇੱਥੇ ਇੱਕ ਪੂਰਾ ਜਹਾਨ ਵਸ ਗਿਆ ਸੀ। ਕੁੱਤੇ ਬੇਫਿਕਰ ਘੁੰਮ ਰਹੇ ਸਨ। 40-50 ਸਿਰਕੀਆਂ ਦੀਆਂ ਝੁੱਗੀਆਂ ਬੱਕਰੀਆਂ ਦੇ ਇੱਜੜ ਇੱਧਰ ਉੱਧਰ ਚਰ ਰਹੇ ਸਨ। ਕੁੱਕੜ ਕੁੱਕੜੀਆਂ ਨੇ ਆਪਣੀ ਦੁਨੀਆ ਵਸਾ ਲਈ ਸੀ। ਬਿੱਲੀਆਂ ਮਿਆਕ ਰਹੀਆਂ ਸਨ। ਇੰਨੀ ਵੱਡੀ ਦੁਨੀਆ ਰਾਤੋਂ ਰਾਤ ਕਿਵੇਂ ਵਸ ਗਈ? ਇਹ ਲੋਕ ਕੌਣ ਸਨ? ਅਸੀਂ ਇੱਕ ਦੂਜੇ ਤੋਂ ਪੁੱਛਦੇ, ਕਿੱਥੋਂ ਆਏ ਨੇ, ਇੱਥੇ ਕਿਉਂ ਵਸ ਗਏ ਨੇ? ਹੌਲੀ ਹੌਲੀ ਪਿੰਡ 'ਚ ਵੀ ਇਹਨਾਂ ਟੱਪਰੀ ਵਾਸਾਂ ਬਾਰੇ ਚਰਚਾ ਛਿੜ ਪਈ। ਕੋਈ ਕਹਿੰਦੇ ਇਹ ਲੋਕ ਚੋਰੀ ਚਕਾਰੀ ਕਰਕੇ ਪੇਟ ਪਾਲਦੇ ਨੇ। ਕੋਈ ਕਹਿੰਦਾ ਇਹ ਲੋਕ ਛੋਟੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਨੇ ਤੇ ਜਦੋਂ ਕੁੜੀ ਜਵਾਨ ਹੁੰਦੀ ਹੈ ਉਹਨੂੰ ਨੱਚਣ ਗਾਉਣ ਵਾਲਿਆਂ ਅੱਗੇ ਵੇਚ ਆਉਂਦੇ ਨੇ। ਕੋਈ ਕਹਿੰਦਾ ਇਹਨਾਂ ਦੀਆਂ ਕੁੜੀਆਂ ਕਬੂਤਰੀਆਂ ਵੱਡੀਆਂ ਹੋ ਕੇ ਨੱਚਦੀਆਂ ਨੇ, ਉਹੋ ਹੀ ਕੰਜਰੀਆਂ ਬਣਦੀਆਂ ਨੇ। ਮੈਨੂੰ ਇਹ ਗੱਲ ਸੁਣ ਕੇ ਬੜਾ ਸਵਾਦ ਆਉਂਦਾ ਸੀ। ਹਰ ਨੱਚਣ ਵਾਲੀ ਮੈਨੂੰ ਤਿੱਤਲੀ ਲੱਗਦੀ ਸੀ। ਫਿਰ ਅਸੀਂ ਸਭ ਨੂੰ ਮੁੰਡਿਆਂ ਨੂੰ ਘਰੋਂ ਹਦਾਇਤਾਂ ਮਿਲੀਆਂ ਕਿ ਉਹ ਬੰਨੀ ਵਾਲੇ ਪਾਸੇ ਤੋਂ, ਜਿੱਥੇ ਉਹ ਟੱਪਰੀ ਵਾਸੀ ਬਸੇਰਾ ਕਰ ਰਹੇ ਹਨ, ਲੰਘ ਕੇ ਸਕੂਲ ਨਾ ਜਾਇਆ ਕਰਨ। ਦੂਜਾ ਰਸਤਾ ਜੋ ਖੇਤਾਂ ਵੱਲੋਂ ਸਕੂਲ ਜਾਂਦਾ ਹੈ, ਉੱਧਰੋਂ ਲੰਘਿਆ ਕਰਨ। ਦਾਦੀ ਜੀ ਨੇ ਮੈਨੂੰ ਇੱਕ ਦਿਨ ਕੋਲ ਬਿਠਾ ਕੇ ਸਮਝਾਇਆ, ਬੱਚਿਆ, ਉਹ ਟੱਪਰੀ ਵਾਸੀ ਜਾਦੂਗਰ ਹੁੰਦੇ ਨੇ। ਇਹਨਾਂ ਦੀਆਂ ਤੀਵੀਆਂ ਬੱਚਿਆਂ ਨੂੰ ਮੱਖੀ ਬਣਾ ਕੇ ਡੱਬੀ 'ਚ ਬੰਦ ਕਰ ਲੈਂਦੀਆਂ ਨੇ। ਇੱਕ ਹੋਰ ਤੀਵੀਂ ਦਾਦੀ ਜੀ ਦਾ ਹੁੰਗਾਰਾ ਭਰਦੀ ਹੋਈ ਕਹਿਣ ਲੱਗੀ, ਖਾਨਾ ਬਦੋਸ਼ਾਂ ਦੀਆਂ ਤੀਵੀਆਂ ਤਾਂ ਨਿਰੀਆਂ ਚੁੜੇਲਾਂ ਨੇ। ਉਹ ਮੰਤਰ ਮਾਰ ਕੇ ਗੱਭਰੂਆਂ ਨੂੰ ਤੋਤਾ ਜਾਂ ਬੁਲਬੁਲ ਬਣਾ ਕੇ ਪਿੰਜਰੇ 'ਚ ਡੱਕ ਦਿੰਦੀਆਂ ਨੇ। ਗਲੀ ਗੁਆਂਢ ਦੀਆਂ ਕੁਝ ਹੋਰ ਤੀਵੀਆਂ ਵੀ ਉੱਥੇ ਆ ਗਈਆਂ ਤੇ ਵਾਰੋ ਵਾਰੀ ਸਭ ਅਨੋਖੀਆਂ ਕਹਾਣੀਆਂ ਛੋ ਬੈਠੀਆਂ। ਇੱਕ ਵਡੇਰੀ ਤੀਵੀਂ ਨੇ ਦੱਸਿਆ, ਫਲਾਣੀ ਤੀਵੀਂ ਦਾ ਗੱਭਰੂ ਇੱਕ ਵਾਰ ਖਾਨਾ ਬਦੋਸ਼ਾਂ ਦੇ ਡੇਰੇ ਕੋਲੋਂ ਦੀ ਲੰਘਿਆ। ਤਰਕਾਲਾਂ ਦਾ ਘੁਸਮੁਸਾ ਸੀ। ਇੱਕ ਟੱਪਰੀ ਵਾਸਣ ਉਸ ਉੱਤੇ ਮੋਹਤ ਹੋ ਗਈ ਤੇ ਉਹਨੂੰ ਸ਼ਿਕਰਾ ਬਣਾ ਕੇ ਪਿੰਜਰੇ 'ਚ ਪਾ ਲਿਆ। ਸਾਰਾ ਦਿਨ ਉਹ ਚੁੜੇਲ ਪਿੰਜਰੇ ਨੂੰ ਝੁੱਗੀ ਦੇ ਬਾਹਰ ਟੰਗੀ ਰੱਖਦੀ। ਰਾਤੀ ਸ਼ਿਕਰੇ ਨੂੰ ਮਰਦ ਬਣਾ ਕੇ ਭੋਗਦੀ। ਉਸ ਮਰਦ ਨੂੰ ਫਿਰ ਕਦੇ ਕਿਸੇ ਨਹੀਂ ਸੀ ਡਿੱਠਾ। ਜਿੰਨੇ ਮੂੰਹ ਓਨੀਆਂ ਗੱਲਾਂ। ਇੱਕ ਦਿਨ ਦੁਪਹਿਰੇ ਜਦੋਂ ਦਾਦੀ ਜੀ ਬੈਠੇ ਚਰਖਾ ਕੱਤ ਰਹੇ ਸੀ ਤੇ ਮੈਂ ਉਹਨਾਂ ਦੇ ਕੋਲ ਬੈਠ ਗਿਆ। ਟੱਪਰੀ ਵਾਸਣਾ ਬਾਰੇ ਮੁੜ ਗੱਲ ਛੇੜ ਦਿੱਤੀ। ਇਹ ਮੰਤਰ ਕਿਵੇਂ ਮਾਰਦੀਆਂ ਨੇ? ਬਸ ਇਹਨਾਂ ਕੋਲ ਜਾਦੂ ਦਾ ਇੱਕ ਚਰਖਾ ਹੁੰਦਾ, ਉਹਨੂੰ ਉਹ ਕੱਤਦੀਆਂ ਜਾਂਦੀਆਂ ਨੇ ਤੇ ਜਾਦੂ ਦੀਆਂ ਤੰਦਾਂ ਦੇ ਮੁੱਢੇ ਬਣਾ ਕੇ ਰੱਖ ਛੱਡਦੀਆਂ ਨੇ। ਫਿਰ ਉਹ ਤੰਦ ਜਿਸ ਬੱਚੇ ਦੀ ਵੀਣੀ ਤੇ ਬੰਨ੍ਹ ਦੇਣ, ਉਹ ਪੰਛੀ ਬਣ ਜਾਂਦਾ। ਕਈ ਵਾਰ ਖਾਨਾ ਬਦੋਸ਼ਾਂ ਦੂਰੋਂ ਹੀ ਤੰਦੀ ਚਲਾਉਂਦੀਆਂ ਨੇ, ਬਸ ਆਦਮੀ ਖਿੱਚਿਆ ਆਉਂਦਾ ਤੇ ਫਿਰ ਪੰਛੀ ਬਣ ਕੇ ਉਹਨਾਂ ਦੇ ਹੱਥਾਂ ਉੱਤੇ ਜਾ ਬੈਠਦਾ। ਪਤਾ ਨਹੀਂ ਦਾਦੀ ਜੀ ਨੇ ਮੈਨੂੰ ਡਰਾਉਣ ਲਈ ਇਹ ਗੱਲ ਕਹੀ ਸੀ ਜਾਂ ਇਹ ਸੱਚ ਸੀ, ਪਰ ਇਹ ਗੱਲ ਮੈਨੂੰ ਚੰਗੀ ਲੱਗੀ ਸੀ। ਮੇਰਾ ਦਿਲ ਇੱਕ ਵਾਰ ਪੰਛੀ ਬਣ ਕੇ ਅਸਮਾਨ 'ਚ ਉਡਾਰੀਆਂ ਭਰਨਾ ਚਾਹੁੰਦਾ ਸੀ। ਉਦੋਂ ਤੋਂ ਅਸੀਂ ਸਕੂਲ ਖੇਤਾਂ ਵੱਲੋਂ ਦੀ ਲੰਘ ਕੇ ਜਾਂਦੇ ਸਾਂ, ਪਰ ਵਾਪਸੀ ਉੱਤੇ ਕਦੇ ਅਸੀਂ ਉਹਨਾਂ ਟੱਪਰੀਆਂ ਵੱਲੋਂ ਦੀ ਲੰਘਦੇ। ਇੱਕ ਟੱਪਰੀ ਦੇ ਬਾਹਰ ਮੈਂ ਇੱਕ ਪਿੰਜਰੇ 'ਚ ਤੋਤਾ ਲਟਕਦਾ ਵੇਖਿਆ। ਮੈਨੂੰ ਲੱਗਾ ਇਹ ਕੋਈ ਗੱਭਰੂ ਹੋਏਗਾ ਜਿਹਨੂੰ ਕਿਸੇ ਖਾਨਾ ਬਦੋਸ਼ਨ ਨੇ ਮੰਤਰ ਮਾਰ ਕੇ ਤੋਤਾ ਬਣਾ ਦਿੱਤਾ ਸੀ। ਇੱਕ ਵਾਰ ਉੱਧਰੋਂ ਲੰਘਦਿਆਂ ਮੈਂ ਇੱਕ ਕੋਇਲ ਨੂੰ ਪਿੰਜਰੇ 'ਚ ਵੇਖਿਆ। ਮੈਨੂੰ ਉਸ ਕੋਇਲ 'ਚ ਇੱਕ ਬਿਰਹੋਂ ਕੁੱਠੀ ਹੁਸੀਨ ਔਰਤ ਵਿਖਾਈ ਦਿੱਤੀ। ਕਈ ਵਾਰ ਜਦੋਂ ਅਸੀਂ ਸਕੂਲੋਂ ਪਰਤ ਰਹੇ ਹੁੰਦੇ ਤਾਂ ਖਾਨਾ ਬਦੋਸ਼ਾਂ ਦੇ ਬੰਦੇ ਸਾਡੇ ਮਗਰ ਦੌੜਦੇ ਤੇ ਸਾਨੂੰ ਪਕੜਨ ਦਾ ਯਤਨ ਕਰਦੇ, ਜਿਸ ਕਰਕੇ ਅਸਾਂ ਬੱਚਿਆਂ 'ਚ ਇੱਕ ਭੈ ਜਿਹਾ ਪੈਦਾ ਹੋ ਗਿਆ ਤੇ ਕਈ ਬੱਚੇ ਹੁਣ ਟੱਪਰੀਆਂ ਕੋਲੋਂ ਦੀ ਬਿਲਕੁਲ ਨਹੀਂ ਸੀ ਲੰਘਦੇ। ਪਰ ਇਹਨਾਂ ਗੱਲਾਂ ਦੇ ਬਾਵਜੂਦ ਵੀ ਮੈਨੂੰ ਖਾਨਾ ਬਦੋਸ਼ ਚੰਗੇ ਲੱਗਦੇ ਸੀ। ਇੱਕ ਦਿਨ ਅਸੀਂ ਕੁਝ ਬੱਚੇ ਸਕੂਲੋਂ ਵਾਪਸ ਆਉਂਦੇ ਹੋਏ ਟੱਪਰੀ ਵਾਸਾਂ ਦੀਆਂ ਝੁੱਗੀਆਂ ਕੋਲੋਂ ਦੀ ਲੰਘ ਰਹੇ ਸੀ। ਉਹਨਾਂ ਦੇ 4-5 ਬੱਚੇ ਸਾਨੂੰ ਫੜਨ ਲਈ ਸਾਡੇ ਪਿੱਛੇ ਦੌੜੇ। ਉਹਨਾਂ ਬੱਚਿਆਂ 'ਚ 2 ਕੁ ਕੁੜੀਆਂ ਵੀ ਸੀ। ਇੱਕ ਕੁੜੀ ਜੋ ਮੇਰੇ ਨਾਲੋਂ ਰਤਾ ਕੁ ਵਡੇਰੀ ਸੀ, ਬੜੀ ਖੂਬਸੂਰਤ ਸੀ। ਉਹਨੇ ਕੁੜਤੀ ਤੇ ਘੱਗਰੀ ਪਾਈ ਸੀ। ਕੁੜੀ ਵੇਖਣ 'ਚ ਟੱਪਰੀ ਵਾਸਾਂ ਦੀ ਨਹੀਂ ਸੀ ਲੱਗਦੀ। ਚਿੱਟਾ ਦੁੱਧ ਰੰਗ, ਡੁੱਲਦਾ ਡੁੱਲਦਾ ਰੂਪ, ਤਿੱਖੇ ਉੱਭਰਦੇ ਨੈਣ ਨਕਸ਼। ਉਹਨੇ ਇੱਕ ਸ਼ੋਖ ਰੁਮਾਲ ਮੱਥੇ ਤੇ ਵਲੇਟਿਆ ਹੋਇਆ ਸੀ। ਲਾਲ ਸੁਰਖ ਰੁਮਾਲ 'ਚ ਉਹਦਾ ਚਿਹਰਾ ਚੰਨ ਵਾਂਗ ਉੱਭਰ ਰਿਹਾ ਸੀ। ਉਹ ਕੁੜੀ ਵੀ ਸਾਡੇ ਪਿੱਛੇ ਦੌੜੀ। ਅਸੀਂ ਸਾਰੇ ਬੱਚੇ ਡਰ ਗਏ ਤੇ ਜਿੱਧਰ ਜਿਹਦਾ ਮੂੰਹ ਆਇਆ ਨੱਠ ਪਏ।
ਖਾਨਾ ਬਦੋਸ਼ਾਂ ਦੇ ਬੱਚੇ ਵੀ ਇੱਕ ਇੱਕ ਦੋ ਦੋ ਕਰਕੇ ਬੱਚਿਆਂ ਦੇ ਪਿੱਛੇ ਦੌੜਨ ਲੱਗੇ। ਮੇਰੇ ਪਿੱਛੇ ਉਹ ਹਸੀਨ ਕੁੜੀ ਜਿਹਦਾ ਨਾਂ ਸ਼ਾਇਦ ਨੂਰੀ ਸੀ, ਕਿਉਂ ਜੋ ਇਸੇ ਨਾਂ ਨਾਲ ਇੱਕ ਬੱਚੇ ਨੇ ਉਹਨੂੰ ਆਵਾਜ਼ ਮਾਰੀ ਸੀ, ਦੌੜ ਰਹੀ ਸੀ। ਮੈਂ ਹੱਫ ਗਿਆ, ਪਿੱਛੇ ਪਰਤ ਕੇ ਵੇਖਿਆ ਉਹ ਵੀ ਹੱਫੀ ਪਈ ਸੀ। ਮੈਂ ਰੁਕ ਗਿਆ। ਲੈ ਤੂੰ ਮੈਨੂੰ ਫੜ ਲੈ, ਪਰ ਤੂੰ ਮੈਨੂੰ ਕਾਂ ਜਾਂ ਬਿੱਲੀ ਨਾ ਬਣਾਈ, ਤੋਤਾ ਬੇਸ਼ੱਕ ਬਣਾ ਦੇ। ਮੈਨੂੰ ਇਉਂ ਲੱਗ ਰਿਹਾ ਸੀ ਹੁਣੇ ਮੇਰੀ ਜੂਨ ਬਦਲਣ ਵਾਲੀ ਹੈ। ਮਨੁੱਖੀ ਜੂਨ ਨਾਲੋਂ ਟੁੱਟ ਕੇ ਮੈਂ ਇੱਕ ਨਵੀਂ ਜੂਨ ਭੋਗਣ ਲਈ ਆਪਣੇ ਮਨ ਨੂੰ ਤਿਆਰ ਕਰ ਰਿਹਾ ਸੀ। ਨੂਰੀ ਨੇ ਮੈਨੂੰ ਬਾਂਹ ਫੜ ਲਿਆ ਤੇ ਮੇਰੀਆਂ ਅੱਖਾਂ 'ਚ ਅੱਖਾਂ ਕੱਢ ਕੇ ਕਹਿਣ ਲੱਗੀ, ਵੇ ਸਾਡੀ ਮਿੱਟੀ ਦੇ ਖਿਡੌਣੇ ਕੱਲ ਤੂੰ ਤੋੜੇ ਸਨ। ਨਹੀਂ, ਮੈਂ ਕਿਉਂ ਤੋੜਨੇ ਸੀ? ਫਿਰ ਤੂੰ ਡਰ ਕੇ ਦੌੜਿਆ ਕਿਉਂ ਹੈ? ਅਸੀਂ ਤਾਂ ਉਹਨਾਂ ਮੁੰਡਿਆਂ ਨੂੰ ਫੜ ਰਹੇ ਹਾਂ ਜਿਹੜੇ ਕੱਲ ਸਾਡੇ ਖਿਡੌਣੇ ਪੈਰਾਂ ਹੇਠ ਮਧੋਲ ਕੇ ਨੱਠ ਗਏ ਸੀ। ਨੂਰੀ ਨੇ ਮੇਰੀ ਬਾਂਹ ਛੱਡ ਦਿੱਤੀ, ਪਰ ਮੈਂ ਖੜਾ ਰਿਹਾ। ਰਤਾ ਕੁ ਠਹਿਰ, ਮੈਂ ਹੁਣੇ ਆਈ, ਕਹਿ ਕੇ ਨੂਰੀ ਦੌੜਦੀ ਹੋਈ ਆਪਣੀ ਝੁੱਗੀ ਵੱਲ ਗਈ। ਮੈਂ ਉਹਨੂੰ ਦੌੜਦੀ ਨਹੀਂ ਉੱਡਦੀ ਵੇਖ ਰਿਹਾ ਸੀ, ਜਿਵੇਂ ਉਹਦੇ ਜਿਸਮ 'ਚੋਂ ਖੰਭ ਉਗਾਏ ਹੋਣ। ਮੇਰੇ ਤਸੱਵਰ 'ਚ ਲੋਕ ਕਹਾਣੀਆਂ ਦੀ ਕੋਈ ਪਰੀ ਘੁੰਮਣ ਲੱਗੀ। ਥੋੜ੍ਹੀ ਦੇਰ ਬਾਅਦ ਨੂਰੀ ਹਫੀ ਹੋਈ ਮੇਰੇ ਕੋਲ ਆ ਕੇ ਖੜੀ ਹੋਈ ਤੇ ਮੈਨੂੰ ਕਹਿਣ ਲੱਗੀ, ਤੈਨੂੰ ਤੋਤਾ ਚੰਗਾ ਲੱਗਦਾ ਹੈ ਨਾ? ਹਾਂ, ਮੈਂ ਮੁਸਕਰਾ ਕੇ ਕਿਹਾ। ਫਿਰ ਉਹਨੇ ਆਪਣੀ ਕੁੜਤੀ ਹੇਠ ਛੁਪਾਇਆ ਇੱਕ ਤੋਤਾ ਮੇਰੇ ਹੱਥਾਂ 'ਚ ਦੇ ਦਿੱਤਾ। ਵੇ ਐ ਲੈ ਤੋਤਾ, ਤੇ ਮੇਰੇ ਦਿਲ 'ਚੋਂ ਖਾਨਾ ਬਦੋਸ਼ਾਂ ਦਾ ਸਾਰਾ ਭੈ ਮੁੱਕ ਗਿਆ। ਤੂੰ ਤੋਤਾ ਬਣਾ ਲੈਂਦੀ ਹੈ? ਨਹੀਂ, ਮੇਰੀ ਮਾਂ ਬਣਾਉਂਦੀ ਏ। ਬੱਚਿਆਂ ਉੱਤੇ ਮੰਤਰ ਫੂਕ ਕੇ? ਨਹੀਂ, ਮਿੱਟੀ ਜਾਂ ਲੀਰਾਂ ਦਾ। ਤੇ ਅਸੀਂ ਦੋਵੇਂ ਖਿੜਖੜਾ ਕੇ ਹੱਸ ਪਏ। ਉਸ ਤੋਂ ਬਾਅਦ ਮੈਂ ਕਈ ਵਾਰ ਉੱਧਰੋਂ ਦੀ ਲੰਘਿਆ, ਪਰ ਨੂਰੀ ਮੈਨੂੰ ਕਦੀ ਵਿਖਾਈ ਨਾ ਦਿੱਤੀ। ਨੂਰੀ ਮੇਰੇ ਜ਼ਹਿਨ 'ਚ ਇੱਕ ਤਸਵੀਰ ਬਣ ਕੇ ਇਉਂ ਉੱਕਰ ਗਈ ਕਿ ਜ਼ਿੰਦਗੀ 'ਚ ਹਰ ਕੁੜੀ ਜੋ ਮੈਨੂੰ ਰਤਾ ਵੀ ਚੰਗੀ ਲੱਗੀ, ਉਸ 'ਚੋਂ ਮੈਨੂੰ ਉਸੇ ਨੂਰੀ ਦੇ ਝਾਵਲੇ ਪਾਏ। ਅੱਜ ਵੀ ਨੂਰੀ ਦੀ ਸ਼ਕਲ ਇੰਨ ਬਿੰਨ ਮੇਰੀਆਂ ਅੱਖਾਂ ਸਾਹਮਣੇ ਹੈ। ਖਾਨਾ ਬਦੋਸ਼ਾਂ ਦੀ ਇੱਕ ਟੋਲੀ ਉੱਥੋਂ ਕਿਧਰੇ ਅੱਗੇ ਤੁਰ ਗਈ ਸੀ। ਸ਼ਾਇਦ ਨੂਰੀ ਵੀ ਆਪਣੇ ਮਾਪਿਆਂ ਨਾਲ ਉਸੇ ਟੋਲੀ 'ਚ ਅੱਗੇ ਚਲੀ ਗਈ ਸੀ। ਪਰ ਇਹ ਕੁਝ ਛਿਣ ਸਨ ਜੋ ਮੇਰੀ ਉਮਰ ਉੱਤੇ ਸਿਮਰਤੀ ਬਣ ਕੇ ਫੈਲ ਗਏ। ਮੈਂ ਨੂਰੀ ਨੂੰ ਮੁੜ ਵੇਖਣ ਦੀ ਰੀਝ ਨਾਲ ਕਈ ਵਾਰ ਸਕੂਲੋਂ ਆਉਂਦਾ ਹੋਇਆ ਟੱਪਰੀਆਂ ਕੋਲੋਂ ਦੀ ਲੰਘਦਾ। ਇੱਕ ਵਾਰ ਬੰਨੀ ਦੇ ਕੋਲ ਕਾਫੀ ਸਾਰੀ ਭੀੜ ਜੁੜੀ ਹੋਈ ਸੀ। ਪਤਾ ਨਹੀਂ ਕੀ ਗੱਲ ਸੀ, ਰੌਲਾ ਕਾਫੀ ਸੀ। ਸ਼ਾਇਦ ਖਾਨਾ ਬਦੋਸ਼ਾਂ ਦੀ ਕੋਈ ਪੰਚਾਇਤ ਜੁੜੀ ਬੈਠੀ ਸੀ ਤੇ ਪੰਚਾਂ ਨੇ ਕੁਝ ਝਗੜੇ ਨਿਬੇੜੇ ਸੀ। ਕੁਝ ਕੁ ਮਾਮਲਿਆਂ 'ਚ ਸੱਚ ਝੂਠ ਦਾ ਨਿਪਟਾਰਾ ਨਹੀਂ ਸੀ ਹੋ ਸਕਿਆ, ਇਸ ਲਈ ਫੈਸਲਾ ਖਵਾਜਾ ਖਿਜਰ ਉੱਤੇ ਛੱਡ ਦਿੱਤਾ ਗਿਆ। ਬੰਨੀ ਉੱਤੇ ਖਲ ਕੇ ਦੋ ਮੁਟਿਆਰ ਕੁੜੀਆਂ ਖਵਾਜਾ ਖਿਜਰ ਨੂੰ ਧਿਆ ਰਹੀਆਂ ਸਨ। ਖਵਾਜਾ ਖਿਜਰ ਮੁਸਲਮਾਨਾਂ ਦੇ 5 ਪੀਰਾਂ 'ਚੋਂ ਇੱਕ ਹੈ ਤੇ ਮੁਸਲਮਾਨ ਇਸੇ ਪੀਰ ਦਾ ਪਾਣੀ ਉੱਤੇ ਅਧਿਕਾਰ ਮੰਨਦੇ ਹਨ। ਕਹਿੰਦੇ ਨੇ ਖਵਾਜਾ ਖਿਜਰ ਨੂੰ ਆਬੇ ਹਯਾਤ ਦਾ ਚਸ਼ਮਾ ਲੱਭ ਪਿਆ ਤੇ ਉਹ ਇਸ ਵਿੱਚੋਂ ਅੰਮ੍ਰਿਤ ਦੇ 2 ਘੁੱਟ ਪੀ ਕੇ ਅਮਰ ਹੋ ਗਿਆ। ਇੱਕ ਰਵਾਇਤ ਇਹ ਵੀ ਹੈ ਕਿ ਖਿਜਰ ਮਹਾਨ ਸਿਕੰਦਰ ਦਾ ਰਸੋਈਆ ਸੀ। ਸਿਕੰਦਰ ਨੇ ਆਪਣਾ ਖੁੰਮਾ ਕਿਸੇ ਜੰਗਲ 'ਚ ਲਗਾਇਆ ਹੋਇਆ ਸੀ। ਖਿਜਰ ਮੱਛੀਆਂ ਧੋਣ ਦੇ ਵਿਚਾਰ ਨਾਲ ਪਾਣੀ ਦੀ ਭਾਲ 'ਚ ਦੂਰ ਨਿਕਲ ਗਿਆ। ਉੱਥੇ ਉਹਨੇ ਇੱਕ ਚਸ਼ਮਾ ਵੇਖਿਆ। ਜਦੋਂ ਖਿਜਰ ਨੇ ਮੱਛੀਆਂ ਨੂੰ ਧੋਣ ਲਈ ਚਸ਼ਮੇ 'ਚ ਸੁੱਟਿਆ ਤਾਂ ਸਭ ਮੱਛੀਆਂ ਜਿੰਦਾ ਹੋ ਕੇ ਪਾਣੀ 'ਚ ਭੁੜਕਣ ਲੱਗ ਪਈਆਂ। ਖਿਜਰ ਤਾੜ ਗਿਆ ਕਿ ਇਹ ਚਸ਼ਮਾ ਆਬੇ ਹਯਾਤ ਦਾ ਹੈ। ਉਹਨੇ ਉਸੇ ਵੇਲੇ ਚਸ਼ਮੇ 'ਚੋਂ 2 ਘੁੱਟ ਪੀ ਲਏ ਤੇ ਹਮੇਸ਼ਾ ਲਈ ਅਮਰ ਹੋ ਗਿਆ। ਖਿਜਰ ਨੇ ਵਾਪਸ ਜਾ ਕੇ ਸਾਰੀ ਗੱਲ ਸਿਕੰਦਰ ਨੂੰ ਦੱਸੀ। ਸਿਕੰਦਰ ਉਸੇ ਵੇਲੇ ਖਿਜਰ ਨੂੰ ਲੈ ਕੇ ਉਸ ਜਗ੍ਹਾ ਪੁੱਜਾ ਜਿੱਥੇ ਖਿਜਰ ਨੇ ਉਸ ਚਸ਼ਮੇ 'ਚ ਪਾਣੀ ਪੀਤਾ ਸੀ, ਪਰ ਉੱਥੇ ਉਹ ਚਸ਼ਮਾ ਰਹੱਸਮਈ ਢੰਗ ਨਾਲ ਗਾਇਬ ਹੋ ਗਿਆ ਸੀ। ਸੋ ਦੋਹਾਂ ਨੇ ਸਾਰਾ ਜੰਗਲ ਛਾਣ ਮਾਰਿਆ, ਪਰ ਚਸ਼ਮਾ ਕਿਧਰੇ ਨਾ ਲੱਭਿਆ। ਸਿਕੰਦਰ ਨੂੰ ਆਪਣੇ ਰਸੋਈਏ ਖਿਜਰ ਉੱਤੇ ਇੰਨਾ ਕ੍ਰੋਧ ਆਇਆ ਕਿ ਉਹਨੇ ਖਿਜਰ ਨੂੰ ਇੱਕ ਭਾਰੇ ਪੱਥਰ ਨਾਲ ਬੰਨ੍ਹ ਕੇ ਦਰਿਆ ਦੇ ਡੂੰਘੇ ਪਾਣੀ 'ਚ ਸੁੱਟ ਦਿੱਤਾ। ਇਹ ਰਸੋਈਆ ਖਵਾਜਾ ਖਿਜਰ ਦੇ ਨਾਂ ਨਾਲ ਪ੍ਰਸਿੱਧ ਹੋਇਆ ਤੇ ਉਹਦਾ ਧਰਤੀ ਦੇ ਸਾਰੇ ਜਲ ਉੱਤੇ ਅਧਿਕਾਰ ਹੋ ਗਿਆ। ਦੋਨਾਂ ਖਾਨਾ ਬਦੋਸ਼ਾਂ ਮੁਟਿਆਰਾਂ ਨੇ ਖਵਾਜਾ ਖਿਜਰ ਨੂੰ ਧਿਆ ਕੇ ਆਪੋ ਆਪਣੇ ਕਟੋਰੇ ਨੂੰ ਬੰਨੀ ਕੇ ਪਾਣੀ 'ਚ ਨੱਕੋ ਨੱਕ ਭਰ ਲਿਆ ਤੇ ਫਿਰ ਆਪੋ ਆਪਣੀ ਖੱਬੀ ਹਥੇਲੀ ਉੱਤੇ ਰੱਖ ਕੇ ਦੂਰ ਬੈਠੇ ਪੰਚਾਂ ਵੱਲ ਤੁਰ ਪਈਆਂ। ਉਹ ਦੋਵੇਂ ਮਨ 'ਚ ਖਵਾਜਾ ਖਿਜਰ ਨੂੰ ਸਿਮਰਦੀਆਂ ਪੋਲੇ ਪੋਲੇ ਇਉਂ ਤੁਰ ਰਹੀਆਂ ਸੀ ਜਿਵੇਂ ਉਹਨਾਂ ਦੇ ਹਰ ਕਦਮ ਨਾਲ ਬੱਝੀ ਤਕਦੀਰ ਛਲਕ ਨਾ ਜਾਏ। ਦੋਹਾਂ ਮੁਟਿਆਰਾਂ ਨੇ ਸਿਰ 'ਚੋਂ ਪੈਰਾਂ ਤੱਕ ਕਾਲੇ ਸਿਆਹ ਕੱਪੜੇ ਪਹਿਨ ਰੱਖੇ ਸੀ। ਉਹਨਾਂ ਦੇ ਰੰਗ ਸਾਂਵਲੇ ਸੀ, ਜਿਸ ਕਰਕੇ ਉਹ ਸਿਰ ਤੋਂ ਪੈਰਾਂ ਤੱਕ ਸਿਆਹ ਰੰਗੀਆਂ 2 ਤਸਵੀਰਾਂ ਲੱਗ ਰਹੀਆਂ ਸਨ। ਤਮਾਸ਼ਾ ਵੇਖ ਰਹੇ ਲੋਕ ਕਹਿੰਦੇ ਸਨ, ਜਿਸ ਮੁਟਿਆਰ ਦੇ ਕਟੋਰੇ 'ਚੋਂ ਜ਼ਿਆਦਾ ਪਾਣੀ ਛਲਕ ਗਿਆ ਉਹ ਝੂਠੀ ਮੰਨੀ ਜਾਏਗੀ। ਇਸੇ ਲਈ ਆਪੋ ਆਪਣੇ ਸੱਚ ਦੀ ਰਾਖੀ ਲਈ ਉਹ ਸੱਚ ਸਰੂਪ ਬਣੀਆਂ ਤੁਰਦੀਆਂ ਗਈਆਂ। ਪਰ ਸੱਚ ਦਾ ਰੂਪ ਇੰਨਾ ਕਾਲਾ ਕਿਉਂ? ਸ਼ਾਇਦ ਇਸ ਲਈ ਕਿ ਹੁਣ ਇਹਨਾਂ ਵਿੱਚੋਂ ਇੱਕ ਦਾ ਸੱਚ ਕਾਲਾ ਪੈ ਜਾਣਾ ਸੀ। ਇਸ ਲਈ ਉਹ ਦੋਵੇਂ ਪਹਿਲਾਂ ਹੀ ਕਾਲਾ ਝੂਠ ਨਾਲ ਲੈ ਕੇ ਤੁਰੀਆਂ ਸੀ।
ਉਸ ਵੇਲੇ ਇੱਕ ਮੁਟਿਆਰ ਦੇ ਪੈਰਾਂ ਹੇਠ ਕੋਈ ਗਿੱਟਾ ਆ ਗਿਆ ਤੇ ਉਹਦਾ ਕਟੋਰਾ ਮਸਾਂ ਡਿੱਗਦਾ ਡਿੱਗਦਾ ਬਚਿਆ। ਥੋੜਾ ਜਿਹਾ ਪਾਣੀ ਛਲਕ ਕੇ ਹੇਠਾਂ ਡਿੱਗ ਪਿਆ। ਸੋ ਜਦੋਂ ਦੋਵੇਂ ਮੁਟਿਆਰਾਂ ਪੰਚਾਂ ਦੇ ਕੋਲ ਪੁੱਜੀਆਂ ਤਾਂ ਦੂਜੀ ਮੁਟਿਆਰ ਜੀ ਦੇ ਕਟੋਰੇ 'ਚੋਂ ਇੱਕ ਬੂੰਦ ਵੀ ਬਾਹਰ ਨਹੀਂ ਸੀ ਛਲਕੀ। ਸੱਚੀ ਮੰਨ ਲਈ ਗਈ। ਸ਼ਾਇਦ ਸੱਚ ਭੀੜਾਂ ਵਿੱਚ ਵੀ ਅਡੋਲ ਟਿਕਿਆ ਰਹਿੰਦਾ ਹੈ। ਇਸ ਤੋਂ ਤਾਂ ਇਹ ਨਿਰਣਾ ਪ੍ਰਚਲਿਤ ਹੋਇਆ। ਪਹਿਲੀ ਮੁਟਿਆਰ ਜਿਹਦਾ ਕਟੋਰਾ ਛਲਕ ਗਿਆ ਸੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਉਹਨੇ ਆਪਣਾ ਮੂੰਹ ਕਾਲੇ ਦੁਪੱਟੇ ਨਾਲ ਕੱਜ ਲਿਆ ਤੇ ਦੌੜਦੀ ਹੋਈ ਆਪਣੀ ਝੁੱਗੀ 'ਚ ਜਾ ਚੁੱਕੀ। ਭੀੜ 'ਚ ਰੌਲਾ ਮੱਚ ਗਿਆ। ਥੋੜ੍ਹੀ ਦੇਰ ਲੰਘੀ ਤਾਂ ਦੋ ਜਵਾਨ ਖਾਨਾ ਬਦੋਸ਼ ਪੰਚਾਂ ਨਾਲ ਬੰਨੀ ਦੇ ਕੰਢੇ ਆਏ। ਉਹਨਾਂ ਦੋਹਾਂ ਵਿਚਕਾਰ ਕੋਈ ਝਗੜਾ ਸੀ ਜਿਹਦਾ ਫੈਸਲਾ ਗਵਾਹੀਆਂ ਨਾਲ ਨਹੀਂ ਸੀ ਹੋ ਸਕਿਆ ਤੇ ਹੁਣ ਜਲ ਪ੍ਰੀਖਿਆ ਦੁਆਰਾ ਹੋਣੀ ਸੀ। ਉਹਨਾਂ 'ਚੋਂ ਇੱਕ ਗੱਭਰੂ ਦਾ ਚਾਂਦੀ ਦਾ ਰੁਪਇਆ ਗੁੰਮ ਹੋ ਗਿਆ ਸੀ ਤੇ ਮੈਂ ਦੂਜੇ ਗੱਭਰੂ ਕੋਲੋਂ ਨਿਕਲਿਆ, ਪਰ ਦੂਜਾ ਗੱਭਰੂ ਕਹਿੰਦਾ ਸੀ ਕਿ ਉਹ ਰੁਪਇਆ ਤਾਂ ਉਹਦਾ ਆਪਣਾ ਹੈ। ਉਦੋਂ 1 ਰੁਪਏ ਦਾ ਬੜਾ ਮੁੱਲ ਸੀ। ਪੂਰਾ ਸੇਰ ਪੱਕਾ ਖਾਲਸ ਘਿਓ ਆਉਂਦਾ ਸੀ। ਦੋਵਾਂ ਨੇ ਆਪੋ ਆਪਣੇ ਹੱਕ 'ਚ ਗਵਾਹ ਭੁਗਤਾਏ, ਪਰ ਪੰਚ ਕਿਸੇ ਵੀ ਫੈਸਲੇ ਤੇ ਨਾ ਪੁੱਜ ਸਕੇ। ਅਖੀਰ ਖਵਾਜਾ ਖਿਜਰ ਉੱਤੇ ਗੱਲ ਛੱਡੀ ਗਈ। ਪੰਚਾਂ ਨੇ ਦੋਹਾਂ ਗੱਭਰੂਆਂ ਤੋਂ ਪੁੱਛਿਆ ਕਿ ਉਹ ਆਪਣਾ ਫੈਸਲਾ ਟੁੱਬੀ ਮਾਰਨ ਦੁਆਰਾ ਕਰਨਾ ਚਾਹੁੰਦੇ ਨੇ ਕਿ ਆਪਣੇ ਸਾਹਸ ਦੁਆਰਾ। ਜੇ ਟੁੱਬੀ ਮਾਰਨ ਦੁਆਰਾ ਫੈਸਲਾ ਹੋਣਾ ਹੋਵੇ ਤਾਂ ਦੋਵੇਂ ਧਿਰਾਂ ਆਪੋ ਆਪਣਾ ਇੱਕ ਇੱਕ ਟੁੱਬੀ ਮਾਰ ਮੁਕਰਰ ਕਰ ਦਿੰਦੀਆਂ। ਦੋਹਾਂ ਧਿਰਾਂ ਦੇ ਟੁੱਬੀ ਮਾਰ ਪਾਣੀ 'ਚ ਟੁੱਬੀ ਮਾਰਦੇ ਹਨ। ਜਿਸ ਧਿਰ ਦਾ ਟੋਭਾ ਪਾਣੀ 'ਚ ਜ਼ਿਆਦਾ ਦੇਰ ਠਹਿਰੇ ਉਹ ਧਿਰ ਸੱਚੀ, ਕਿਉਂ ਜੋ ਖਾਨਾ ਬਦੋਸ਼ਾਂ ਦਾ ਵਿਸ਼ਵਾਸ ਹੈ ਕਿ ਜਿਹੜੀ ਧਿਰ ਝੂਠੀ ਹੁੰਦੀ ਹੈ ਉਸ ਧਿਰ ਦੇ ਟੋਭੇ ਨੂੰ ਪਾਣੀ ਦੇ ਕਿਰਮ ਰਹੱਸਮਈ ਢੰਗ ਨਾਲ ਇੰਨਾ ਤੰਗ ਕਰਦੇ ਹਨ ਕਿ ਬਹੁਤੀ ਦੇਰ ਪਾਣੀ 'ਚ ਠਹਿਰ ਨਹੀਂ ਸਕਦਾ। ਪਰ ਉਹ ਦੋਵੇਂ ਗੱਭਰੂ ਟੁੱਬੀ ਮਾਰ ਨਹੀਂ ਜਾਣਦੇ ਸਨ, ਇਸ ਲਈ ਉਹ ਆਪੋ ਆਪਣੇ ਸੱਚ ਦੀ ਰੱਖਿਆ ਲਈ ਖੁਦ ਹੀ ਪਾਣੀ 'ਚ ਉਤਰਨ ਦੀ ਇੱਛਾ ਰੱਖਦੇ ਸਨ। ਮੇਰੇ ਵੇਖਦੇ ਵੇਖਦੇ ਦੋਵੇਂ ਗੱਭਰੂ ਰਤਾ ਡੂੰਘੇ ਪਾਣੀ 'ਚ ਜਾ ਖੜੇ ਹੋਏ ਤੇ ਫਿਰ ਪੰਚਾਂ ਦੇ ਆਦੇਸ਼ ਉੱਤੇ ਦੋਹਾਂ ਨੇ ਇੱਕੋ ਵੇਲੇ ਪਾਣੀ 'ਚ ਟੁੱਬੀ ਮਾਰੀ। ਦੋਵੇਂ ਇੱਕ ਦੂਜੇ ਤੋਂ ਬਹੁਤੇ ਫਾਸਲੇ ਉੱਤੇ ਨਹੀਂ ਸਨ। ਇੱਕ ਗੱਭਰੂ ਨੇ ਸਿਰਫ ਆਪਣਾ ਨੱਕ ਬਾਹਰ ਕੱਢਿਆ ਤੇ ਸਾਹ ਲੈ ਕੇ ਫਿਰ ਪਾਣੀ ਵਿੱਚ ਨੱਕ ਡੁਬੋ ਲਿਆ। ਨੱਕ ਦੀ ਤੁਰੀ ਬਾਹਰ ਨਿਕਲੀ। ਪੰਚਾਂ ਨੇ ਵੇਖ ਲਈ। ਕਿਸੇ ਕਿਹਾ ਨੱਕ ਸੀ, ਕਿਸੇ ਕਿਹਾ ਇਹ ਡੱਡੂ ਸੀ, ਕਿਸੇ ਕਿਹਾ ਨੱਕ ਫੱਤੇ ਦਾ ਸੀ, ਉਹਨੇ ਉਸ ਥਾਂ ਚੁੱਭੀ ਮਾਰੀ ਸੀ। ਦੂਜੇ ਕਹਿਣ ਲੱਗੇ ਅੱਲਾ ਦਾਦੇ ਦਾ ਸੀ। ਪਹਿਲਾਂ ਇੱਕ ਗੱਭਰੂ ਬਾਹਰ ਨਿਕਲਿਆ, ਫਿਰ ਦੂਜਾ। ਦੋਹਾਂ ਨੇ ਪੰਚਾਂ ਸਾਹਮਣੇ ਕਸਮਾਂ ਚੁੱਕੀਆਂ ਕਿ ਉਹਨਾਂ ਨੇ ਨੱਕ ਬਾਹਰ ਕੱਢ ਕੇ ਸਾਹ ਨਹੀਂ ਸੀ ਲਿਆ। ਬਸ ਰੌਲਾ ਪੈ ਗਿਆ ਤੇ ਪੰਚ ਵੀ ਦੁਬਦਾ 'ਚ ਫਸ ਗਏ। ਉਸੇ ਰੌਲੇ 'ਚ ਮੈਂ ਘਰ ਵੱਲ ਪਰਤ ਪਿਆ। ਇਸ ਤਰ੍ਹਾਂ ਹਰ ਰੋਜ਼ ਜਦੋਂ ਮੈਂ ਖਾਨਾ ਬਦੋਸ਼ਾਂ ਦੀਆਂ ਸਿਰਕੀਆਂ ਕੋਲੋਂ ਦੀ ਲੰਘਦਾ, ਉਹਨਾਂ ਦੀ ਜ਼ਿੰਦਗੀ ਦੀ ਕਿਤਾਬ ਦਾ ਇੱਕ ਵੱਖਰਾ ਪੰਨਾ ਪੜ੍ਹਨ ਨੂੰ ਮਿਲਦਾ। ਉਦੋਂ ਤੋਂ ਖਾਨਾ ਬਦੋਸ਼ ਮੈਨੂੰ ਚੰਗੇ ਲੱਗਣ ਲੱਗ ਪਏ। ਧੰਨਵਾਦ। ਬਲਵੰਤ ਗਾਰਗੀ ਦਾ ਲੇਖ ਹੈ ਸਾਦਤ ਹਸਨ ਮੰਟੋ। ਮੰਟੋ ਦਾ ਨਾਮ ਮੈਂ ਪਹਿਲੀ ਵਾਰ 1944 'ਚ ਸੁਣਿਆ। ਮੈਂ ਨੌਕਰੀ ਦੀ ਤਲਾਸ਼ 'ਚ ਦਿੱਲੀ ਆਇਆ। ਜੰਗ ਲੱਗਣ ਦੇ ਕਾਰਨ ਹਰ BA MA ਨੂੰ ਭਰਤੀ ਕੀਤਾ ਜਾ ਰਿਹਾ ਸੀ। ਮੈਂ ਆਲ ਇੰਡੀਆ ਰੇਡੀਓ ਦੇ ਜੰਗ ਦੀਆਂ ਖਬਰਾਂ ਬ੍ਰਾਡਕਾਸਟ ਕਰਨ ਵਾਲੇ ਸੈਕਸ਼ਨ 'ਚ 200 ਰੁਪਏ ਮਹੀਨੇ 'ਤੇ ਨੌਕਰ ਹੋ ਗਿਆ। ਅਸੀਂ 6 ਜਣੇ ਇੱਕ ਵੱਡੇ ਕਮਰੇ 'ਚ ਇੱਕ ਵੱਡੀ ਮੇਜ਼ ਦੁਆਲੇ ਬੈਠਦੇ। ਸਾਰੇ ਦਿਨ 'ਚ ਅੱਧਾ ਘੰਟਾ ਖਬਰਾਂ ਤਰਜਮਾ ਕਰਨ 'ਚ ਤੇ 10 ਮਿੰਟ ਬ੍ਰਾਡਕਾਸਟ ਕਰਨ 'ਚ ਲੱਗਦੇ। ਬਾਕੀ ਸਾਰਾ ਵਕਤ ਖਾਲੀ। ਪਰ ਸਾਡੇ ਲਈ ਫੌਜੀ ਹੁਕਮ ਸੀ ਕਿ ਅਸੀਂ ਬਾਹਰ ਨਾ ਨਿਕਲੀਏ। ਅਕਸਰ ਅਸੀਂ ਦਰਵਾਜ਼ਾ ਬੰਦ ਕਰਕੇ ਲਤੀਫੇ ਸੁਣਾਉਂਦੇ। ਹਰੀ ਚੰਦ ਚੱਡਾ ਮਾਂ ਭੈਣ ਦੀਆਂ ਗਾਲਾਂ ਕੱਢਦਾ ਹੋਇਆ ਸਿਆਸੀ ਤੇ ਅਦਬੀ ਮਹਿਫਲਾਂ ਦੇ ਦਿਲਚਸਪ ਵਾਕੇ ਸੁਣਾਉਂਦਾ। ਰੰਡੀਆਂ ਤੇ ਫੌਜੀ ਕੁੜੀਆਂ ਦੀਆਂ ਨੰਗੀਆਂ ਕਹਾਣੀਆਂ ਬਿਆਨ ਕਰਦਾ। ਕਦੇ ਕਦੇ ਉਹ ਮੇਜ਼ ਉੱਤੇ ਖੜਾ ਹੋ ਕੇ ਨੱਚਣ ਲੱਗਦਾ ਤੇ ਅਸੀਂ ਸਾਰੇ ਤਾਲ ਦਿੰਦੇ। ਪਰ ਇਸ ਖਰਮਸਤੀ ਦਾ ਰੰਗ ਸਾਹਿਤਿਕ ਸੀ। ਉਰਦੂ ਅਫਸਾਨਿਆਂ ਦਾ ਜ਼ਿਕਰ ਹੁੰਦਾ ਤਾਂ ਚੱਡਾ, ਜਿਹਦੇ ਮੂੰਹੋਂ ਗਾਲ ਸੱਜਦੀ ਸੀ, ਆਖਦਾ, ਤੁਹਾਡੇ ਬਾਪ ਮੰਟੋ ਨੇ ਸਾਰੇ ਅਦੀਬਾਂ ਨੂੰ। ਤੇ ਸਰਦੀ ਦੇ ਦਿਨ ਸਨ। ਬਾਹਰ ਬੂੰਦਾਬਾਂਦੀ ਹੋ ਰਹੀ ਸੀ। ਦਿਲਾਂ 'ਚ ਅਜੀਬ ਵੈਰਾਨੀ ਤੇ ਉਦਾਸੀ। ਚੱਡਾ ਛੁੱਟੀ ਲੈ ਕੇ ਸ਼ਰਾਬ ਪੀਣ ਚਲਾ ਗਿਆ। ਅਸੀਂ ਹੋਰ ਵੀ ਬੁਝੇ ਇਕੱਲੇ ਇਕੱਲੇ ਮਹਿਸੂਸ ਕਰਨ ਲੱਗੇ। ਕਿਸੇ ਕੰਮ 'ਚ ਜੀ ਨਹੀਂ ਸੀ ਲੱਗਦਾ। ਜਾਂਦੇ ਹੋਏ ਚੱਡਾ ਅਦਬੇ ਲਤੀਫ ਦਾ ਅਫਸਾਨਾ ਨੰਬਰ ਛੱਡ ਗਿਆ। ਮੈਂ ਵਰਕੇ ਉਲਟਾਉਣ ਲੱਗਾ। ਇਸ ਵਿੱਚ ਕ੍ਰਿਸ਼ਨ ਚੰਦਰ ਦੀ ਮਸ਼ਹੂਰ ਕਹਾਣੀ ਅੰਨਦਾਤਾ ਸੀ, ਜਿਸ ਵਿੱਚ ਬੰਗਾਲ ਦੇ ਮਹਾਂਕਾਲ ਦਾ ਬਿਆਨ ਸੀ। ਬਹੁਤ ਲੰਬੀ। ਮੈਂ 10-12 ਸਫ਼ੇ ਪੜ੍ਹੇ ਤੇ ਛੱਡ ਦਿੱਤੇ। ਦੂਜੇ ਅਦੀਬਾਂ ਦੀਆਂ ਕਹਾਣੀਆਂ ਉੱਤੇ ਝਾਤ ਮਾਰੀ, ਪਰ ਕੋਈ ਅਦਬੀ ਸ਼ੋਲਾ ਨਾ ਫੜਕਿਆ। ਅਚਾਨਕ ਮੇਰੀ ਨਜ਼ਰ ਸਾਦਤ ਹਸਨ ਮੰਟੋ ਦੇ ਨਾਂ 'ਤੇ ਪਈ। ਬਹੁਤ ਅਜੀਬ ਨਾਂ ਸੀ। ਮੰਟੋ, ਜਿਵੇਂ ਲਾਰਡ ਮਿੰਟੋ ਜਾਂ ਪਿੰਟੋ ਜਾਂ ਵਿਮਟੋ।
ਬਹੁਤ ਨਕਲੀ ਤੇ ਹਾਸੋਹੀਣਾ ਨਾਂ। ਫਿਰ ਕਹਾਣੀ ਦਾ ਨਾਮ ਪੜ੍ਹਿਆ ਬੂ। ਕਹਾਣੀ ਪੜ੍ਹਨ ਲੱਗਾ ਤਾਂ ਇੱਕ ਰੌਂ 'ਚ ਸਾਰੀ ਕਹਾਣੀ ਪੜ੍ਹ ਗਿਆ। ਹਰ ਫਿਕਰਾ ਹਸੀਨ। ਕਹਾਣੀ ਦੇ ਪਾਤਰਾਂ ਦੇ ਮਾਨਸਿਕ ਤੇ ਸਰੀਰਕ ਰਿਸ਼ਤੇ ਬਹੁਤ ਸਪਸ਼ਟ ਤੇ ਜਾਦੂ ਭਰੇ ਸੀ। ਮੈਨੂੰ ਹੁਣ ਤੱਕ ਉਸ ਕਹਾਣੀ ਦੇ ਫਿਕਰੇ, ਤਸ਼ਬੀਹਾਂ ਤੇ ਸਾਹਾਂ ਦਾ ਬਿਆਨ ਯਾਦ ਹੈ। ਇਹਦਾ ਇੰਨਾ ਡੂੰਘਾ ਅਸਰ ਪਿਆ ਕਿ ਮੈਨੂੰ ਪਤਾ ਹੀ ਨਾ ਚੱਲਿਆ ਕਿ 5 ਵੱਜ ਗਏ ਤੇ ਮੇਰੇ ਸਾਥੀ ਘਰ ਜਾਣ ਲਈ ਉੱਠ ਖੜੇ ਹੋਏ। ਕਹਾਣੀ 'ਚ ਜਿਸਮਾਨੀ ਖੇੜਾ ਸੀ, ਇੱਕ ਚਮਕ ਸੀ, ਮਾਨਸਿਕ ਤਜਰਬਾ ਤੇ ਲੱਜਤ ਸੀ। ਛੋਟੇ ਛੋਟੇ ਫਿਕਰਿਆਂ 'ਚ ਸਾਦਗੀ ਜੋ ਇੱਕ ਪੁਖਤਾ ਮੰਝੇ ਹੋਏ ਕਲਾਕਾਰ 'ਚ ਹੁੰਦੀ ਹੈ। ਇਸ ਕਹਾਣੀ ਦਾ ਹੀਰੋ ਰਣਧੀਰ ਹੈ, ਜਿਹਨੇ ਇੱਕ ਘਾਟਣ ਕੁੜੀ ਨਾਲ ਰਾਤ ਗੁਜ਼ਾਰੀ। ਰਣਧੀਰ ਆਪਣੇ ਕਮਰੇ ਦੀ ਖਿੜਕੀ 'ਚ ਬੈਠਾ ਬੋਰ ਹੋ ਰਿਹਾ ਸੀ ਕਿ ਉਹਨੂੰ ਰੱਸੀਆਂ ਦੇ ਕਾਰਖਾਨੇ 'ਚ ਕੰਮ ਕਰਨ ਵਾਲੀ ਘਾਟਣ ਨਜ਼ਰ ਆਈ, ਜੋ ਬਾਰਿਸ਼ ਤੋਂ ਬਚਣ ਲਈ ਇਮਲੀ ਦੇ ਦਰਖਤ ਹੇਠਾਂ ਖੜੀ ਸੀ। ਰਣਧੀਰ ਨੇ ਗਲਾ ਸਾਫ਼ ਕਰਨ ਦੇ ਬਹਾਨੇ ਖੰਘੂਰੇ ਮਾਰ ਕੇ ਉਹਦਾ ਧਿਆਨ ਆਪਣੇ ਵੱਲ ਖਿੱਚ ਲਿਆ ਤੇ ਇਸ਼ਾਰੇ ਨਾਲ ਉਹਨੂੰ ਉੱਪਰ ਬੁਲਾ ਲਿਆ। ਦੋਹਾਂ ਨੇ ਕੋਈ ਖਾਸ ਗੱਲਬਾਤ ਨਹੀਂ ਕੀਤੀ। ਜਿਸਮ 'ਚ ਤੜਪਦੀ ਰੌਂ ਹੀ ਉਹਨਾਂ ਦੀ ਜ਼ਬਾਨ ਬਣ ਗਈ। ਰਣਧੀਰ ਨੇ ਉਹਦੇ ਮੀਂਹ 'ਚ ਭਿੱਜੇ ਹੋਏ ਕੱਪੜੇ ਵੇਖ ਕੇ ਉਹਨੂੰ ਨਵੀਂ ਧੋਤੀ ਦੇ ਦਿੱਤੀ। ਕੁੜੀ ਨੇ ਗਿੱਲਾ ਕਾਸ਼ਠਾ ਖੋਲ੍ਹ ਕੇ ਇੱਕ ਪਾਸੇ ਰੱਖ ਦਿੱਤਾ, ਧੋਤੀ ਲਪੇਟ ਲਈ। ਇਸ ਪਿੱਛੋਂ ਚੋਲੀ ਦੀਆਂ ਤਣੀਆਂ ਖੋਲ੍ਹਣ ਲੱਗੀ। ਮੀਂਹ ਨਾਲ ਭਿੱਜੀਆਂ ਤਣੀਆਂ ਦੀ ਗੰਢ ਹੋਰ ਪੀਡੀ ਹੋ ਗਈ। ਉਹਨੇ ਸਿਰਫ ਇਹੋ ਕਿਹਾ, ਖੁੱਲ੍ਹਦੀ ਨਹੀਂ। ਰਣਧੀਰ ਦੇ ਮਜ਼ਬੂਤ ਹੱਥਾਂ ਨੇ ਤਣੀਆਂ ਨੂੰ ਝਟਕਾ ਦਿੱਤਾ। ਚੋਲੀ ਖੁੱਲ੍ਹ ਗਈ ਉਹਦੇ ਹੱਥਾਂ 'ਚ। ਮੰਟੋ ਇਸ ਘਾਟਣ ਦੇ ਜਿਸਮ ਦੀ ਸਾਂਵਲੀ ਚਮਕ ਨੂੰ ਬਿਆਨ ਕਰਦਾ ਹੈ, ਜਿਵੇਂ ਕਿਸੇ ਘੁਮਿਆਰ ਨੇ ਚੱਕੀ ਤੋਂ ਕੱਚੀ ਮਿੱਟੀ ਦੇ ਪਿਆਲੇ ਲਾਏ ਹੋਣ, ਜਿਵੇਂ ਗੰਧਲੇ ਤਲਾਅ 'ਚ 2 ਦੀਵੇ ਜਲ ਉੱਠੇ ਹੋਣ। ਰਣਧੀਰ ਘਾਟਣ ਦੇ ਜਿਸਮ ਦੀ ਬੂ ਨੂੰ ਸਾਰੀ ਰਾਤ ਪੀਂਦਾ ਰਿਹਾ। ਇਹ ਬੂ ਉਹਦੇ ਜਿਸਮ 'ਚ ਦੀ ਹੁੰਦੀ ਹੋਈ ਦਿਮਾਗ ਦੇ ਹਰ ਖੂੰਜੇ 'ਚ ਰਚ ਗਈ। ਫਿਰ ਜਦੋਂ ਉਹ ਸ਼ਾਦੀ ਕਰਦਾ ਹੈ ਤਾਂ ਉਹਨੂੰ ਸੁਹਾਗ ਰਾਤ ਮਨਾਉਣ ਲੱਗਿਆ ਆਪਣੀ ਦੁਲਹਨ ਦਾ ਹੁਸਨ ਫਿੱਕਾ ਤੇ ਬੇਰਸ ਲੱਗਦਾ ਹੈ, ਜਿਵੇਂ ਫਿੱਟੇ ਦੁੱਧ 'ਚ ਫੁੱਟੀਆਂ ਤਰ ਰਹੀਆਂ ਹੋਣ। ਉਹਦੇ ਸੁਰਖ ਰੇਸ਼ਮੀ, ਉਹਦੇ ਨਰਮ ਸਫੈਦ ਜਿਸਮ ਉੱਤੇ ਚੀਗਾਂ ਪਾਤੀਆਂ ਰੇਸ਼ਮੀ ਧੱਬੇ। ਉਹ ਘਾਟਣ ਨਾਲ ਗੁਜ਼ਾਰਿਆ ਸਮਾਂ ਜਿਸਮ ਦੀ ਸਿਹਤਮੰਦ ਬੂ ਨੂੰ ਨਹੀਂ ਭੁੱਲ ਸਕਦਾ। ਕਹਾਣੀ ਪੜ੍ਹਨ ਪਿੱਛੋਂ ਮੈਂ ਪਹਿਲੀ ਵਾਰ ਨਵੇਂ ਉਰਦੂ ਸਾਹਿਤ ਬਾਰੇ ਨਵੇਂ ਢੰਗ ਨਾਲ ਸੋਚਿਆ। ਇਹ ਤੋਂ ਪਹਿਲਾਂ ਮੈਂ ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੜ੍ਹੀਆਂ ਸੀ, ਜਿਨ੍ਹਾਂ ਦਾ ਪਿਛੋਕੜ ਕਸ਼ਮੀਰ ਸੀ ਤੇ ਜਿਨ੍ਹਾਂ 'ਚ ਪਿਆਰ ਤੇ ਗਰੀਬੀ ਦੀ ਤੜਪ ਸੀ। ਦੂਸਰੇ ਅਦੀਬਾਂ ਦੇ ਅਫਸਾਨੇ ਪੜ੍ਹਨ ਦਾ ਵੀ ਮੌਕਾ ਮਿਲਿਆ ਸੀ, ਪਰ ਸਭ ਨੂੰ ਪੜ੍ਹ ਕੇ ਮੈਨੂੰ ਇਹ ਲੱਗਿਆ, ਇਹੋ ਜਿਹੀ ਕਹਾਣੀ ਤਾਂ ਮੈਂ ਲਿਖ ਸਕਦਾ। ਇਹ ਮੇਰਾ ਸਿਰਫ ਮਾਨਸਿਕ ਪ੍ਰਤੀਕਰਮ ਸੀ। ਸ਼ਾਇਦ ਮੈਂ ਕ੍ਰਿਸ਼ਨ ਚੰਦਰ ਜਾਂ ਰਜਿੰਦਰ ਸਿੰਘ ਬੇਦੀ ਵਰਗੀ ਕਹਾਣੀ ਨਾ ਲਿਖ ਸਕਦਾ, ਪਰ ਉਹਨਾਂ ਨੂੰ ਪੜ੍ਹਦੇ ਹੋਏ ਮੈਨੂੰ ਇਹੋ ਜਾਪਿਆ ਕਿ ਮੇਰੀ ਰਚਨਾਤਮਕ ਸ਼ਕਤੀ ਦੀ ਉਡਾਨ ਉਹਨਾਂ ਤੋਂ ਉੱਚੀ ਸੀ। ਪਰ ਜਦੋਂ ਮੰਟੋ ਨੂੰ ਪੜ੍ਹਿਆ ਤੇ ਮਹਿਸੂਸ ਹੋਇਆ ਕਿ ਮੈਂ ਇਹੋ ਜਿਹੀ ਕਹਾਣੀ ਨਹੀਂ ਲਿਖ ਸਕਦਾ। ਕਾਸ਼ ਮੈਂ ਅਜਿਹੀ ਨਿਵੇਕਲੀ ਤੇ ਉੱਚ ਕੋਟੀ ਦੀ ਕਹਾਣੀ ਲਿਖ ਸਕਦਾ ਹੁੰਦਾ। ਨਹੀਂ, ਮੈਂ ਇੰਨੀ ਮਹਾਨ ਕਹਾਣੀ ਕਦੇ ਵੀ ਨਹੀਂ ਲਿਖ ਸਕਦਾ। ਮੰਟੋ ਮੇਰੇ ਲਈ ਕਹਾਣੀ ਦਾ ਆਦਰਸ਼ ਬਣ ਗਿਆ। ਇੱਕ ਦਿਨ ਅਚਾਨਕ ਲੰਚ ਪਿੱਛੋਂ ਦਫ਼ਤਰ ਦਾ ਚਪੜਾਸੀ ਮੇਰੀ ਮੇਜ਼ ਉੱਤੇ ਇੱਕ ਲਿਫਾਫਾ ਰੱਖ ਗਿਆ। ਪਤਾ ਨਹੀਂ ਕਿਉਂ ਮੈਨੂੰ ਇਸ ਲਿਫਾਫੇ 'ਚ ਕੋਈ ਖਤਰਾ ਨਜ਼ਰ ਆਇਆ, ਕੋਈ ਸੰਗੀਨ ਹੁਕਮ, ਕੋਈ ਪਰੇਸ਼ਾਨ ਕਰਨ ਵਾਲਾ ਸੁਨੇਹਾ। ਲਿਫਾਫਾ ਖੋਲ੍ਹਣ ਤੋਂ ਪਹਿਲਾਂ ਮੈਨੂੰ ਉਸ ਵੇਲੇ ਦੀ ਮਾਨਸਿਕ ਦਸ਼ਾ ਹੁਣ ਤੀਕ ਯਾਦ ਹੈ। ਲਿਫਾਫਾ ਖੋਲ੍ਹਿਆ, ਮੈਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਮੈਂ ਲਿਫਾਫਾ ਲੈ ਕੇ ਮੇਜਰ ਬਖਸ਼ੀ ਕੋਲ ਗਿਆ। ਉਹਨੇ ਆਖਿਆ, ਅਸੀਂ ਕੋਈ ਵਜ੍ਹਾ ਦੱਸਣ ਲਈ ਤਿਆਰ ਨਹੀਂ, ਇਹ ਰਹੀ ਤੁਹਾਡੀ 1 ਮਹੀਨੇ ਦੀ ਪੇਸ਼ਗੀ ਤਨਖਾਹ। ਉਹਨੇ ਦਰਾਜ਼ 'ਚੋਂ 10-10 ਰੁਪਏ ਦੇ ਨਵੇਂ ਤੇ ਕਰਾਰੇ ਨੋਟ ਕੱਢੇ ਤੇ ਮੈਂ ਇਹਨਾਂ ਨੂੰ ਲੈ ਕੇ ਵਾਪਸ ਆ ਗਿਆ। ਮੇਰੀ ਮੁਅੱਤਲੀ ਦਾ ਪਰਵਾਨਾ ਇਸ ਲਈ ਆਇਆ ਸੀ ਕਿ ਸਰਕਾਰ ਨੇ ਆਪਣੀ ਖੁਫੀਆ ਪੁਲਿਸ ਰਾਹੀਂ ਮੇਰੀਆਂ ਪਿਛਲੀਆਂ ਸਰਗਰਮੀਆਂ ਦੀ ਛਾਣਬੀਣ ਕੀਤੀ ਸੀ। ਉਹਨਾਂ ਨੂੰ ਪਤਾ ਚੱਲਿਆ ਕਿ 1942 ਦੀ ਆਜ਼ਾਦੀ ਦੀ ਤਹਿਰੀਕ 'ਚ ਹਿੱਸਾ ਲੈਣ ਲਈ ਮੈਨੂੰ ਗ੍ਰਿਫਤਾਰ ਕੀਤਾ ਗਿਆ। ਮੁਅੱਤਲੀ ਲਈ ਇਹ ਜੁਰਮ ਕਾਫੀ ਸੀ। ਮੈਂ ਕਮਰੇ 'ਚ ਜਾ ਕੇ ਆਪਣੇ ਸਾਥੀਆਂ ਨੂੰ ਇਹ ਖਬਰ ਸੁਣਾਈ। ਹਮਦਰਦੀ ਵਜੋਂ ਹਿੰਦੀ ਦਾ ਇੱਕ ਲੇਖਕ ਰੋਣ ਲੱਗਿਆ। ਮੈਂ ਨਵੀਂ ਤਨਖਾਹ 'ਚੋਂ ਇੱਕ ਕਰਾਰਾ ਨੋਟ ਕੱਢਿਆ, ਸਭਨਾਂ ਲਈ ਚਾਹ ਤੇ ਪੇਸਟਰੀ ਦਾ ਆਰਡਰ ਕੀਤਾ। ਚੱਡਾ ਨੇ ਇਸ ਨਿੱਕੀ ਜਿਹੀ ਅਲਵਿਦਾਈ ਰਸਮ ਦੀ ਪ੍ਰਧਾਨਗੀ ਕੀਤੀ ਤੇ ਆਪਣੇ ਖਾਸ ਅੰਦਾਜ਼ 'ਚ ਬੋਲਿਆ, ਓਏ ਉੱਲੂ ਦੇ ਪੱਠਿਓ, ਤੁਸੀਂ ਸਾਰੇ ਇੱਥੇ ਸਰਕਾਰ ਦੀ ਗੁਲਾਮੀ ਕਰਦੇ ਰਹੋਗੇ। ਇਹ ਪੰਛੀ ਆਜ਼ਾਦ ਹੋ ਗਿਆ। ਜਾਣ ਲੱਗੇ ਉਹਨੇ ਮੈਨੂੰ ਮੰਟੋ ਦੀਆਂ ਕਹਾਣੀਆਂ ਦੀ ਕਿਤਾਬ ਦਿੱਤੀ। ਉਹ ਖੁਦ ਮੰਟੋ ਨਾਲ ਦਿੱਲੀ ਦੇ ਰੇਡੀਓ ਸਟੇਸ਼ਨ ਉੱਤੇ ਕੰਮ ਕਰ ਚੁੱਕਿਆ ਸੀ ਤੇ ਅਕਸਰ ਮੰਟੋ ਦੀਆਂ ਗੱਲਾਂ ਸੁਣਾਉਂਦਾ। ਉਹ ਆਖਦਾ, ਮੰਟੋ ਸਭ ਦਾ ਬਾਪ ਸੀ। ਇੱਥੇ ਆਲ ਇੰਡੀਆ ਰੇਡੀਓ ਵਿੱਚ 2 ਸਾਲ ਨੌਕਰੀ ਕਰਕੇ ਮੁੰਬਈ ਚਲਾ ਗਿਆ ਤੇ ਪਿੱਛੇ 100 ਡਰਾਮੇ ਤੇ ਫੀਚਰ ਛੱਡ ਗਿਆ। ਇਹ ਉਪਿੰਦਰ ਨਾਥ ਅਸ਼ਕ ਸਾਰੀ ਉਮਰ ਉਸ ਨਾਲ ਦੋਸਤੀ ਪਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਉਹਨੇ ਨੇੜੇ ਨਾ ਆਉਣ ਦਿੱਤਾ। ਮੰਟੋ ਦੀ ਅਦਬੀ ਦੋਸਤੀ ਦਾ ਘੇਰਾ ਸ਼ਾਹਾਨਾ ਸੀ।
ਇਸ਼ਟ ਕ੍ਰਿਸ਼ਨ ਚੰਦਰ, ਇਸਮਤ ਚੁਗਤਾਈ, ਰਜਿੰਦਰ ਸਿੰਘ ਬੇਦੀ ਤੇ ਅਹਿਮਦ ਨਦੀਮ ਕਾਸਮੀ ਸ਼ਾਮਲ ਸਨ। ਪਰ ਉਪੇਂਦਰ ਨਾਥ ਅਸ਼ਕ ਕਦੇ ਇਸ ਹਲਕੇ 'ਚ ਸ਼ਾਮਲ ਨਾ ਹੋ ਸਕਿਆ। ਉਹ ਬਾਹਰਲੇ ਕੰਢੇ ਹੀ ਰਿਹਾ। ਰੇਡੀਓ 'ਚ ਇੱਕ ਜਗ੍ਹਾ ਕੰਮ ਕਰਦੇ ਹੋਏ ਉਹ ਮੰਟੋ ਦੀਆਂ ਉੱਤਮ ਸਾਹਿਤਿਕ ਕਦਰਾਂ ਨੂੰ ਨਾ ਛੂਹ ਸਕਿਆ। ਮੰਟੋ ਹਿੰਦੁਸਤਾਨੀ ਸਾਹਿਤ ਦਾ ਉੱਚਾ ਮਨਾਰ ਸੀ। ਮੈਨੂੰ ਉਸ ਵੇਲੇ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਮੰਟੋ ਇੱਕ ਅਨੋਖਾ ਸਾਹਿਤਿਕ ਚਮਤਕਾਰ ਹੈ। ਮੈਂ ਜਾਣਦਾ ਸੀ ਕੁਝ ਸਾਲਾਂ ਪਿੱਛੋਂ ਲੋਕ ਪੁੱਛਣਗੇ ਕਿ ਮੰਟੋ ਕਿਸ ਕੈਫੇ 'ਚ ਬੈਠਦਾ ਸੀ, ਕਿੱਥੇ ਰਹਿੰਦਾ ਸੀ, ਕਿਸ ਕਿਸਮ ਦਾ ਪੈਨ ਇਸਤੇਮਾਲ ਕਰਦਾ ਸੀ, ਰੇਡੀਓ ਸਟੇਸ਼ਨ ਦੇ ਕਿਸ ਕਮਰੇ 'ਚ ਬੈਠ ਕੇ ਲਿਖਦਾ ਸੀ। ਉਹਨੇ ਦਿਨੀ ਮੈਂ ਮੰਟੋ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਮਿਲਿਆ ਤੇ ਉਸ ਬਾਰੇ ਛੋਟੀਆਂ-ਛੋਟੀਆਂ ਗੱਲਾਂ ਦਾ ਪਤਾ ਕੀਤਾ। ਰੇਡੀਓ ਸਟੇਸ਼ਨ ਦੀ ਦੂਜੀ ਮੰਜ਼ਿਲ ਦੇ ਉੱਪਰ ਸਨੋਬਰ ਖਾਨ ਦਾ ਰੈਸਟੋਰੈਂਟ ਸੀ, ਜਿੱਥੇ ਉਹ ਚਾਹ ਪੀਣ ਜਾਂਦਾ। ਮੰਟੂ ਥੈਲੇ 'ਚ ਉਰਦੂ ਦਾ ਨਿੱਕਾ ਜਿਹਾ ਟਾਈਪਰਾਈਟਰ ਲੈ ਕੇ ਰੇਡੀਓ ਸਟੇਸ਼ਨ ਆਉਂਦਾ ਤੇ ਸਿੱਧਾ ਟਾਈਪਰਾਈਟਰ ਉੱਤੇ ਹੀ ਡਰਾਮੇ ਲਿਖਦਾ। ਉਹਨੂੰ ਆਪਣੀ ਕਲਾ ਉੱਤੇ ਨਾਜ਼ ਸੀ ਤੇ ਕਈ ਵਾਰ ਉਹ ਸੁਰਤ ਲਾ ਕੇ ਡਰਾਮਾ ਲਿਖਦਾ। ਇੱਕ ਵਾਰ ਉਹਨੇ ਦੋਸਤਾਂ ਦੇ ਸਾਹਮਣੇ ਐਲਾਨ ਕੀਤਾ ਕਿ ਕੋਈ ਨਾਂ ਜਾਂ ਮਜ਼ਮੂਨ ਤਜਵੀਜ਼ ਕਰਨ, ਉਹ ਉਸ ਉੱਤੇ ਡਰਾਮਾ ਲਿਖ ਦੇਗਾ। ਸ਼ਰਤ 2 ਦਰਜਨ ਬੀਅਰ ਦੀਆਂ ਬੋਤਲਾਂ। ਇੱਕ ਦੋਸਤ ਨੇ ਕਿਹਾ ਕਬੂਤਰੀ ਲਿਖ ਉਸ ਉੱਤੇ ਡਰਾਮਾ। ਮੰਟੋ ਨੇ ਟਾਈਪਰਾਈਟਰ ਉੱਤੇ ਕਾਗਜ਼ ਚੜਾਇਆ, ਕਬੂਤਰੀ ਡਰਾਮਾ ਲਿਖਿਆ ਜੋ ਬੇਹੱਦ ਮਕਬੂਲ ਹੋਇਆ। ਇੱਕ ਵਾਰ ਉਹ ਦੋਸਤਾਂ ਨਾਲ ਡਰਾਮੇ ਬਾਰੇ ਸ਼ਰਤ ਲਾ ਰਿਹਾ ਸੀ ਕਿ ਕੋਈ ਕਮਰੇ ਅੰਦਰ ਦਾਖਲ ਹੁੰਦੇ ਬੋਲਿਆ, ਕੀ ਮੈਂ ਅੰਦਰ ਆ ਸਕਦਾ? ਦੂਜੇ ਆਦਮੀ ਨੇ ਕਿਹਾ, ਮੰਟੋ ਮਜ਼ਾ ਤਾਂ ਫੇਰ ਹੈ ਜੇ ਤੂੰ ਇਸੇ ਅਨੁਮਾਨ ਤੇ ਡਰਾਮਾ ਲਿਖੇ। ਬੀਅਰ ਦੀਆਂ ਬੋਤਲਾਂ ਦੀ ਸ਼ਰਤ ਲੱਗ ਗਈ। ਮੰਟੋ ਨੇ ਕੀ ਮੈਂ ਅੰਦਰ ਆ ਸਕਦਾ ਡਰਾਮਾ ਲਿਖ ਦਿੱਤਾ। ਇੱਕ ਵਾਰ ਕਿਸੇ ਲੇਖਕ ਨੇ ਰੇਡੀਓ ਉੱਤੇ ਆਪਣਾ ਪ੍ਰੋਗਰਾਮ ਕੈਂਸਲ ਕਰ ਦਿੱਤਾ। ਸਾਰੇ ਹਲਚਲ ਮਚ ਗਈ ਕਿ ਇਸ ਪ੍ਰੋਗਰਾਮ ਨੂੰ ਕਿਵੇਂ ਪੂਰਾ ਕੀਤਾ ਜਾਵੇ। ਮੰਟੋ ਨੂੰ ਆਖਿਆ ਗਿਆ ਕਿ ਉਹ ਕੋਈ ਫੀਚਰ ਜਾਂ ਡਰਾਮਾ ਲਿਖ ਦੇ। ਉਹ ਗੁੱਸੇ ਨਾਲ ਬੋਲਿਆ, ਮੈਂ ਨਹੀਂ ਲਿਖ ਸਕਦਾ, ਮਸ਼ੀਨ ਨੂੰ ਵੀ ਵਕਤ ਚਾਹੀਦਾ। ਉਹਦੀ ਮਿੰਨਤ ਕੀਤੀ ਗਈ। ਇੱਕ ਦੋਸਤ ਨੇ ਟਾਈਪਰਾਈਟਰ ਖੋਲ੍ਹ ਕੇ ਕਾਗਜ਼ ਚੜਾਇਆ ਤੇ ਮੰਟੋ ਨੇ ਆਖਿਆ, ਯਾਰ ਲਿਖ ਦੇ ਨਾ, ਅਸੀਂ ਬਾਹਰ ਬੈਠੇ ਇੰਤਜ਼ਾਰ ਕਰਦੇ ਹਾਂ। ਮੰਟੋ ਥੋੜ੍ਹੀ ਦੇਰ ਟਾਈਪਰਾਈਟਰ ਦੇ ਸਾਹਮਣੇ ਬੈਠਾ ਰਿਹਾ, ਕਾਗਜ਼ ਨੂੰ ਘੂਰਦਾ ਰਿਹਾ। ਫਿਰ ਉਹਨੇ ਸਿਰਲੇਖ ਜਮਾਇਆ, ਇੰਤਜ਼ਾਰ। ਇਹ ਡਰਾਮਾ ਉਹਦੇ ਬਿਹਤਰੀਨ ਡਰਾਮਿਆਂ 'ਚੋਂ ਹੈ। ਇਸ 'ਚ ਉਹਨੇ ਤਕਨੀਕੀ ਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਤਜਰਬਾ ਕੀਤਾ। ਇੱਕ ਨੌਜਵਾਨ ਆਪਣੀ ਮਹਿਬੂਬਾ ਨੂੰ ਖਤ ਲਿਖ ਰਿਹਾ ਹੈ, ਉਹ ਬੈਠਾ ਉਹਦਾ ਇੰਤਜ਼ਾਰ ਕਰ ਰਿਹਾ। ਇਹ ਨੌਜਵਾਨ 2 ਮਨੋਵਿਗਿਆਨਕ ਪੱਧਰਾਂ ਤੇ ਬੋਲਦਾ ਹੈ, ਇੱਕ ਚੇਤਨ ਤੇ ਦੂਜਾ ਉਪਚੇਤ। ਦੋਹਾਂ 'ਚ ਸਸਪੈਂਸ ਭਰੇ ਪਰਸਪਰ ਟਕਰਾਓ ਵਾਲੇ ਵਾਰਤਾਲਾਪ ਹਨ। ਉਪਚੇਤ ਵਾਲਾ ਨੌਜਵਾਨ ਚੇਤਨ ਨੌਜਵਾਨ ਨੂੰ ਟੋਕਦਾ, ਰੋਕਦਾ, ਟਿੱਪਣੀ ਕਰਦਾ, ਉਸ ਨਾਲ ਗੱਲਾਂ ਕਰਦਾ ਤੇ ਉਸਦੇ ਮਨ ਦੀਆਂ ਅੰਦਰੂਨੀ ਤਹਿਆਂ ਖੋਲ੍ਹਦਾ। ਇਸ ਕਿਸਮ ਦਾ ਨਾਟਕੀ ਅਨੁਭਵ ਤੇ ਪਾਤਰ ਦਾ ਸਵੈ ਵਿਸ਼ਲੇਸ਼ਣ ਮੰਟੋ ਦੀ ਸਾਹਿਤਿਕ ਪ੍ਰਤਿਭਾ ਦੀ ਵਿਸ਼ੇਸ਼ਤਾ ਸੀ। ਇੱਕ ਵਾਰ ਰੇਡੀਓ ਸਟੇਸ਼ਨ ਦੇ ਡਾਇਰੈਕਟਰ ਮਿਸਟਰ ਅਡਵਾਨੀ ਨੇ ਮੰਟੋ ਦੇ ਡਰਾਮੇ ਦੇ ਕਿਸੇ ਫਿਕਰੇ ਉੱਤੇ ਇਤਰਾਜ਼ ਕੀਤਾ ਤੇ ਉਹਨੂੰ ਬਦਲਣ ਲਈ ਆਖਿਆ। ਉਨੀ ਦਿਨੀ A.S. ਬੁਖਾਰੀ ਡਾਇਰੈਕਟਰ ਜਨਰਲ ਸਨ ਤੇ ਅਡਵਾਨੀ ਬਹੁਤ ਰਸੂਖ ਵਾਲਾ ਤੇ ਖਾੜਕੂ ਡਾਇਰੈਕਟਰ। ਮੰਟੋ ਨੇ ਭਰੀ ਮਜਲਿਸ 'ਚ ਆਖਿਆ, ਅਡਵਾਨੀ ਸਾਹਿਬ ਨੂੰ ਉਰਦੂ ਡਰਾਮਾ ਲਿਖਣ ਦੀ ਸਮਝ ਤਾਂ ਕਿਤੇ, ਉਰਦੂ 'ਚ ਡਰਾਮਾ ਪੜ੍ਹਨਾ ਵੀ ਨਹੀਂ ਆਉਂਦਾ ਤੇ ਇਹ ਡਰਾਮੇ 'ਚ ਗਲਤੀਆਂ ਕੱਢ ਰਹੇ ਹੈ। ਅਡਵਾਨੀ ਸਾਹਿਬ ਗੁੱਸੇ ਨਾਲ ਲਾਲ ਭਬੂਕਾ ਹੋ ਗਏ। ਉਹਨਾਂ ਨੇ ਮੰਟੋ ਦੇ ਖਿਲਾਫ ਐਕਸ਼ਨ ਲੈਣਾ ਚਾਹਿਆ। ਗੱਲ ਬੁਖਾਰੀ ਸਾਹਿਬ ਤੱਕ ਜਾ ਪਹੁੰਚੀ। ਮੰਟੋ ਨੇ ਬੁਖਾਰੀ ਨੂੰ ਕਿਹਾ, ਮੈਂ ਜੋ ਕੁਝ ਆਖਿਆ ਉਹ ਸੱਚ ਹੈ। ਜਿਹਦਾ ਨਾਂ ਹੀ ਅਡਵਾਨੀ ਹੈ, ਉਹਨੂੰ ਉਰਦੂ ਦਾ ਕੀ ਪਤਾ? ਬੁਖਾਰੀ ਸਾਹਿਬ ਹੱਸਣ ਲੱਗੇ। ਮਾਮਲਾ ਰਫਾ ਦਫਾ ਹੋ ਗਿਆ। ਮੈਂ ਦਿੱਲੀ ਤੋਂ ਲਾਹੌਰ ਵਾਪਸ ਚਲਾ ਗਿਆ। ਕੁਝ ਮਹੀਨੇ ਬੇਕਾਰ ਰਿਹਾ। 1944 'ਚ ਮੇਰਾ ਪੰਜਾਬੀ ਦਾ ਪੂਰਾ ਨਾਟਕ ਲੋਹਾ ਕੁੱਟ ਛਪਿਆ ਤੇ ਲਾਹੌਰ ਰੇਡੀਓ ਸਟੇਸ਼ਨ ਨੇ ਮੈਨੂੰ ਬਤੌਰ ਆਰਟਿਸਟ ਰੱਖ ਲਿਆ। ਇੱਥੇ ਰਜਿੰਦਰ ਸਿੰਘ ਬੇਦੀ ਕੰਮ ਕਰਦਾ ਸੀ। ਦਿਲਕਸ਼ ਆਵਾਜ਼ ਵਾਲੀ ਆਪਾ ਸ਼ਮੀਮ ਮੋਹਿਨੀ ਦਾਸ ਸੀ। ਇਮਤਿਆਜ਼ ਅਲੀ ਤਾਜ਼ ਤੇ ਰਫੀ ਅਹਿਮਦ ਪੀਰ ਡਰਾਮਾ ਪ੍ਰੋਡਿਊਸ ਕਰਨ ਆਉਂਦੇ। ਮਲਕਾ ਪੁਖਰਾਜ ਸਟੂਡੀਓ 'ਚ ਬੈਠੀ ਪਾਨ ਚੱਬਦੀ ਤੇ ਗਾਉਂਦੀ ਹੈ। ਬੇਹੱਦ ਸਿਰਜਨਾਤਮਕ ਵਾਯੂਮੰਡਲ ਸੀ। ਇਹਨਾਂ ਮਹਿਫਲਾਂ 'ਚ ਮੰਟੋ ਦਾ ਅਕਸਰ ਜ਼ਿਕਰ ਆਉਂਦਾ। ਲਾਹੌਰ ਦੇ ਉਰਦੂ ਰਸਾਲੇ ਅਦਬੇ ਲਤੀਫ ਦਾ ਐਡੀਟਰ ਤੇ ਮਾਲਿਕ ਚੌਧਰੀ ਨਜ਼ੀਰ ਅਹਿਮਦ ਸੀ। ਨਜ਼ੀਰ ਅਹਿਮਦ ਪੰਜਾਬ ਦੇ ਕਿਸੇ ਪਿੰਡ ਦਾ ਅਰਾਈ ਸੀ ਤੇ ਇਹਦਾ ਨਾਂ ਸੀ ਨਜ਼ੀਰਾ। 4ਥੀ ਜਮਾਤ ਪਾਸ, ਦਰਮਿਆਨਾ ਕੱਦ, ਤਕੜਾ ਜਿਸਮ, ਚਮਕਦੇ ਹੋਏ ਦੰਦ ਤੇ ਉਹ ਠੇਠ ਪੰਜਾਬੀ ਬੋਲਦਾ। ਉਹਨੇ ਆਪਣੇ ਚਾਚਾ ਬਰਕਤ ਅਲੀ ਨਾਲ ਮਿਲ ਕੇ
ਮਕਤਬਾ ਉਰਦੂ ਦੀ ਬੁਨਿਆਦ ਰੱਖੀ, ਜੋ ਸਾਰੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਤੇ ਮਕਬੂਲ ਪਬਲਿਸ਼ਿੰਗ ਹਾਊਸ ਬਣ ਗਿਆ। ਉਹ ਨਜ਼ੀਰਾਂ ਤੋਂ ਨਜ਼ੀਰ ਅਹਿਮਦ ਤੇ ਫਿਰ ਚੌਧਰੀ ਨਜ਼ੀਰ ਅਹਿਮਦ ਬਣ ਗਿਆ। ਚੌਧਰੀ ਨਜ਼ੀਰ ਅਹਿਮਦ ਖੁਦ ਹਰ ਕਹਾਣੀ ਪੜ੍ਹਦਾ ਤੇ ਪਰਖਦਾ। ਸਿਰਫ ਮੰਟੋ ਅਜਿਹਾ ਅਦੀਬ ਸੀ ਜਿਹਦੀ ਕਹਾਣੀ ਦੇ ਇੰਤਜ਼ਾਰ 'ਚੋਂ ਕਈ ਵਾਰ ਪਰਚਾ ਲੇਟ ਕਰ ਦਿੰਦਾ। ਉਹ ਮੰਟੋ ਨੂੰ ਚਿੱਠੀਆਂ ਲਿਖਦਾ, ਤਾਰਾਂ ਭੇਜਦਾ, ਤੇ ਜਦੋਂ ਮੰਟੋ ਦੀ ਕਹਾਣੀ ਬੰਬਈ ਤੋਂ ਆਉਂਦੀ ਤਾਂ ਖੁਸ਼ੀ ਨਾਲ ਹੱਸਦਾ ਤੇ ਆਖਦਾ, ਹੁਣ ਮੇਰਾ ਪਰਚਾ ਮੁਕੰਮਲ ਹੋ ਗਿਆ। ਜਦੋਂ ਮੰਟੋ ਦੀ ਕਹਾਣੀ ਬੂਹ ਦੇ ਛਪਣ ਪਿੱਛੋਂ ਉਸ ਉੱਤੇ ਅਸ਼ਲੀਲਤਾ ਦਾ ਮੁਕੱਦਮਾ ਚੱਲਿਆ ਤਾਂ ਉਹਨੂੰ ਤਾਰੀਖ ਭੁਗਤਣ ਲਈ ਲਾਹੌਰ ਆਉਣਾ ਪਿਆ। ਜ਼ਿਲ੍ਹਾ ਕਚਹਿਰੀ 'ਚ ਬਹੁਤ ਸਾਰੇ ਲੇਖਕ ਮੰਟੋ ਦੇ ਹੱਕ 'ਚ ਗਵਾਹੀ ਦੇਣ ਲਈ ਗਏ। ਮੈਂ ਪਹਿਲੀ ਵਾਰ ਉਹਨੂੰ ਉੱਥੇ ਹੀ ਦੇਖਿਆ। ਪਤਲਾ ਲੰਮਾ ਜਿਸਮ, ਜਿਸ 'ਚ ਬੈਂਤ ਵਰਗੀ ਲਚਕ ਸੀ, ਚੌੜਾ ਮੱਥਾ, ਕਸ਼ਮੀਰੀ ਤਿੱਖਾ ਨੱਕ ਤੇ ਤੇਜ਼ ਅੱਖਾਂ ਉੱਤੇ ਚਸ਼ਮਾ। ਉਹਨੇ ਸਫੈਦ ਕਮੀਜ਼, ਸ਼ੇਰਵਾਨੀ, ਲੱਠੇ ਦੀ ਸਲਵਾਰ ਤੇ ਜ਼ਰੀ ਦਾ ਜੁੱਤਾ ਪਹਿਨਿਆ ਸੀ, ਸਿਰ ਗਰੂਰ ਨਾਲ ਉੱਚਾ। ਉਹਨੇ ਬੇਪਰਵਾਹੀ ਨਾਲ ਸਾਨੂੰ ਦੇਖਿਆ। ਉਹ ਇਸਮਤ ਚਗਤਾਈ ਕੋਲ ਖੜਾ ਸੀ ਤੇ ਅਸੀਂ ਸਾਰੇ ਕਚਹਿਰੀ ਦੀ ਹਾਕ ਦੇ ਇੰਤਜ਼ਾਰ 'ਚ ਸੀ। ਪ੍ਰੋਫੈਸਰ ਕਨ੍ਹਈਆ ਲਾਲ ਕਪੂਰ ਨੇ ਸਾਡੇ ਸਭਨਾਂ ਦਾ ਤੁਆਰਫ ਕਰਵਾਇਆ, ਪਰ ਮੰਟੋ ਦੇ ਮੂੰਹ ਤੋਂ ਸ਼ੁਕਰੀਆ ਦਾ ਕੋਈ ਰਵਾਇਤੀ ਲਫ਼ਜ਼ ਨਾ ਨਿਕਲਿਆ, ਨਾ ਹੀ ਕਿਸੇ ਪ੍ਰਕਾਰ ਦੀ ਖੁਸ਼ੀ ਦਾ ਇਜ਼ਹਾਰ। ਇੰਨੇ ਚੌਧਰੀ ਨਜ਼ੀਰ ਜਲਦੀ ਨਾਲ ਆਇਆ, ਚਲੋ ਆਵਾਜ਼ ਪੈ ਗਈ ਹੈ। ਅਦੀਬਾਂ ਦਾ ਇਹ ਝੁੰਡ ਜੱਜ ਦੇ ਕਮਰੇ 'ਚ ਦਾਖਲ ਹੋਇਆ ਤੇ ਸਭ ਨੇ ਬੂਹ ਦੇ ਕਲਾਤਮਕ ਗੁਣਾਂ ਨੂੰ ਬਿਆਨ ਕੀਤਾ। ਇਹ ਕਿਹਾ ਕਿ ਇਸ 'ਚ ਕੋਈ ਗੱਲ ਇਤਰਾਜ਼ ਦੇ ਕਾਬਿਲ ਨਹੀਂ ਹੈ, ਇਹ ਅਦਬੀ ਸ਼ਾਹਕਾਰ ਹੈ। ਪੰਜਾਬੀ ਲੇਖਕਾਂ ਵਿੱਚੋਂ ਸਭ ਤੋਂ ਵਧੇਰੇ ਮਾਣਯੋਗ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵਾਲੇ ਸਨ, ਜਿਨ੍ਹਾਂ ਨੇ ਖੁਦ ਪਿਆਰ ਦੀਆਂ ਕਹਾਣੀਆਂ ਲਿਖੀਆਂ ਸਨ ਤੇ ਸਮਾਜੀ ਬਗਾਵਤ ਦਾ ਝੰਡਾ ਚੁੱਕਿਆ ਸੀ। ਜਦੋਂ ਉਹਨਾਂ ਨੇ ਮੰਟੋ ਦੀ ਇਸ ਕਹਾਣੀ ਦੇ ਹੱਕ 'ਚ ਗਵਾਹੀ ਦੇਣ ਲਈ ਆਖਿਆ ਗਿਆ ਤਾਂ ਉਹਨਾਂ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਇਹ ਕਹਾਣੀ ਅਸ਼ਲੀਲ ਹੈ। ਜਦੋਂ ਇਸਮਤ ਤੇ ਮੰਟੋ ਨੂੰ ਪਤਾ ਚੱਲਿਆ, ਉਹ ਬਹੁਤ ਹੈਰਾਨ ਹੋਏ। ਮੰਟੋ ਨੇ ਆਖਿਆ, ਹੈਰਾਨੀ ਦੀ ਗੱਲ ਹੈ, ਪੰਜਾਬੀ 'ਚ ਅਜਿਹੇ ਅਦੀਬ ਵੀ ਹਨ। ਇਸ ਜ਼ਬਾਨ ਦੇ ਅਦਬ ਦਾ ਖੁਦਾ ਹੀ ਮਾਲਕ ਹੈ। ਗਵਾਹੀਆਂ ਖਤਮ ਹੋਈਆਂ। ਜੱਜ ਨੇ ਅਗਲੀ ਪੇਸ਼ੀ ਦੀ ਤਾਰੀਖ ਦੇ ਦਿੱਤੀ। ਜ਼ਿਲ੍ਹਾ ਕਚਹਿਰੀ ਦੇ ਮਾਹੌਲ ਤੋਂ ਮੰਟੋ ਦੀ ਤਬੀਅਤ ਉਪਰਾਮ ਹੋ ਗਈ। ਥਾਂ ਥਾਂ ਟੁੱਟੇ ਹੋਏ ਬੈਂਚ, ਲੋਹੇ ਦੀਆਂ ਕੁਰਸੀਆਂ, ਮਿੱਟੀ ਘੱਟਾ, ਵਕੀਲਾਂ ਤੇ ਮੁਨਸ਼ੀਆਂ ਦੀ ਕਾਨੂੰਨੀ ਸੌਦੇਬਾਜ਼ੀ, ਅਜੀਬ ਕਿਸਮ ਦੀ ਘਬਰਾਹਟ ਤੇ ਪਰੇਸ਼ਾਨੀ। ਸਭ ਅਦੀਬ ਮੁਲਜ਼ਮ ਨਜ਼ਰ ਆ ਰਹੇ ਸਨ। ਮੰਟੋ ਨੇ ਕਿਹਾ, ਨਜ਼ੀਰ, ਮੈਂ ਘਰ ਜਾਵਾਂਗਾ, ਟਾਂਗਾ ਮੰਗਵਾ ਦੇ। ਟਾਂਗਾ ਆਇਆ ਤੇ ਮੰਟੋ ਉਸ 'ਚ ਬੈਠ ਗਿਆ। ਚੱਲਣਾ ਕਿਸੇ ਹੋਰ ਨੇ? ਸਿਰਫ ਇੱਕ ਜਣਾ। ਮੈਂ ਨੇੜੇ ਖੜਾ ਸੀ, ਫੌਰਨ ਅੱਗੇ ਵਧਿਆ ਤੇ ਅਗਲੀ ਸੀਟ 'ਤੇ ਬੈਠ ਗਿਆ। ਮੰਟੋ ਲੱਤਾਂ ਪਸਾਰ ਕੇ ਪਿਛਲੀ ਸੀਟ 'ਤੇ ਬੈਠ ਗਿਆ। ਰਸਤੇ 'ਚ ਥੋੜ੍ਹੀਆਂ ਜਿਹੀਆਂ ਗੱਲਾਂ ਹੋਈਆਂ। ਉਹ ਬੋਲਿਆ, ਇਹ ਲੋਕ ਖਾਮਖਾਹ ਮੈਨੂੰ ਹੀਰੋ ਬਣਾ ਰਹੇ ਨੇ। ਮੈਨੂੰ ਜੇਲ੍ਹ ਤੋਂ ਡਰ ਲੱਗਦਾ। ਹਰ ਵਾਰ ਬੰਬਈ ਤੋਂ ਇੱਥੇ ਆਉਣਾ ਬਹੁਤ ਮੁਸ਼ਕਿਲ ਹੈ, ਬਹੁਤ ਮਹਿੰਗਾ। ਇਹੋ ਜੁਰਮਾਨਾ ਕਾਫੀ ਹੈ। ਫਿਲਮ ਦੀ ਕਹਾਣੀ ਦਾ ਸਕਰੀਨ ਪਲੇ ਤਿਆਰ ਕਰ ਰਿਹਾ ਸਾਂ ਕਿ ਇੱਥੋਂ ਚੌਧਰੀ ਦਾ ਤਾਰ ਆ ਗਿਆ। ਤੂੰ ਕੀ ਕਰਦਾ ਹੁੰਨਾ? ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਦੱਸਿਆ। ਉਹਦਾ ਮੇਰੇ 'ਤੇ ਬਹੁਤ ਰੋਹਬ ਸੀ। ਨੀਲਾ ਗੁੰਬਦ ਆਇਆ ਤੇ ਮੈਂ ਉਤਰ ਗਿਆ। ਉਹ ਬੋਲਿਆ, ਮੈਂ ਸਿੱਧਾ ਘਰ ਜਾਵਾਂਗਾ, ਸਫੀਆ ਵੀ ਆਈ ਹੋਈ ਹੈ, ਮੈਂ ਜਾ ਕੇ ਚੌਧਰੀ ਲਈ ਅਫਸਾਨਾ ਖ਼ਤਮ ਕਰਨਾ। ਫਿਰ ਉਹ ਇੱਕਦਮ ਬੋਲਿਆ, ਸ਼ਾਮ ਨੂੰ ਤੂੰ ਮੇਰੇ ਵੱਲ ਆ ਜਾਈਂ, ਤਦ ਤੀਕ ਮੈਂ ਅਫਸਾਨਾ ਖ਼ਤਮ ਕਰ ਲਾਂਗਾ। ਮੈਨੂੰ ਛੱਡ ਕੇ ਉਹ ਚਲਾ ਗਿਆ। ਉਹਦੇ ਜਾਣ ਪਿੱਛੋਂ ਮੈਂ ਸਾਰੀ ਗੱਲ ਦਾ ਜਾਇਜ਼ਾ ਲਿਆ। ਉਹਦੀ ਆਵਾਜ਼ ਬਾਰੀਕ ਤੇ ਗਰਮ ਸੀ, ਜਿਸ ਵਿੱਚ ਉਹਦੀ ਸ਼ਖਸੀਅਤ ਦੀ ਪੂਰੀ ਸ਼ਿੱਦਤ ਸ਼ਾਮਲ ਸੀ। ਇਹ ਆਵਾਜ਼ ਨਾ ਲੀਡਰਾਂ ਵਰਗੀ ਸੀ, ਨਾ ਦਰਵੇਸ਼ਾਂ ਵਰਗੀ, ਸਗੋਂ ਇਸ ਵਿੱਚ ਬੇਤਾਬੀ ਤੇ ਵੰਗਾਰ ਸੀ। ਉਹ ਮੇਰੇ ਨਾਲ ਪੰਜਾਬੀ 'ਚ ਹੀ ਗੱਲਬਾਤ ਕਰ ਰਿਹਾ ਸੀ। ਸ਼ਾਮ ਨੂੰ ਮੈਂ ਮੰਟੋ ਨੂੰ ਮਿਲਣ ਗਿਆ। ਉਹ ਫਿਰੋਜ਼ ਸ਼ਾਹ ਰੋਡ ਦੇ ਇਲਾਕੇ 'ਚ ਕਿਸੇ ਰਿਸ਼ਤੇਦਾਰ ਦੀ ਕੋਠੀ 'ਚ ਠਹਿਰਿਆ ਹੋਇਆ ਸੀ। ਨੌਕਰ ਨੇ ਆਖਿਆ ਕਿ ਮੈਂ ਡਰਾਇੰਗ ਰੂਮ 'ਚ ਬੈਠਾ, ਕਿਉਂਕਿ ਮੰਟੋ ਸਾਹਿਬ ਕਹਾਣੀ ਲਿਖਣ 'ਚ ਮਸਰੂਫ ਹਨ। ਇਹ ਉਹੀ ਕਹਾਣੀ ਸੀ ਜੋ ਅਦਬੇ ਲਤੀਫ ਵਿੱਚ ਰਾਜ ਭਈਆ ਦੇ ਨਾਂ ਨਾਲ ਛਪੀ, ਫਿਰ ਮੇਰਾ ਨਾਮ ਰਾਧਾ ਹੈ ਦੇ ਨਾਂ ਨਾਲ। ਇਸ ਵਿੱਚ ਉਹਨੇ ਪ੍ਰਿਥਵੀ ਰਾਜ ਕਪੂਰ ਦੀ ਸ਼ੁੱਧਤਾ ਦਾ ਮੌਜੂ ਉਡਾਇਆ ਸੀ। 10 ਮਿੰਟ ਪਿੱਛੋਂ ਮੰਟੋ ਨਾਲ ਦੇ ਕਮਰੇ 'ਚੋਂ ਨਿਕਲਿਆ। ਤਪਾਕ ਨਾਲ ਪੁੱਛਿਆ, ਚਾਹ ਪੀਏਂਗਾ? ਫਿਰ ਉਹਨੇ ਆਵਾਜ਼ ਦਿੱਤੀ, ਸਫੀਆ ਕੀ ਕਰ ਰਹੀ ਹੈ, ਇੱਧਰ ਆ। ਉਹਦੀ ਬੀਵੀ ਆਈ। ਮੰਟੋ ਨੇ ਤਾਰਫ ਕਰਾਇਆ। ਇੰਨੇ 'ਚ ਕੁਝ ਹੋਰ ਅਦੀਬ ਆ ਗਏ। ਚੌਧਰੀ ਨਜ਼ੀਰ ਵੀ ਆ ਗਿਆ। ਕਿਸੇ ਦੇ ਘਰ ਮਹਿਫਿਲ ਸੀ, ਉਹ ਮੰਟੋ ਨੂੰ ਲੈਣ ਆਏ ਸੀ। ਮੰਟੋ ਨੇ ਮੈਨੂੰ ਆਖਿਆ, ਚੰਗਾ, ਫਿਰ ਕੱਲ੍ਹ ਨੂੰ ਮਿਲਣਾ। ਮੈਂ ਮਕਤਬਾ ਉਰਦੂ ਵਿੱਚ ਹੋਵਾਂਗਾ। ਮੰਟੋ ਕੋਲ ਕਲਮ ਨਹੀਂ, ਤੇਜ਼ ਨਸ਼ਤਰ ਸੀ, ਜਿਸ ਨਾਲ ਉਹ ਸਮਾਜ ਦੀਆਂ ਨਾੜੀਆਂ 'ਚੋਂ ਗੰਦਾ ਖੂਨ ਕੱਢਦਾ ਸੀ। ਉਹ ਹਕੀਮ ਨਹੀਂ ਸੀ, ਸਰਜਨ ਸੀ। ਉਹਦੀ ਤੇਜ਼ ਨਿਗਾਹ ਯਥਾਰਥ ਨੂੰ ਦੇਖਣ ਲਈ ਡਬਲ ਲੈਂਸ ਦਾ ਕੰਮ ਕਰਦੀ ਸੀ। ਉਹਦੇ ਬਿਆਨ 'ਚ ਰਸ ਸੀ। ਸਭ ਜਾਣਦੇ ਸੀ ਉਹ ਉਹਨਾਂ ਤੋਂ ਕਿਤੇ ਬਿਹਤਰ ਲਿਖਦਾ ਸੀ। ਸਭ ਉਹਦੀ ਕਲਾ ਦਾ ਲੋਹਾ ਮੰਨਦੇ ਸੀ। ਮੈਂ ਮੰਟੋ ਨੂੰ ਫਿਰ ਮਿਲਿਆ। ਉਹ ਮਕਤਬਾ ਉਰਦੂ 'ਚ ਬੈਠਾ ਆਪਣੀ ਕਿਤਾਬ ਦੇ ਇਸ਼ਤਿਹਾਰ ਦੀ ਇਬਾਰਤ ਵੇਖ ਰਿਹਾ ਸੀ।
ਇਸ 'ਚ ਲਿਖਿਆ ਸੀ, ਮੰਟੋ ਇਸ ਦੌਰ ਦਾ ਸਭ ਤੋਂ ਵੱਡਾ ਅਫਸਾਨਾ ਨਿਗਾਰ ਹੈ, ਚੈਖੋਵ ਦੇ ਬਰਾਬਰ ਦਾ, ਜਜ਼ਬਿਆਂ ਨੂੰ ਟੰਬਣ ਵਾਲਾ, ਜਾਦੂ ਧੂੜਨ ਵਾਲਾ। ਉਹਦੇ ਅਫਸਾਨੇ ਕਲਾ ਦੀਆਂ ਸਿਖਰਾਂ ਛੂਹਦੇ ਹਨ। ਮੰਟੋ ਬੋਲਿਆ, ਓਏ ਚੌਧਰੀ, ਇਹ ਕੀ ਬਕਵਾਸ ਲਿਖੀ ਹੈ? ਉਹਨੇ ਸਾਰੇ ਤਾਰੀਫੀ ਲਫ਼ਜ਼ ਕੱਟ ਦਿੱਤੇ। ਕਿਤਾਬ ਦਾ ਇਸ਼ਤਿਹਾਰ ਖੁਦ ਬਣਾਇਆ। ਇਸ 'ਚ ਲਿਖਿਆ, ਮੰਟੋ ਬਕਵਾਸ ਲਿਖਦਾ ਹੈ। ਮੰਟੋ ਨੂੰ ਲੋਕ ਅਸ਼ਲੀਲ ਆਖਦੇ ਹਨ, ਪਰ ਮੰਟੋ ਨੂੰ ਇੱਕ ਵਾਰ ਪੜ੍ਹਨਾ ਸ਼ੁਰੂ ਕਰ ਦਿਓ ਤਾਂ ਕਹਾਣੀ ਖਤਮ ਕੀਤੇ ਬਗੈਰ ਉਹਨੂੰ ਛੱਡ ਨਹੀਂ ਸਕਦੇ। ਇਸ ਇਸ਼ਤਿਹਾਰ 'ਚ ਬਕਵਾਸ ਤੇ ਅਸ਼ਲੀਲ ਦੇ ਲਫ਼ਜ਼ ਮੋਟੇ ਅੱਖਰਾਂ 'ਚ ਸਨ। ਉਹ ਗੱਲਾਂ ਜੋ ਉਹਦੇ ਵਿਰੋਧੀ ਕਹਿਣਾ ਚਾਹੁੰਦੇ ਸੀ, ਉਹਨੇ ਖੁਦ ਹੀ ਲਿਖ ਦਿੱਤੀਆਂ ਤਾਂ ਕਿ ਲੋਕਾਂ ਨੂੰ ਝਟਕਾ ਲੱਗੇ। ਉਹਨੂੰ ਮਿੱਠੇ ਮਿੱਠੇ ਲਫ਼ਜ਼ਾਂ ਤੋਂ, ਮਿੱਠੜੇ ਲੇਖਾਂ ਤੋਂ, ਮਿੱਠੜੇ ਰਸਮੀ ਫਿਕਰਿਆਂ ਤੋਂ ਚਿੜ ਸੀ। ਇੱਕ ਵਾਰ ਕਿਸੇ ਨੇ ਉਹਦੀ ਇੱਕ ਵੱਡੀ ਹਸਤੀ ਨਾਲ ਮੁਲਾਕਾਤ ਕਰਾਈ। ਉਸ ਆਦਮੀ ਨੇ ਆਖਿਆ, ਮੰਟੋ ਸਾਹਿਬ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਮੰਟੋ ਨੇ ਜਵਾਬ ਦਿੱਤਾ, ਤੁਹਾਨੂੰ ਮਿਲ ਕੇ ਮੈਨੂੰ ਬਿਲਕੁਲ ਖੁਸ਼ੀ ਨਹੀਂ ਹੋਈ। ਇਹ ਅੰਦਾਜ਼, ਇਹ ਕੌੜਾ ਸੱਚ, ਇਹ ਚੌਂਕਾ ਦੇਣ ਵਾਲਾ ਮੰਤਰ ਉਹਦੇ ਸੁਭਾਅ ਦਾ ਹਿੱਸਾ ਸੀ। ਚੌਧਰੀ ਨਜ਼ੀਰ ਨੇ ਮੈਨੂੰ ਦੱਸਿਆ ਕਿ ਮੰਟੋ ਕੈਲਾਸ਼ ਹੋਟਲ 'ਚ ਬੈਠਾ ਹੈ। ਉਹ ਆਖ ਗਿਆ ਕਿ ਮੈਂ ਉੱਥੇ ਚਲਿਆ ਜਾਵਾਂ। ਕੈਲਾਸ਼ ਹੋਟਲ ਅਨਾਰਕਲੀ 'ਚ ਸੀ। 3 ਮਿੰਟ ਦਾ ਰਸਤਾ। ਮੈਂ ਹੋਟਲ ਦੀਆਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਲ 'ਤੇ ਪੁੱਜਾ। ਮੰਟੋ 3 ਅਦੀਬਾਂ ਨਾਲ ਬੈਠਾ ਸ਼ਰਾਬ ਪੀ ਰਿਹਾ ਸੀ। ਮੈਨੂੰ ਦੇਖਦੇ ਹੀ ਬੋਲਿਆ, ਬਸ ਹੁਣੇ ਚੱਲਦੇ ਹਾਂ, ਤੂੰ ਪੀਏਂਗਾ? ਮੈਂ ਆਖਿਆ, ਨਹੀਂ। ਇੱਕ ਅਦੀਬ ਬੋਲਿਆ, ਮੰਟੋ ਸਾਹਿਬ, ਤੁਹਾਡੀਆਂ ਕਹਾਣੀਆਂ ਕਮਾਲ ਹਨ। ਹੱਤਕ ਤੇ ਕਾਲੀ ਸਲਵਾਰ ਤਾਂ ਸ਼ਾਹਕਾਰ ਹਨ। ਕੋਈ ਵੀ ਅਜਿਹੀ ਆਲਾ ਕਹਾਣੀ। ਮੰਟੋ ਬੋਲਿਆ, ਬਕਵਾਸ ਬੰਦ ਕਰ। ਤੂੰ ਸ਼ਰਾਬ ਪੀਣੀ ਸੀ, ਪੀ ਲਈ, ਹੁਣ ਦਫਾ ਹੋ ਜਾ। ਮੈਂ ਸਹਿਮ ਗਿਆ। ਉਹ ਲੋਕ ਉੱਠ ਕੇ ਚਲੇ ਗਏ। ਮੰਟੋ ਬੋਲਿਆ, ਮੈਂ ਤੇਰਾ ਇੰਤਜ਼ਾਰ ਕਰ ਰਿਹਾ ਸੀ। ਇਹ ਤਿੰਨੇ ਹਰਾਮਜ਼ਾਦੇ ਆਪਣੀ ਟੇਬਲ ਤੋਂ ਉੱਠ ਕੇ ਇੱਥੇ ਆ ਬੈਠੇ। 2-2 ਪੈਗ ਪੀ ਕੇ ਬਹਿਕਣ ਲੱਗ ਪਏ। ਮੇਰੀ ਤਾਰੀਫ ਕਰਕੇ ਤੀਜਾ ਪੈਗ ਪੀਣਾ ਚਾਹੁੰਦੇ ਸੀ। ਚੱਲ ਚਲੀਏ। ਮੈਂ ਨਾਲ ਹੋ ਲਿਆ। ਰਸਤੇ 'ਚ ਪੁੱਛਿਆ, ਅਸੀਂ ਕਿੱਥੇ ਚੱਲੇ ਹਾਂ? ਅਬਦੁਲ ਬਾਰੀ ਕੋਲ। ਮੈਨੂੰ ਯਾਦ ਨਹੀਂ ਕਿ ਅਸੀਂ ਅਬਦੁਲ ਬਾਰੀ ਦੇ ਘਰ ਗਏ ਜਾਂ ਉਹ ਸਾਨੂੰ ਕਿਸੇ ਹੋਰ ਥਾਂ ਮਿਲਿਆ। ਮੈਂ ਅਬਦੁਲ ਬਾਰੀ ਨੂੰ ਕਈ ਸਾਹਿਤਿਕ ਤੇ ਰਾਜਸੀ ਮਜਲਿਸਾਂ 'ਚ ਵੇਖਿਆ ਸੀ। ਉਹ ਸਾਂਵਲੇ ਰੰਗ ਦਾ ਜਰਨਲਿਸਟ ਸੀ ਤੇ ਦੁਨੀਆ ਭਰ ਦੇ ਹਵਾਲੇ ਦੇ ਕੇ ਲੈਕਚਰ ਦਿੰਦਾ। ਉਹਦੇ ਖੁਸ਼ਕ ਲੈਕਚਰ ਸੁਣ ਕੇ ਮੈਨੂੰ ਕਦੇ ਇਸ ਆਦਮੀ ਨੂੰ ਮਿਲਣ ਦੀ ਖਾਹਿਸ਼ ਨਾ ਹੋਈ, ਪਰ ਮੰਟੋ ਉਹਨੂੰ ਲੱਭਦਾ ਫਿਰਦਾ ਸੀ। ਉਹਨੇ ਮੈਨੂੰ ਦੱਸਿਆ ਕਿ ਅਬਦੁਲ ਬਾਰੀ ਉਹਦਾ ਸਾਹਿਤਿਕ ਗੁਰੂ ਸੀ। ਅਸੀਂ ਤਿੰਨੇ ਇੱਕ ਆਲਾ ਪਿਸ਼ਾਵਰੀ ਟਾਂਗੇ 'ਚ ਬੈਠੇ। ਮੈਂ ਤੇ ਅਬਦੁਲ ਬਾਰੀ ਅਗਲੀ ਸੀਟ ਉੱਤੇ ਕੋਚਵਾਨ ਨਾਲ, ਤੇ ਮੰਟੂ ਆਦਤ ਅਨੁਸਾਰ ਜਰੀ ਵਾਲੀ ਜੁੱਤੀ ਪਾਈ ਪਿਛਲੀ ਸੀਟ ਤੇ ਟੰਗਾ ਪਸਾਰੀ ਬੈਠਾ ਸੀ। ਟਾਂਗਾ ਮਾਲ ਰੋਡ ਉੱਤੇ ਦੌੜਨ ਲੱਗਾ। ਵੱਡੇ ਡਾਕਖਾਨੇ ਨੂੰ ਲੰਘ ਕੇ ਟਾਂਗਾ ਰੁਕਿਆ। ਬਾਰੀ ਥੱਲੇ ਉਤਰਿਆ। ਮੰਟੋ ਨੇ ਬਟੂਆ ਕੱਢਿਆ ਤੇ ਇਸ 'ਚੋਂ ਇੱਕ ਸਬਜ਼ ਨੋਟ ਉਹਨੂੰ ਦਿੱਤਾ। ਬਾਰੀ ਭੋਲਾਨਾਥ ਦੀ ਦੁਕਾਨ 'ਤੇ ਗਿਆ। ਅਸੀਂ ਦੋਵੇਂ ਜਣੇ ਟਾਂਗੇ ਵਿੱਚ ਹੀ ਬੈਠੇ ਰਹੇ। 10 ਮਿੰਟ ਗੁਜ਼ਰ ਗਏ। ਮੰਟੋ ਨੇ ਬੇਤਾਬੀ ਨਾਲ ਕਿਹਾ, ਇਹ ਜਾਹਿਲ ਮੇਰਾ ਵਕਤ ਜ਼ਾਇਆ ਕਰ ਰਿਹਾ। ਇੰਨੀ ਦੇਰ? ਕੀ ਹੀਰੇ ਖਰੀਦ ਰਿਹਾ? ਬਕਵਾਸ। ਇੰਨੇ 'ਚ ਬਾਰੀ ਨਜ਼ਰ ਆਇਆ। ਉਹ ਭਾਰੀ ਤੇਜ਼ ਕਦਮਾਂ ਨਾਲ ਚੱਲਦਾ ਹੋਇਆ ਟਾਂਗੇ 'ਚ ਆ ਕੇ ਬੈਠ ਗਿਆ। ਉਹਦੇ ਹੱਥ 'ਚ ਜਾਨੀ ਵਾਕਰ ਦੀ ਬੋਤਲ ਦਾ ਲੰਮਾ ਡੱਬਾ ਸੀ। ਮੰਟੋ ਨੇ ਪੁੱਛਿਆ, ਠੀਕ ਹੈ? ਬਾਰੀ ਬੋਲਿਆ, ਹਾਂ। ਟਾਂਗਾ ਫਿਰ ਸਰਪਟ ਦੌੜਨ ਲੱਗਾ। ਅਸੀਂ ਮਿਊਜ਼ੀਅਮ ਤੇ ਗਵਰਨਮੈਂਟ ਕਾਲਜ ਦੇ ਸਾਹਮਣੇ ਦੀ ਲੰਘ ਕੇ ਰਾਵੀ ਰੋਡ 'ਤੇ ਜਾ ਰਹੇ ਸੀ। ਕੀ ਇਹ ਲੋਕ ਬੋਟਿੰਗ ਲਈ ਜਾ ਰਹੇ ਸਨ? ਸ਼ਾਮ ਢਲ ਚੁੱਕੀ ਸੀ। ਬੱਤੀਆਂ ਜਗ ਚੁੱਕੀਆਂ ਸੀ। ਇਹ ਕਿੱਥੇ ਜਾ ਰਹੇ ਸਨ? ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਇਹਨਾਂ ਦੀ ਮੰਜ਼ਿਲ ਹੀਰਾ ਮੰਡੀ ਹੈ, ਜਿੱਥੇ ਰੰਡੀਆਂ ਦੇ ਚੱਕਵੇ ਸਨ। ਸ਼ਾਹੀ ਮਸਜਿਦ ਦੇ ਕੋਲ ਬਾਜ਼ਾਰ 'ਚ ਟਾਂਗਾ ਰੁਕਿਆ। ਬਾਰੀ ਨੇ ਟਾਂਗੇ ਵਾਲੇ ਨੂੰ ਪੈਸੇ ਦਿੱਤੇ। ਅਸੀਂ ਤਿੰਨੇ ਜਣੇ ਹੁਸਨ ਦੇ ਬਾਜ਼ਾਰ 'ਚ ਦਾਖਲ ਹੋਏ। ਮੈਂ ਇਹ ਤੋਂ ਪਹਿਲਾਂ ਕਦੇ ਇੱਧਰ ਨਹੀਂ ਸੀ ਆਇਆ। ਇਹਦੀ ਵਜ੍ਹਾ ਕੋਈ ਸਦਾਚਾਰਕ ਬੰਦੇਜ਼ ਨਹੀਂ ਸੀ। ਮੈਨੂੰ ਉਂਝ ਹੀ ਰੰਡੀਆਂ ਦੇ ਦੱਲਿਆਂ ਤੇ ਕਸਬੀ ਮਾਹੌਲ ਤੋਂ ਡਰ ਲੱਗਦਾ ਸੀ। ਬਚਪਨ ਤੋਂ ਮੇਰੇ ਜ਼ਿਹਨ 'ਚ ਇਹ ਤਸਵੀਰ ਸੀ ਕਿ ਲੋਕ ਝਗੜਾਲੂ ਤੇ ਪੈਸੇ ਦੇ ਪੀਰ ਹੁੰਦੇ ਹਨ। ਇੱਥੇ ਛੁਰੇ ਚੱਲ ਜਾਂਦੇ ਹਨ। ਇਸ ਡਰ ਦੇ ਪਿੱਛੇ ਇੱਕ ਗੈਬੀ ਅਣਜਾਣੀ ਦੁਨੀਆ 'ਚ ਪਹਿਲਾ ਕਦਮ ਰੱਖਣ ਦੀ ਸਨਸਨੀ ਤੇ ਕੰਬਣੀ ਵੀ ਲੁਕੀ ਹੋਈ ਸੀ। ਪਰ ਇਸ ਵਕਤ ਮੰਟੂ ਮੇਰੇ ਨਾਲ ਸੀ, ਇਸ ਲਈ ਮੈਨੂੰ ਡਰ ਨਹੀਂ ਸੀ ਲੱਗ ਰਿਹਾ, ਜਿਵੇਂ ਕੋਈ ਮਗਰਮੱਛ ਦੀ ਪਿੱਠ 'ਤੇ ਬੈਠ ਕੇ ਦਰਿਆ ਦੀ ਸੈਰ ਕਰੇ। ਬਾਜ਼ਾਰ 'ਚ ਚਮਕ ਤੇ ਗਹਿਮਾ ਗਹਿਮੀ ਸੀ। ਸੀਖ ਕਬਾਬ, ਪਾਨ, ਫੁੱਲਾਂ ਦੇ ਹਾਰ, ਤਮਾਸ਼ਬੀਨਾਂ ਦੀ ਰੌਣਕ। ਇਸ ਗਹਿਮਾ ਗਹਿਮੀ 'ਚ ਅਜੀਬ ਸਰਸਰਾਟਾਂ, ਖਾਮੋਸ਼ ਇਸ਼ਾਰੇ, ਘੂਰਦੀਆਂ ਨਜ਼ਰਾਂ ਸਨ। ਸੌਦੇਬਾਜ਼ੀ ਦਾ ਕੰਮ ਖਾਮੋਸ਼ੀ ਨਾਲ ਚੱਲ ਰਿਹਾ ਸੀ। ਮੈਂ ਦੇਖਿਆ ਕਿ ਬਾਰੀ ਇੱਕ ਪਾਸੇ ਖੜਾ ਕਿਸੇ ਪਠਾਨ ਨਾਲ ਹੌਲੀ ਹੌਲੀ ਗੱਲਾਂ ਕਰ ਰਿਹਾ ਸੀ। ਪਠਾਨ ਦੇ ਮਹਿੰਦੀ ਰੰਗੇ ਗਲਮੁੱਛੇ ਮੈਨੂੰ ਦਿਸੇ। ਫਿਰ ਦੋਵੇਂ ਸਾਡੇ ਕੋਲ ਆਏ ਤੇ ਬਾਰੀ ਨੇ ਰੰਡੀ ਦਾ ਰੇਟ ਤੈਅ ਕਰਨ ਦੀ ਗੱਲ ਕੀਤੀ। ਮੰਟੋ ਗੁੱਸੇ ਨਾਲ ਬੋਲਿਆ, ਤੂੰ ਖੁਦ ਇਹ ਮਾਮਲਾ ਸੈਟਲ ਕਰ, ਬੇਵਕੂਫ, ਜਾ। ਮੰਟੋ ਨੂੰ ਇਸ ਕਿਸਮ ਦੀ ਸੌਦੇਬਾਜ਼ੀ ਬੁਰੀ ਲੱਗਦੀ ਸੀ। ਇਹਨੇ 'ਚ ਬਾਰੀ ਤੇ ਪਠਾਨ ਆ ਗਏ। ਪਠਾਨ ਬੋਲਿਆ, ਚਲੋ, ਇਸੇ ਕੋਠੇ 'ਚ ਬਹੁਤ ਚੰਗਾ ਮਾਲ ਹੈ।
ਅਸੀਂ ਚਾਰੇ ਜਣੇ ਪੌੜੀਆਂ ਚੜ੍ਹ ਗਏ। ਬਾਲਕਨੀ ਤੋਂ ਲੰਘ ਕੇ ਕਮਰੇ 'ਚ ਦਾਖਲ ਹੋਏ ਤਾਂ ਇੱਕ ਪਠਾਨ ਰੰਡੀ ਬੈਠੀ ਸੀ। 35 ਦੇ ਪੇਟੇ 'ਚ ਹੋਣੀ ਹੈ। ਚਿਹਰੇ ਦੇ ਨਕਸ਼ ਮੋਟੇ, ਉਹਦੇ ਵਾਲਾਂ 'ਚ ਇੱਕ ਤੇਲ ਥੱਪਿਆ ਹੋਇਆ ਸੀ। ਇਹਨਾਂ ਵਿੱਚ ਚੰਬੇਲੀ ਦੀਆਂ ਕਲੀਆਂ, ਘਟੀਆ ਰੇਸ਼ਮ ਦੀ ਨੀਲੇ ਟਿਮਕਣਿਆਂ ਵਾਲੀ ਕਮੀਜ਼, ਸਾਟਨ ਦੀ ਸਲਵਾਰ ਤੇ ਮੂੰਹ 'ਚ ਪਾਨ ਦਾ ਬੀੜਾ। ਆਓ ਬੈਠੋ। ਪਠਾਨ ਵੀ ਨਾਲ ਹੀ ਬੈਠ ਗਿਆ। ਉਹਦਾ ਗਲ ਮੁੱਛਿਆਂ ਵਾਲਾ, ਹੰਕਾਰਿਆ ਚਿਹਰਾ ਨਰਮ ਲੱਗਣ ਲੱਗਾ। ਉਹ ਬਹੁਤ ਹਲੀਮ ਸੀ ਤੇ ਹੁਕਮ ਦਾ ਬੰਦਾ। ਉਹ ਚੱਕਲੇ ਦੇ ਇਸ ਅੱਡੇ ਦੀਆਂ ਰੰਡੀਆਂ ਦਾ ਚੀਫ ਗੱਲਾ ਸੀ। ਮੰਟੋ ਨੇ ਇੱਕ ਨਜ਼ਰ ਨਾਲ ਇਸ ਰੰਡੀ ਦੇ ਥਲ-ਥਲ ਕਰਦੇ ਜਿਸਮ ਨੂੰ ਦੇਖਿਆ। ਇੱਕ ਨੌਕਰ ਆਇਆ ਤੇ ਉਹਨੇ 3 ਗਲਾਸ ਰੱਖ ਦਿੱਤੇ। ਮੰਟੋ ਬੋਲਿਆ, ਸੋਡਾ ਮੰਗਵਾਓ। ਖਾਣ ਲਈ ਟਿੱਕੇ ਤੇ ਕਬਾਬ। ਤੂੰ ਕੀ ਖਾਏਂਗਾ? ਮੈਂ ਉਹਨੇ ਦਿਨੀ ਮੀਟ ਨਹੀਂ ਸੀ ਖਾਂਦਾ। 2-1 ਵਾਰ ਖਾਣ ਦੀ ਕੋਸ਼ਿਸ਼ ਕੀਤੀ, ਪਰ ਚੱਬਿਆ ਤਾਂ ਇਹ ਰਬੜ ਵਾਂਗ ਲੱਗਿਆ। ਮੈਂ ਆਖਿਆ, ਮੈਂ ਆਮਲੇਟ ਖਾਵਾਂਗਾ। ਮੰਟੋ ਨੇ ਜੇਬ 'ਚੋਂ 10-10 ਦੇ 3 ਕਰਾਰੇ ਨੋਟ ਕੱਢੇ, ਪਠਾਨ ਨੂੰ ਦਿੱਤੇ। 10 ਮਿੰਟ ਪਿੱਛੋਂ ਉਹ ਤੇ ਉਹਦਾ ਨੌਕਰ ਮੀਟ, ਕਬਾਬ, ਆਮਲੇਟ ਦੀਆਂ ਪਲੇਟਾਂ ਲੈ ਕੇ ਆ ਗਏ। ਨਾਲ ਹੀ ਸੋਡੇ ਦੀਆਂ ਬੋਤਲਾਂ ਤੇ ਬਰਫ਼। ਇੱਕ ਪਲੇਟ 'ਚ ਨਿੰਬੂ ਤੇ ਪਿਆਜ਼। ਉਹਨੇ ਬਾਕੀ ਪੈਸੇ ਵਾਪਸ ਕੀਤੇ ਤਾਂ ਮੰਟੋ ਨੇ ਕਿਹਾ, ਰੱਖ ਲੈ ਇਹਨਾਂ ਨੂੰ। ਬਾਰੀ ਨੇ ਬੋਤਲ ਖੋਲ੍ਹੀ ਤੇ 3 ਗਲਾਸਾਂ 'ਚ ਸ਼ਰਾਬ ਪਾ ਕੇ ਸੋਡਾ ਤੇ ਬਰਫ਼ ਪਾਈ। ਮੈਂ ਆਖਿਆ, ਮੈਂ ਨਹੀਂ ਪੀਂਦਾ। ਬਾਰੀ ਦੇ ਸਾਹਮਣੇ ਚਿਹਰੇ ਉੱਤੇ ਪਹਿਲੀ ਵਾਰ ਮੁਸਕਰਾਹਟ ਆਈ। ਬਈ ਸ਼ਰਾਬ ਤਾਂ ਪੁੰਨ ਦੀ ਚੀਜ਼ ਹੈ, ਪੀ ਲੈ। ਮੰਟੋ ਬੋਲਿਆ, ਇਹ ਨਹੀਂ ਪੀਂਦਾ। ਫਿਰ ਉਹ ਰੰਡੀ ਦੇ ਪੱਟ ਤੇ ਧੱਫਾ ਮਾਰ ਕੇ ਬੋਲਿਆ, ਤੂੰ ਪੀ ਲੈ ਮੇਰੀ ਜਾਨ। ਰੰਡੀ ਨੇ ਤਿਰਛੀਆਂ ਅੱਖਾਂ ਨਾਲ ਮੰਟੋ ਵੱਲ ਦੇਖਿਆ ਤੇ ਮੋਟੀ ਮੁਸਕਰਾਹਟ ਸੁੱਟੀ। ਫਿਰ ਗਲਾਸ ਚੁੱਕ ਕੇ ਪੀਣ ਲੱਗੀ। ਮੰਟੋ ਤੇ ਬਾਰੀ ਨੇ ਫੌਰਨ ਹੀ ਆਪਣੇ ਗਲਾਸ ਖਾਲੀ ਕਰ ਦਿੱਤੇ। ਫਿਰ ਡਬਲ ਪੈਗ ਤਿਆਰ ਕੀਤੇ। ਘੁੱਟ ਭਰ ਕੇ ਮੰਟੋ ਨੇ ਆਖਿਆ, ਹੁਣ ਮਾਲ ਦਿਖਾਓ। ਰੰਡੀ ਨੇ ਪਠਾਨ ਨੂੰ ਇਸ਼ਾਰੇ ਨਾਲ ਕੁਝ ਕਿਹਾ। ਪਠਾਨ ਥੋੜ੍ਹੀ ਦੇਰ ਪਿੱਛੋਂ ਇੱਕ ਸਜੀ ਧਜੀ ਰੰਡੀ ਅੰਦਰ ਲੈ ਆਇਆ। ਉਹ ਸਾਹਮਣੇ ਬੈਠ ਗਈ। ਮੰਟੋ ਨੇ ਉਹਨੂੰ ਗੌਰ ਨਾਲ ਦੇਖਿਆ। ਮੈਂ ਵੀ ਉਹਨੂੰ ਉਤਸੁਕਤਾ ਨਾਲ ਦੇਖ ਰਿਹਾ ਸੀ। ਪਤਲੀ ਦੁਬਲੀ, ਚਿਹਰੇ ਤੇ ਗੁਲਾਬ ਥੱਪਿਆ ਹੋਇਆ, ਅੱਖਾਂ 'ਚ ਬਹੁਤ ਜ਼ਿਆਦਾ ਕੱਜਲ, ਜਾਰਜਟ ਦੀ ਜਾਮਨੀ ਸਾੜੀ। ਉਹਨੇ ਮੁਸਕਰਾ ਕੇ ਪੁੱਛਿਆ, ਤੁਸੀਂ ਕਿੱਥੋਂ ਤਸ਼ਰੀਫ ਲਿਆਏ ਹੋ? ਤੇਰੀ ਮਾਂ ਦੇ ਪਿੰਡੋਂ। ਮੰਟੋ ਬੋਲਿਆ। ਤੂੰ ਕਿੱਥੋਂ ਦੀ ਹੈ? ਮੰਟੋ ਨੇ 2-3 ਸਵਾਲਾਂ ਪਿੱਛੋਂ ਰੰਡੀ ਰੱਦ ਕਰ ਦਿੱਤੀ। ਪਠਾਨ ਦੇ ਇਸ਼ਾਰੇ ਨਾਲ ਉਹ ਚਲੀ ਗਈ। ਉਸ ਪਿੱਛੋਂ ਦੂਸਰੀ ਲਿਆਇਆ, ਫਿਰ ਤੀਸਰੀ। ਤਿੰਨੋਂ ਹੀ ਮੰਟੋ ਨੂੰ ਪਸੰਦ ਨਾ ਆਈਆਂ। ਫਿਰ ਚੌਥੀ ਆਈ। ਤਿੱਖੇ ਨਕਸ਼, ਚਿਹਰੇ ਤੇ ਮੁਸਕਰਾਹਟ ਤੇ ਅੱਖਾਂ ਉੱਤੇ ਕਾਲਾ ਚਸ਼ਮਾ। ਉਹ ਗੋਡੇ ਮੂਧੇ ਮਾਰ ਕੇ ਬੈਠ ਗਏ, ਜਿਵੇਂ ਨਮਾਜ਼ ਪੜ੍ਹਦੇ ਆ। ਮੰਟੋ ਨੂੰ ਉਹਦਾ ਇਹ ਪੋਜ਼ ਤੇ ਸਟਾਈਲ ਚੰਗਾ ਲੱਗਾ। 2-4 ਸਵਾਲ ਕੀਤੇ, ਜਿਹਦੇ ਰੰਡੀ ਨੇ ਨਖਰੇ ਨਾਲ ਜਵਾਬ ਦਿੱਤੇ। ਮੰਟੋ ਦੀ ਦਿਲਚਸਪੀ ਵਧੀ, ਪਰ ਨਾਲ ਹੀ ਇੱਕ ਹੋਰ ਜਜ਼ਬਾ ਵੀ ਕੰਮ ਕਰ ਰਿਹਾ ਸੀ। ਉਹਨੇ ਪੁੱਛਿਆ, ਇਹ ਕਾਲਾ ਚਸ਼ਮਾ ਕਿਉਂ ਲਾ ਰੱਖਿਆ ਰਾਤ ਵੇਲੇ ਮੇਰੀ ਜਾਨ? ਉਹ ਬੋਲੀ, ਤੁਹਾਡੇ ਹੁਸਨ ਨਾਲ ਮੇਰੀਆਂ ਅੱਖਾਂ ਨਾ ਕਿਤੇ ਚੁੰਦੇ ਆ ਜਾਣ। ਮੰਟੋ ਨੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਆਖਿਆ, ਮੇਰੀ ਜਾਨ, ਤੇਰੇ ਨਾਲ ਬਿਸਤਰ 'ਚ ਬਹੁਤ ਅੱਛਾ ਲੱਗੇਗਾ, ਪਰ ਪਹਿਲੇ ਦੇਖ ਤਾਂ ਲਵਾਂ ਤੂੰ ਹੈ ਕੀ। ਇਹ ਕਹਿ ਕੇ ਉਹਨੇ ਅਚਾਨਕ ਉਹਦਾ ਕਾਲਾ ਚਸ਼ਮਾ ਉਤਾਰ ਲਿਆ। ਰੰਡੀ ਨੇ ਅੱਖਾਂ ਝਲਕੀਆਂ। ਇੱਕ ਅੱਖ ਭੈਂਗੀ ਸੀ। ਮੰਟੋ ਬੋਲਿਆ, ਜੇ ਤੂੰ ਚਸ਼ਮੇ ਬਗੈਰ ਆਈ ਹੁੰਦੀ ਤਾਂ ਮੈਂ ਜ਼ਰੂਰ ਤੈਨੂੰ ਮੁਹੱਬਤ ਕਰਦਾ। ਤੇਰੀ ਇਸ ਭੈਂਗੀ ਅੱਖ ਉੱਤੇ ਹੀ ਕੁਰਬਾਨ ਹੋ ਜਾਂਦਾ, ਪਰ ਚੋਰੀ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਇਹ ਰੰਡੀ ਵੀ ਰੱਦ ਕਰ ਦਿੱਤੀ ਗਈ। ਰਾਤ ਦੇ 11 ਵੱਜ ਚੁੱਕੇ ਸੀ। ਮੀਟ ਤੇ ਕਬਾਬ ਤੇ ਆਮਲੇਟ 3 ਵਾਰ ਆ ਚੁੱਕੇ ਸੀ। ਮੰਟੋ 5 ਪੈਗ ਪੀ ਚੁੱਕਿਆ ਸੀ। ਉਹਦੀਆਂ ਅੱਖਾਂ ਦੀਆਂ ਪੁਤਲੀਆਂ ਫੈਲ ਗਈਆਂ, ਪਰ ਉਹਦੀਆਂ ਗੱਲਾਂ 'ਚ ਉਹੀ ਚਮਕ ਤੇ ਰੰਗੀ ਨਹੀਂ ਸੀ। ਉਹ 6ਵਾਂ ਪੈਗ ਪਾਉਣ ਲੱਗਾ। ਰੰਡੀ ਨੇ ਆਖਿਆ, ਹੋਰ ਨਾ ਪੀਓ। ਉਹਦੇ ਅੰਦਾਜ਼ 'ਚ ਹਮਦਰਦੀ ਸੀ। ਮੰਟੋ ਨੇ ਬੋਤਲ ਚੁੱਕੀ। ਰੰਡੀ ਨੇ ਉਹਦਾ ਹੱਥ ਫੜ ਲਿਆ। ਤੁਹਾਨੂੰ ਮੇਰੀ ਕਸਮ, ਹੋਰ ਨਾ ਪੀਓ। ਮੈਂ ਮੰਟੋ ਨੂੰ ਆਖਿਆ, ਹੋਰ ਨਾ ਪੀਓ, ਇਹ ਠੀਕ ਕਹਿੰਦੀ ਹੈ, ਇਹਨੂੰ ਹਮਦਰਦੀ ਹੈ। ਉਹ ਬੋਲਿਆ, ਹਮਦਰਦੀ? ਸਾਲੀ 4 ਪੈਗ ਬਚਾਉਣਾ ਚਾਹੁੰਦੀ ਹੈ ਆਪਣੇ ਦੱਲੇ ਲਈ। ਜੇ ਸਾਫ਼ ਕਹਿ ਦੇ ਤਾਂ ਮੈਂ ਇਸ ਲਈ ਬੋਤਲ ਮੰਗਵਾ ਸਕਦਾ, ਪਰ ਇਹ ਹਰਾਮਜ਼ਾਦੀ ਹਮਦਰਦੀ ਦਾ ਢੋਂਗ ਰਚਾਉਂਦੀ ਹੈ। ਉਹਨੇ ਪੈਗ ਭਰਿਆ, ਨਵੇਂ ਘੁੱਟ ਦਾ ਮਜ਼ਾ ਲੈਣ ਲੱਗਾ। ਰੰਡੀ ਨੇ ਫਿਰ ਮੰਟੋ ਦਾ ਹੱਥ ਫੜ ਲਿਆ। ਅੱਲਾ ਜਾਣਦਾ, ਤੁਸੀਂ ਬਹੁਤ ਚੰਗੇ ਲੱਗਦੇ ਹੋ। ਮੰਟੋ ਨੇ ਉਹਦੇ ਧੱਫਾ ਮਾਰਿਆ। ਮੇਰੀ ਜਾਨ, ਤੂੰ ਦੁਨੀਆ ਦੀਆਂ ਸਭ ਔਰਤਾਂ ਤੋਂ ਹਸੀਨ ਹੈ। ਤੂੰ ਕਲਿਓਪੈਟਰਾ ਹੈ, ਹੈਲਨ ਹੈ। ਮੰਟੋ ਨੇ ਪਠਾਨ ਨੂੰ ਜਿੰਨੇ ਵਾਰ ਨੋਟ ਦਿੱਤੇ, ਉਹਨਾਂ ਦਾ ਹਿਸਾਬ ਨਾ ਲਿਆ। ਹਰ ਵਾਰ ਪਠਾਨ ਬਾਕੀ ਪੈਸੇ ਰੱਖ ਲੈਂਦਾ ਸੀ। ਮੰਟੋ ਬੇਦਰਦੀ ਨਾਲ ਕਰਾਰੇ ਨੋਟ ਸੁੱਟ ਰਿਹਾ ਸੀ। ਮੈਨੂੰ ਮੰਟੋ ਅੰਦਰ ਬਾਬੂ ਗੋਪੀਨਾਥ ਨਜ਼ਰ ਆਇਆ। ਉਹਦੀ ਕਹਾਣੀ ਦਾ ਪਾਤਰ, ਜੋ ਰੰਡੀਆਂ ਦੇ ਕੋਠਿਆਂ ਉੱਤੇ ਜਾਂਦਾ ਤੇ ਸਭ ਕੁਝ ਜਾਣਦਾ, ਬੁੱਝਦੇ ਹੋਏ ਰੁਪਇਆ ਲਟਾਉਂਦਾ। ਉਹਨੂੰ ਰੰਡੀਆਂ ਤੇ ਦੱਲਿਆਂ ਦੀ ਦੁਨੀਆ ਪਸੰਦ ਹੈ, ਜਾਂ ਦਰਗਾਹਾਂ ਤੇ ਮਕਬਰਿਆਂ ਉੱਤੇ ਪੀਰਾਂ ਫਕੀਰਾਂ ਦੀ। ਪਰ ਬਾਬੂ ਗੋਪੀਨਾਥ ਬੇਨਿਆਜ਼ ਹੈ। ਮੰਟੋ ਉਹਦਾ ਹੀ ਅਕਸ ਹੈ, ਜਾਂ ਇਹ ਕਹਿਣਾ ਚਾਹੀਦਾ ਕਿ ਬਾਬੂ ਗੋਪੀਨਾਥ ਵਿੱਚ ਵਸੀ ਹੋਈ ਇਨਸਾਨੀਅਤ ਮੰਟੋ ਦੀ ਹੀ ਆਤਮਾ ਸੀ।
ਮੰਟੋ ਦੀ ਰੂਹ 'ਚ ਅਜੀਬ ਵੀਰਾਨਗੀ ਸੀ। ਉਹ ਰੰਡੀਆਂ ਦੀ ਦੁਨੀਆ 'ਚ ਰਹਿੰਦਾ ਹੋਇਆ ਬੇਤਅੱਲਕ ਸੀ, ਪਰ ਇਹਨਾਂ ਚੱਕਲਿਆਂ 'ਚ ਲੁਕੀ ਹੋਈ ਇਨਸਾਨੀਅਤ ਤੇ ਰੰਡੀ ਦੇ ਦਿਲ 'ਚ ਵਸੀ ਤੀਵੀਂ ਨੂੰ ਦੇਖਦਾ ਸੀ। ਤੀਵੀਂ ਵਿੱਚ ਰੰਡੀ ਤੇ ਰੰਡੀ 'ਚ ਤੀਵੀਂ ਵੇਖਦਾ ਸੀ। ਜਿਸਮ ਦੀ ਮੰਡੀ 'ਚ ਰੂਹ ਦਾ ਵਪਾਰੀ ਸੀ। ਦੂਸਰੇ ਦਿਨ 11 ਵਜੇ ਮੰਟੋ ਰੇਡੀਓ ਸਟੇਸ਼ਨ ਆਇਆ। ਉਨੀ ਦਿਨੀ ਜੁਗਲ ਕਿਸ਼ੋਰ ਮਹਿਰਾ ਸਟੇਸ਼ਨ ਡਾਇਰੈਕਟਰ ਸੀ। ਵੱਡਾ ਸਾਹਿਬ, ਜਿਸ ਤੋਂ ਸਾਰਾ ਅਮਲਾ ਫੈਲਾ ਕੰਬਦਾ ਸੀ, ਲਚਕੀਲਾ ਸਰੀਰ, ਚਿਹਰੇ ਤੇ ਮਾਤਾ ਦੇ ਮੱਧਮ ਦਾਗ, ਭੇੜੀਏ ਵਰਗੀਆਂ ਅੱਖਾਂ ਤੇ ਐਕਟਰਾਂ ਵਰਗੀ ਮੰਝੀ ਹੋਈ ਆਵਾਜ਼, ਟਵੀਟ ਦਾ ਕੋਟ ਪਾਈ, ਮੂੰਹ 'ਚ ਸਿਗਾਰ ਨਾਲ ਅਲਸੇਸ਼ਨ ਕੁੱਤਾ, ਉਹ ਰੇਡੀਓ ਸਟੇਸ਼ਨ ਆਉਂਦਾ। ਮੈਂ ਆਪਣੇ ਕਮਰੇ 'ਚ ਬੈਠਾ ਕੰਮ ਕਰ ਰਿਹਾ ਸੀ। ਚਪੜਾਸੀ ਨੇ ਆ ਕੇ ਆਖਿਆ ਕਿ ਮੰਟੋ ਸਾਹਿਬ ਬੁਲਾ ਰਹੇ ਹਨ। ਮੇਰੇ ਕੋਲ ਮੰਟੋ ਦਾ ਨੋਟਾਂ ਵਾਲਾ ਬਟੂਆ ਸੀ, ਜੋ ਉਹਨੇ ਪਹਿਲੀ ਵਾਰ ਮੈਨੂੰ ਸੰਭਾਲ ਦਿੱਤਾ ਸੀ। ਮੈਂ ਬਾਹਰ ਨਿਕਲਿਆ। ਮੰਟੋ ਨੇ ਉੱਚੀ ਆਵਾਜ਼ 'ਚ ਆਖਿਆ, ਜੁਗਲ, ਮੈਂ ਜਾ ਰਿਹਾ ਹਾਂ। ਇੰਨੇ ਵਿੱਚ ਮਹਿਰਾ ਸਾਹਿਬ ਬਾਹਰ ਆਏ ਤੇ ਮੰਟੋ ਨੂੰ ਕਹਿਣ ਲੱਗੇ, ਠਹਿਰ ਯਾਰ, ਇਕੱਠੇ ਚੱਲਦੇ ਹਾਂ। ਮੰਟੋ ਬੇਪਰਵਾਹੀ ਨਾਲ ਬੋਲਿਆ, ਤੂੰ ਰੇਸ ਖੇਲਣ ਜਾਏਂਗਾ? ਮੈਨੂੰ ਰੇਸ ਦਾ ਕੋਈ ਸ਼ੌਕ ਨਹੀਂ। ਬੋਰ। ਮੈਂ ਚੱਲਿਆ। ਮੈਂ ਮੰਟੋ ਨੂੰ ਉਹਦਾ ਬਟੂਆ ਵਾਪਸ ਕੀਤਾ। ਉਹਨੇ ਰੁਪਏ ਨਾ ਗਿਣੇ, ਮਗਰੋਂ ਬੰਬਈ ਦੇ ਟਿਕਟ ਵੇਖੇ। ਮੈਨੂੰ ਕਹਿਣ ਲੱਗਾ, ਅੱਜ ਸ਼ਾਮ ਮੈਂ ਵਾਪਸ ਜਾ ਰਿਹਾ। ਸ਼ਾਮ ਨੂੰ ਰੇਲਵੇ ਸਟੇਸ਼ਨ ਉੱਤੇ ਪਹੁੰਚਿਆ। ਫਰੰਟੀਅਰ ਮੇਲ 'ਚ ਉਹਦੀਆਂ 2 ਸੀਟਾਂ ਰਿਜ਼ਰਵ ਸਨ। ਸਫੀਆ ਉਹਦੇ ਨਾਲ ਸੀ। ਉਹਨੇ ਸੂਟਕੇਸ ਤੇ ਲਾਹੌਰ ਤੋਂ ਖਰੀਦੀਆਂ ਹੋਈਆਂ ਚੀਜ਼ਾਂ ਦੇ ਬੰਡਲ ਸੀਟਾਂ ਹੇਠ ਰੱਖ ਲਏ। ਅਸੀਂ ਦੋਵੇਂ ਪਲੇਟਫਾਰਮ ਉੱਤੇ ਖੜੇ ਸਾਂ। ਮੰਟੋ ਕਹਿਣ ਲੱਗਾ, ਚੌਧਰੀ ਹੁਣ ਤੀਕ ਨਹੀਂ ਆਇਆ, ਸਿਗਨਲ ਡਾਊਨ ਹੋ ਗਿਆ ਤੇ ਉਹ ਪਤਾ ਨਹੀਂ ਕਿੱਥੇ ਹੈ। ਥੋੜ੍ਹੀ ਦੇਰ ਪਿੱਛੋਂ ਫਿਰ ਬੋਲਿਆ, ਇਸ ਗਧੇ ਨੂੰ ਵਕਤ ਦਾ ਕੋਈ ਅੰਦਾਜ਼ਾ ਨਹੀਂ। ਪਿੰਡੋਂ ਨਿਕਲਿਆ ਸਿੱਧਾ ਲਾਹੌਰ, ਰਾਈ ਦਾ ਰਾਈ ਰਿਹਾ, ਹੁਣ ਤੀਕ ਨਹੀਂ ਆਇਆ। ਮੈਂ ਬੜੀ ਗਲਤੀ ਕੀਤੀ, ਸਾਰੇ ਕੱਪੜੇ ਧੋਣ ਲਈ ਦੇ ਦਿੱਤੇ। 6 ਸਲਵਾਰਾਂ, 6 ਕਮੀਜ਼ਾਂ, ਅਚਕਣ, ਉਹ ਉੱਲੂ ਦਾ ਪੱਠਾ ਹੁਣ ਤੱਕ ਨਹੀਂ ਆਇਆ। ਗਾਰਡ ਨੇ ਸੀਟੀ ਦਿੱਤੀ। ਮੰਟੋ ਬੁੜਬੁੜਾਇਆ, ਇਸ ਗਧੇ ਦਾ ਕੁਝ ਪਤਾ ਨਹੀਂ। ਇੰਨੇ 'ਚ ਚੌਧਰੀ ਨਜ਼ੀਰ ਕੱਪੜਿਆਂ ਦਾ ਬੰਡਲ ਚੁੱਕੀ ਹਫਦਾ ਹੋਇਆ ਆ ਗਿਆ। ਬੜੀ ਮੁਸ਼ਕਿਲ ਨਾਲ ਪਹੁੰਚਿਆਂ ਕੋਲ ਖੜੇ ਹੋ ਕੇ ਕੱਪੜੇ ਇਸਤਰੀ ਕਰਾਏ। ਮੰਟੋ ਨੇ ਗੁੱਸੇ ਨਾਲ ਘੂਰਿਆ, ਗੱਡੀ ਤੁਰਨ ਵਾਲੀ ਹੈ ਤੇ ਤੂੰ ਹੁਣ ਆਇਆ। ਚੌਧਰੀ ਨੇ ਕੱਪੜੇ ਛੇਤੀ ਨਾਲ ਗੱਡੀ 'ਚ ਰੱਖੇ, ਹੇਠਾਂ ਉਤਰਿਆ, ਗੱਡੀ ਚੱਲ ਪਈ। ਜਦੋਂ ਗੱਡੀ ਪਲੇਟਫਾਰਮ ਤੋਂ ਨਿਕਲ ਗਈ ਤਾਂ ਉਹ ਮੱਥੇ ਦਾ ਪਸੀਨਾ ਪੂੰਝਦਾ ਹੋਇਆ ਬੋਲਿਆ, ਬੜਾ ਹੁਕਮ ਚਲਾਉਂਦਾ, ਜਿਵੇਂ ਮੈਂ ਇਹਦੇ ਬਾਪ ਦਾ ਨੌਕਰ ਹੁੰਨਾ। ਅਸੀਂ ਦੋਵੇਂ ਹੌਲੀ ਹੌਲੀ ਤੁਰਨ ਲੱਗੇ। ਉਹ ਬੋਲਿਆ, ਆਪਣੇ ਆਪ ਨੂੰ ਨਵਾਬਜ਼ਾਦਾ ਸਮਝਦਾ। ਮੈਥੋਂ ਰੁਪਏ ਲੈ ਕੇ ਮੇਰੇ ਉੱਤੇ ਹੀ ਧੌਂਸ। ਇੱਥੇ ਆਇਆ ਤਾਂ ਮੈਂ ਇਹਨੂੰ ਨਾਵਲ ਲਿਖਣ ਲਈ 2000 ਰੁਪਏ ਦੀ ਰਕਮ ਪੇਸ਼ਗੀ ਦਿੱਤੀ। ਇਹਨੇ 1000 ਮੇਰੇ ਸਾਹਮਣੇ ਦੇਖਦੇ ਦੇਖਦੇ ਇੱਥੇ ਲੁਟਾ ਦਿੱਤੇ। ਹਰ ਜਗ੍ਹਾ ਬਿੱਲ ਅਦਾ ਕਰਨ ਨੂੰ ਅੱਗੇ। ਆਖਰ ਰੁਪਇਆ ਆਉਂਦਾ ਤਾਂ ਸਾਡੇ ਕੋਲੋਂ। ਉਹ ਬੁੜਬੁੜਾਉਂਦਾ ਰਿਹਾ। ਜਦੋਂ ਉਹਦਾ ਗੁੱਸਾ ਠੰਡਾ ਹੋਇਆ ਤਾਂ ਬੋਲਿਆ, ਬਲਵੰਤ, ਮੈਂ ਇਸ ਆਦਮੀ ਦੇ ਨਖਰੇ ਬਰਦਾਸ਼ਤ ਕਰਦਾ ਕਿਉਂਕਿ ਮੰਟੋ ਹੈ। ਹੋਰ ਕਿਸੇ ਸਾਲੇ ਦੀ ਮੈਂ ਕੀ ਪਰਵਾਹ ਕਰਦਾ। ਮੇਰੇ ਕੋਲ ਵੱਡੇ ਵੱਡੇ ਜੱਜ, ਪ੍ਰੋਫੈਸਰ, ਡਾਇਰੈਕਟਰ ਆਉਂਦੇ ਹਨ ਕਿ ਮੈਂ ਉਹਨਾਂ ਦੀ ਕੋਈ ਕਿਤਾਬ ਛਾਪਾਂ। ਮੈਂ ਨਹੀਂ ਛਾਪਦਾ। ਉਹੀ ਛਾਪਦਾ ਜਿਹਨੂੰ ਮੈਂ ਪਰਖ ਕੇ ਖੁਦ ਛਾਪਣ ਦੇ ਕਾਬਿਲ ਸਮਝਾਂ। ਪਰ ਮੰਟੋ ਕਹਾਣੀ ਦਾ ਖੁਦਾ ਹੈ। ਕਿਸੇ ਵੇਲੇ ਸ਼ਾਇਦ ਮੇਰਾ ਨਾਂ ਇਸੇ ਲਈ ਰਹਿ ਜਾਏ ਕਿ ਮੈਂ ਮੰਟੋ ਦੇ ਕੱਪੜਿਆਂ ਦਾ ਬੰਡਲ ਚੁੱਕ ਕੇ ਰੇਲ ਗੱਡੀ ਤੇ ਉਹਨੂੰ ਚੜਾਉਣ ਆਇਆ ਸੀ। ਇਹ ਵੱਖਰੇ ਕਿਸਮ ਦਾ ਰਾਈਟਰ ਹੈ। ਇਸ ਪਿੱਛੋਂ ਚੌਧਰੀ ਮਕਤਬਾ ਉਰਦੂ ਚਲਾ ਗਿਆ। ਇੱਕ ਵਾਰ ਮੰਟੋ ਅਚਾਨਕ ਲਾਹੌਰ ਆਇਆ। ਉਹ ਮਕਤਬਾ ਉਰਦੂ ਵਿੱਚ ਟੰਗ ਉੱਤੇ ਟੰਗ ਰੱਖੀ ਬੈਠਾ ਸੀ। ਉਹਨੇ ਰੇਸ਼ਮੀ ਕੁੜਤਾ, ਲੱਠੇ ਦੀ ਤੰਗ ਪਹੁੰਚੇ ਦੀ ਸਲਵਾਰ ਤੇ ਤਿੱਲੇਦਾਰ ਜੁੱਤੀ ਪਾਈ ਸੀ। ਫਿਕਰ ਤੌਂਸਵੀ ਮਕਤਬਾ ਉਰਦੂ ਦੇ ਪਿਛਲੇ ਕਮਰੇ 'ਚ ਬੈਠਾ ਅਕਸਰ ਕਿਤਾਬਾਂ ਦੇ ਪ੍ਰੂਫ ਪੜ੍ਹਦਾ। ਉਹਨੇ ਆਖਿਆ, ਮੰਟੋ ਸਾਹਿਬ, ਤੁਸੀਂ ਇਸ ਵਾਰ ਆਉਣ ਦੀ ਖਬਰ ਹੀ ਨਾ ਦਿੱਤੀ। ਮੰਟੋ ਨੇ ਪੈਰ ਦੀ ਅੱਡੀ ਮਾਰਦੇ ਕਿਹਾ, ਬੰਬਈ 'ਚ ਨਰਗਿਸ ਸਟੂਡੀਓ 'ਚ ਆਈ ਤਾਂ ਉਹਨੇ ਸਫੈਦ ਸਾੜੀ ਤੇ ਤਿੱਲੇਦਾਰ ਜੁੱਤੀ ਪਾਈ ਸੀ। ਕੁਰਸੀ ਤੇ ਬੈਠੀ ਹੋਈ ਇਸ ਤਰ੍ਹਾਂ ਅੱਡੀ ਮਾਰ ਰਹੀ ਸੀ। ਉਹਨੂੰ ਕੀ ਪਤਾ ਕਿ ਸਾੜੀ ਨਾਲ ਤਿੱਲੇਦਾਰ ਜੁੱਤੀ ਨਹੀਂ ਪਾਈ ਦੀ। ਮੈਨੂੰ ਬੜੀ ਤਕਲੀਫ ਹੋਈ। ਮੈਂ ਇੱਥੇ ਆ ਕੇ ਕੁੜਤਾ ਤੇ ਸਲਵਾਰ ਸਿਲਵਾਈ, ਜੁੱਤੀ ਖਰੀਦੀ। ਹੁਣ ਜਾ ਕੇ ਉਹਨੂੰ ਆਖਾਂਗਾ, ਦੇਖ, ਤਿੱਲੇਦਾਰ ਜੁੱਤੀ ਇਸ ਤਰ੍ਹਾਂ ਪਾਈ ਦੀ ਹੈ। ਉਹਦੀ ਮਿਜਾਜ਼ ਵਿੱਚ ਇਸ ਕਿਸਮ ਦਾ ਸ਼ਾਹੀ ਠਾਠ ਹੋਈ ਸੀ। ਮੰਟੋ ਜਿੱਥੇ ਰਿਹਾ, ਉਹਨੇ ਉੱਥੋਂ ਦੇ ਮਾਹੌਲ 'ਚ ਡੁੱਬ ਕੇ ਕਹਾਣੀਆਂ ਲਿਖੀਆਂ। ਬੰਬਈ ਦੇ ਨਾਗਪਾੜਾ ਪੁਲਿਸ ਸਟੇਸ਼ਨ ਤੇ ਰੰਡੀਆਂ ਦੇ ਫਾਰ ਰੋਡ ਤੇ ਫਿਲਮ ਸਟੂਡੀਓਜ਼ ਦੀ ਜਾਣ ਪਛਾਣ ਮੈਨੂੰ ਲਾਹੌਰ ਬੈਠੇ ਹੋ ਗਈ ਸੀ। ਕਾਲੀ ਸਲਵਾਰ ਦੀ ਰੰਡੀ ਸੁਲਤਾਨਾ ਦਿੱਲੀ ਦੇ ਅਜਮੇਰੀ ਗੇਟ ਦੇ ਬਾਹਰ GB ਰੋਡ ਉੱਤੇ ਕੋਠੇ ਤੇ ਰਹਿੰਦੀ ਸੀ। ਸਾਹਮਣੇ ਰੇਲਵੇ ਦਾ ਯਾਰਡ, ਜਿੱਥੇ ਬੇਸ਼ੁਮਾਰ ਰੇਲ ਦੀਆਂ ਪਟੜੀਆਂ ਵਿਛੀਆਂ ਸਨ। ਹੁਣ ਵੀ ਉੱਥੇ ਕੋਠਿਆਂ ਦੀ ਕਤਾਰ ਹੈ ਤੇ ਮੰਟੋ ਦਾ ਬਿਆਨ ਕੀਤਾ ਸੀਨ ਤੇ ਰੰਡੀ ਦੇ ਮਨ ਦੀ ਦਸ਼ਾ ਉਸੇ ਤਰ੍ਹਾਂ। ਉਹ ਲਿਖਦਾ ਹੈ, ਧੁੱਪ ਵਿੱਚ ਲੋਹੇ ਦੀਆਂ ਪਟੜੀਆਂ ਚਮਕਦੀਆਂ ਤਾਂ ਸੁਲਤਾਨਾ ਆਪਣੇ ਹੱਥਾਂ ਨੂੰ ਦੇਖਦੀ। ਇਹਨਾਂ ਉੱਤੇ ਨੀਲੀਆਂ ਨੀਲੀਆਂ ਰਗਾਂ ਬਿਲਕੁਲ ਇਹਨਾਂ ਪਟੜੀਆਂ ਵਾਂਗ ਉੱਭਰਦੀਆਂ। ਇਸ ਲੰਮੇ ਤੇ ਖੁੱਲ੍ਹੇ ਮੈਦਾਨ 'ਚ ਹਰ ਵੇਲੇ ਇੰਜਣ ਤੇ ਗੱਡੀਆਂ ਚੱਲਦੀਆਂ।
ਕਦੇ ਇੱਧਰੋਂ ਉੱਧਰ। ਇਹਨਾਂ ਇੰਜਣਾਂ ਤੇ ਗੱਡੀਆਂ ਦੀ ਠੱਕ ਠੱਕ ਫੱਕ ਫੱਕ ਸਦਾ ਗੂੰਜਦੀ ਰਹਿੰਦੀ। ਉਹ ਸੋਚਦੀ ਕਿ ਉਹਨੂੰ ਵੀ ਕਿਸੇ ਨੇ ਜ਼ਿੰਦਗੀ ਦੀ ਪਟੜੀ ਤੇ ਧੱਕਾ ਦੇ ਕੇ ਛੱਡ ਦਿੱਤਾ ਤੇ ਉਹ ਖੁਦ ਬ ਖੁਦ ਤੁਰੀ ਜਾ ਰਹੀ ਹੈ, ਪਤਾ ਨਹੀਂ ਕਿੱਥੇ ਨੂੰ। ਫਿਰ ਇੱਕ ਦਿਨ ਅਜਿਹਾ ਆਏਗਾ ਜਦ ਇਸ ਧੱਕੇ ਦਾ ਜ਼ੋਰ ਹੌਲੀ ਹੌਲੀ ਖਤਮ ਹੋ ਜਾਏਗਾ ਤਾਂ ਉਹ ਕਿਤੇ ਰੁਕ ਜਾਏਗੀ, ਕਿਸੇ ਅਜਿਹੀ ਥਾਂ ਜੋ ਉਹਨੇ ਪਹਿਲਾਂ ਕਦੇ ਨਾ ਦੇਖੀ ਹੋਵੇ। ਕਦੇ ਕਦੇ ਉਹਦੇ ਦਿਮਾਗ 'ਚ ਇਹ ਖਿਆਲ ਵੀ ਆਉਂਦਾ ਹੈ ਕਿ ਇਹ ਜੋ ਸਾਹਮਣੇ ਰੇਲ ਪਟੜੀਆਂ ਦਾ ਜਾਲ ਵਿਛਿਆ ਹੈ, ਥਾਂ ਥਾਂ ਤੋਂ ਭਾਫ਼ ਦੇ ਧੂੰਆਂ ਉੱਠ ਰਿਹਾ ਹੈ। ਇਹ ਬਹੁਤ ਵੱਡਾ ਚੱਕਲਾ ਹੈ, ਬਹੁਤ ਸਾਰੀਆਂ ਗੱਡੀਆਂ ਹਨ ਜਿਨ੍ਹਾਂ ਨੂੰ ਕੁਝ ਕੁ ਮੋਟੇ ਮੋਟੇ ਇੰਜਣ ਇੱਧਰ ਉੱਧਰ ਧੱਕਦੇ ਹਨ। ਮੰਟੋ ਦੀਆਂ ਉੱਪਰਲੀਆਂ ਸਤਰਾਂ ਉਰਦੂ ਸਾਹਿਤ ਕਲਾਸਿਕ ਬਣ ਗਈਆਂ। ਇਸ ਬਿਆਨ 'ਚ ਜ਼ਿੰਦਗੀ ਦੇ ਦਾਰਸ਼ਨਿਕ ਇਸ਼ਾਰੇ, ਉਦਾਸੀ ਦੇ ਮਾਹੌਲ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ ਮਾਨਸਿਕ ਪ੍ਰਵਿਰਤੀਆਂ ਨਾਲ ਮੇਲ ਹੈ। ਜਦ ਦੇਸ਼ ਦੀ ਵੰਡ ਪਿੱਛੋਂ ਮੰਟੋ ਲਾਹੌਰ ਚਲਾ ਗਿਆ ਤਾਂ ਉਹਨੇ ਪਾਕਿਸਤਾਨ ਬਾਰੇ ਤੇ ਫਸਾਦਾਂ ਬਾਰੇ ਲਿਖਿਆ। ਉਹ ਕੌੜੇ ਸੱਚ ਦਾ ਜ਼ਹਿਰ ਪੀਣ ਤੋਂ ਕਦੇ ਨਹੀਂ ਸੀ ਝਿਜਕਿਆ। ਉਹ ਖਰੀ ਗੱਲ ਮੂੰਹ ਤੇ ਕਹਿ ਦਿੰਦਾ, ਕਦੇ ਜਜ਼ਬਾਤੀ ਰਿਆਇਤ ਨਾ ਕਰਦਾ। ਕਿਸੇ ਦੋਸਤ ਨੇ ਪੁੱਛਿਆ, ਮੰਟੋ ਤੂੰ ਕਿੰਨਾ ਕੁ ਮੁਸਲਮਾਨ ਹੈ? ਉਹਨੇ ਜਵਾਬ ਦਿੱਤਾ, ਜਦੋਂ ਇਸਲਾਮੀਆ ਕਾਲਜ ਤੇ DAV ਕਾਲਜ ਵਿਚਕਾਰ ਫੁੱਟਬਾਲ ਦਾ ਮੈਚ ਹੋ ਰਿਹਾ ਹੋਵੇ ਤੇ ਇਸਲਾਮੀਆ ਕਾਲਜ ਗੋਲ ਕਰ ਦੇਵੇ ਤਾਂ ਮੇਰਾ ਦਿਲ ਖੁਸ਼ੀ ਨਾਲ ਉੱਛਲ ਪੈਂਦਾ। ਇੰਨਾ ਕੁ ਮੁਸਲਮਾਨ ਮੈਂ ਜ਼ਰੂਰ ਹਾਂ। ਪਰ ਦੋਸਤੀ ਦੇ ਮਾਮਲੇ 'ਚ ਇਹ ਗੱਲ ਕਦੇ ਨਜ਼ਰ ਨਹੀਂ ਆਈ। ਉਹਦੇ ਬਿਹਤਰੀਨ ਦੋਸਤ ਸ਼ਿਆਮ, ਅਸ਼ੋਕ ਕੁਮਾਰ ਤੇ ਮੁਖਰਜੀ ਸਨ। ਉਹ ਬਾਰ-ਬਾਰ ਇਹਨਾਂ ਦਾ ਜ਼ਿਕਰ ਕਰਦਾ ਹੈ। ਫੁੱਟਬਾਲ ਦੇ ਮੈਚ ਵਾਲੀ ਗੱਲ ਉਹਨੇ ਸ਼ਾਇਦ ਇਸ ਲਈ ਆਖੀ ਕਿ ਕਈ ਹਿੰਦੂ ਲੇਖਕ ਜੋ ਤਰੱਕੀ ਪਸੰਦ ਹੋਣ ਦਾ ਦਾਅਵਾ ਕਰਦੇ ਹਨ ਤੇ ਅੰਦਰੋਂ ਕੱਟੜ ਹਿੰਦੂ ਸਨ, ਖੁੱਲ੍ਹ ਕੇ ਇਹ ਗੱਲ ਨਹੀਂ ਸੀ ਕਹਿ ਸਕਦੇ। ਮੰਟੋ ਨੇ ਉਸ ਜਜ਼ਬੇ ਬਾਰੇ ਲਿਖ ਕੇ ਜੋ ਸਾਡੇ ਨਿਮਨ ਚੇਤਨ 'ਚ ਲਰਜ਼ਦਾ ਹੈ, ਜਿਸ ਉੱਤੇ ਸਾਡਾ ਚੇਤਨ ਤੌਰ 'ਤੇ ਕੋਈ ਵਸ ਨਹੀਂ ਹੁੰਦਾ, ਸਾਨੂੰ ਇੱਕ ਡੂੰਘੇ ਸੱਚ ਦੇ ਸਾਹਮਣੇ ਲਿਆ ਖੜਾ ਕੀਤਾ ਹੈ। ਕਈ ਵਾਰ ਮੰਟੋ ਦੇ ਪਾਤਰਾਂ ਦੇ ਨਾਂ ਵੀ ਅਸਲੀ ਹੁੰਦੇ ਸਨ। ਇਹ ਪਾਤਰ ਇੰਨੇ ਦਿਲਚਸਪ ਤੇ ਨਿਰਾਲੇ ਹਨ ਕਿ ਇਹਨਾਂ ਦੀ ਹਕੀਕਤ ਤੇ ਗਲਪੀ ਰੂਪ ਵਿੱਚ ਕੋਈ ਫਰਕ ਨਜ਼ਰ ਨਹੀਂ ਹੁੰਦਾ। ਬਾਪੂ ਗੋਪੀਨਾਥ ਵਿੱਚ ਅਬਦੁਲ ਰਹੀਮ ਸੈਂਡੋ ਬਹੁਤ ਵਿਚਿੱਤਰ ਪਾਤਰ ਹੈ ਤੇ ਉਹਦੀ ਸ਼ਬਦਾਵਲੀ ਵੀ ਊਟ ਪਟਾਂਗ। ਉਹ ਫਿਲਮਾਂ 'ਚ ਐਕਸਟਰਾ ਦਾ ਕੰਮ ਕਰਦਾ ਸੀ। ਅੱਜ ਵੀ ਬੰਬਈ ਦੇ ਫਿਲਮ ਸਟੂਡੀਓ 'ਚ ਤੁਸੀਂ ਅਬਦੁਲ ਰਹੀਮ ਸ਼ੈਡੋ ਨੂੰ ਪਛਾਣ ਸਕਦੇ ਹੋ। ਉਹ ਆਪਣੀ ਗੱਲਬਾਤ ਵਿੱਚ ਅਜਿਹੇ ਬੇਈਮਾਨੀ ਤੇ ਬੇਢੰਗੇ ਸ਼ਬਦ ਵਰਤਦਾ ਹੈ ਜਿਨ੍ਹਾਂ ਦਾ ਧੁਨੀ ਪ੍ਰਭਾਵ ਧਮਾਕੇ ਵਾਂਗ ਪੈਂਦਾ ਹੈ। ਇਹ ਸ਼ਬਦ ਕਿਸੇ ਜ਼ੁਬਾਨ ਦੇ ਨਹੀਂ ਹੈ। ਜਿਵੇਂ ਕਿਉਂ ਮੰਟੋ ਸਾਹਿਬ ਹੈ ਨਾ ਐਂਟੀ ਦੀ ਪੈਂਟੀ ਪੋ, ਇਹ ਨਵੀਂ ਇਜਾਦ ਵਾਂਗ ਚਮਕਣ ਲੱਗੇ, ਉਰਦੂ ਸਾਹਿਤ ਦਾ ਹਿੱਸਾ ਬਣ ਗਏ। ਟੋਬਾ ਟੇਕ ਸਿੰਘ ਵਿੱਚ ਵੀ ਇਸੇ ਪ੍ਰਕਾਰ ਦੇ ਧੁਨੀ ਮੰਤਰ ਨਾਲ ਪਾਤਰਾਂ ਦੇ ਨਿਮਨ ਚੇਤਨ ਨੂੰ ਉਜਾਗਰ ਕਰਦਾ ਹੈ। ਪਾਗਲਖਾਨੇ 'ਚ ਹਿੰਦੂ, ਸਿੱਖ ਤੇ ਮੁਸਲਮਾਨ ਪਾਗਲ ਡੱਕੇ ਹੋਏ ਹਨ। ਦੇਸ਼ ਦੀ ਵੰਡ ਪਿੱਛੋਂ ਉਹਨਾਂ ਨੂੰ ਵੀ ਬਾਕੀ ਚੀਜ਼ਾਂ ਵਾਂਗ ਵੰਡਿਆ ਜਾ ਰਿਹਾ ਹੈ। ਇੱਕ ਪਾਗਲ ਸਿੱਖ ਅਜੀਬ ਬੇਤੁਕੀਆਂ ਗੱਲਾਂ ਕਰਦਾ ਹੈ। ਉਹ ਹੈਰਾਨ ਹੈ ਕਿ ਉਹ ਹਿੰਦੁਸਤਾਨ ਵਿੱਚ ਸੀ ਪਰ ਪਾਕਿਸਤਾਨ ਕਿਵੇਂ ਚਲਾ ਗਿਆ। ਇੱਕ ਵਾਰ ਮੰਟੋ ਬੰਬਈ ਦੀ ਇਲੈਕਟ੍ਰਿਕ ਟ੍ਰੇਨ 'ਚ ਬੈਠਾ ਫਿਲਮਸਤਾਨ ਜਾ ਰਿਹਾ ਸੀ। ਰਸਤੇ 'ਚ ਉਹਨੇ ਅਖਬਾਰ 'ਚ ਇੱਕ ਨਾਮ ਪੜ੍ਹਿਆ ਜਿਸ ਦੇ ਉਲਟੇ ਸਿੱਧੇ ਜੋੜ ਸੀ, ਜੋ ਸ਼ਾਇਦ ਬਰਕਤੁੱਲਾ ਜਾਂ ਹਨੀਫੁੱਲਾ ਲਿਖਿਆ ਹੋਏਗਾ, ਪਰ ਛਪਿਆ ਹਿਪਟੋਲਾ ਸੀ। ਉਹਨੇ 2-4 ਵਾਰ ਇਹ ਲਫ਼ਜ਼ ਮੂੰਹ 'ਚ ਦੁਹਰਾਇਆ ਤੇ ਉਹਨੂੰ ਇਹ ਚੰਗਾ ਲੱਗਾ। ਸਟੂਡੀਓ 'ਚ ਜਾ ਕੇ ਫਿਲਮ ਡਾਇਰੈਕਟਰ ਨਾਲ ਕਿਸੇ ਕਹਾਣੀ 'ਤੇ ਬਹਿਸ ਹੋਈ ਤੇ ਮੰਟੋ ਤੋਂ ਉਹਦੀ ਰਾਏ ਪੁੱਛੀ ਗਈ। ਮੰਟੋ ਨੇ ਆਖਿਆ, ਠੀਕ ਹੈ, ਪਰ ਇਹ ਕਹਾਣੀ ਹਿਪਟੋਲਾ ਨਹੀਂ। ਅਸ਼ੋਕ ਕੁਮਾਰ ਨੇ ਹਾਂ 'ਚ ਹਾਂ ਮਿਲਾਈ ਆਖਿਆ, ਕਹਾਣੀ ਹੋਵੇ ਤਾਂ ਹਿਪਟੋਲਾ ਹੋਣੀ ਚਾਹੀਦੀ ਹੈ। ਲਫ਼ਜ਼ ਦਾ ਕੋਈ ਮਤਲਬ ਨਹੀਂ ਸੀ। ਮੁਖਰਜੀ ਨੂੰ ਗੱਲ ਸਮਝ ਆ ਗਈ ਕਿ ਕਹਾਣੀ ਵਧੀਆ ਨਹੀਂ। ਉਸ ਪਿੱਛੋਂ ਫਿਲਮੀ ਦੁਨੀਆ 'ਚ ਕਹਾਣੀ ਦੀ ਬਣਤਰ, ਵਾਰਤਾਲਾਪ, ਸਿਚੁਏਸ਼ਨ ਤੇ ਕਲਾਈਮੈਕਸ ਲਈ ਹਿਪਟੋਲਾ ਲਫ਼ਜ਼ ਪ੍ਰਚਲਿਤ ਹੋ ਗਿਆ। ਮੈਂ ਟਿਕਟ ਖਰੀਦਿਆ, ਪੰਜਾਬ ਮੇਲ 'ਚ ਸਵਾਰ ਹੋ ਕੇ ਬੰਬਈ ਚਲਾ ਗਿਆ। ਮੈਨੂੰ ਮੁਲਕ ਰਾਜ ਆਨੰਦ ਦਾ ਪਤਾ ਯਾਦ ਸੀ। ਆਪਣਾ ਛੋਟਾ ਜਿਹਾ ਸੂਟਕੇਸ ਤੇ ਬਿਸਤਰਾ ਮੈਂ ਵਿਕਟੋਰੀਆ ਬੱਗੀ 'ਚ ਰੱਖਿਆ। ਕੋਚਵਾਨ ਨੂੰ ਕਫ ਪੈਰੇਡ ਚੱਲਣ ਲਈ ਆਖਿਆ ਜਿੱਥੇ ਮੁਲਕ ਰਾਜ ਆਨੰਦ ਰਹਿੰਦਾ ਸੀ। ਇੱਥੇ ਅਦਬੀ ਤੇ ਕਲਚਰਲ ਮਹਿਫਲਾਂ ਜੰਮਦੀਆਂ ਸੀ। ਕ੍ਰਿਸ਼ਨ ਚੰਦਰ, ਅਲੀ ਸਰਦਾਰ ਜਾਫਰੀ, ਬੰਬਈ ਦੇ ਪੇਂਟਰ ਤੇ ਡਾਂਸਰ ਤੇ ਤਰੱਕੀ ਪਸੰਦ ਬੁੱਧੀਜੀਵੀ ਆਉਂਦੇ ਤੇ ਅਮਨ ਬਾਰੇ ਗੱਲਾਂ ਹੁੰਦੀਆਂ। ਮੈਂ ਮੰਟੋ ਨੂੰ ਟੈਲੀਫੋਨ ਕੀਤਾ। ਉਹ ਬੋਲਿਆ, ਤੂੰ ਕਦੋਂ ਆਇਆ? ਮੈਂ ਉਹਨੂੰ ਆਪਣੇ ਬਾਰੇ ਦੱਸਿਆ ਤੇ ਆਖਿਆ ਕਿ ਮੈਂ ਉਹਨੂੰ ਮਿਲਣਾ ਚਾਹੁੰਦਾ। ਉਹ ਬੋਲਿਆ, ਅੱਜ ਸ਼ਾਮੀ ਘਰ ਆ ਜਾਈਂ। ਜਾਣਦਾ ਨਾ ਮੇਰਾ ਘਰ ਬਾਈਕਲਾ 'ਚ ਕਲੀਅਰ ਰੋਡ 'ਤੇ। ਉਹਨੇ ਮੈਨੂੰ ਆਪਣਾ ਘਰ ਦਾ ਨੰਬਰ ਤੇ ਪਛਾਣ ਦੱਸੀ। ਸ਼ਾਮ ਵੇਲੇ ਕ੍ਰਿਸ਼ਨ ਚੰਦਰ ਤੇ ਕੁਝ ਹੋਰ ਦੋਸਤ ਮਿਲਣ ਆ ਗਏ ਤੇ ਗੱਲਾਂ ਹੋਣ ਲੱਗੀਆਂ। ਹਨੇਰਾ ਪੈ ਗਿਆ। ਜਦ ਮੈਂ ਆਖਿਆ ਮੈਂ ਮੰਟੋ ਨੂੰ ਮਿਲਣ ਜਾਣਾ, ਸਭ ਨੇ ਆਖਿਆ, ਤੂੰ ਇੱਥੋਂ ਦੇ ਰਸਤੇ ਨਹੀਂ ਜਾਣਦਾ, ਰਾਤ ਪੈ ਚੁੱਕੀ ਹੈ, ਖਤਰਾ ਹੈ, ਕੱਲ੍ਹ ਚਲਾ ਜਾਈਂ। ਮੈਨੂੰ ਡਰ ਵੀ ਲੱਗ ਰਿਹਾ ਸੀ। ਮੈਂ ਨਾ ਗਿਆ। ਦੂਸਰੇ ਦਿਨ ਮੰਟੋ ਨੇ ਟੈਲੀਫੋਨ ਕੀਤਾ ਤਾਂ ਉੱਚੀ ਗਰਮ ਆਵਾਜ਼ 'ਚ ਬੋਲਿਆ, ਓਏ
ਕੱਲ ਸ਼ਾਮ ਮੈਂ ਤੇਰਾ ਇੰਤਜ਼ਾਰ ਕਰਦਾ ਰਿਹਾ, ਤੂੰ ਆਇਆ ਕਿਉਂ ਨਹੀਂ? ਮੈਂ ਜਵਾਬ ਦਿੱਤਾ, ਕ੍ਰਿਸ਼ਨ ਚੰਦਰ ਆ ਗਿਆ ਸੀ, ਮੁਲਕ ਰਾਜ ਆਨੰਦ ਵੀ ਸੀ, ਗੱਲਾਂ ਕਰਦੇ ਚਿਰ ਹੋ ਗਿਆ, ਮੈਂ ਆ ਨਹੀਂ ਸਕਿਆ। ਉਸੇ ਗਰਮ ਆਵਾਜ਼ 'ਚ ਬੋਲਿਆ, ਓਏ ਕੌਣ ਹੁੰਦਾ ਮੁਲਕ ਰਾਜ ਆਨੰਦ ਤੇ ਕੌਣ ਹੁੰਦਾ ਕ੍ਰਿਸ਼ਨ ਚੰਦਰ? ਤੈਨੂੰ ਪਤਾ ਨਹੀਂ ਇੱਥੇ ਮੰਟੋ ਤੇਰਾ ਇੰਤਜ਼ਾਰ ਕਰ ਰਿਹਾ। ਮੈਂ ਮਾਫੀ ਮੰਗੀ ਤੇ ਸ਼ਾਮ ਨੂੰ ਆਉਣ ਦਾ ਵਾਅਦਾ ਕੀਤਾ। ਉਹ ਬੋਲਿਆ, ਮੇਰੇ ਨਾਲ ਖਾਣਾ ਖਾਈ ਤੇ ਇੱਥੇ ਹੀ ਸੌਂ ਜਾਈਂ, ਸਾਰਾ ਘਰ ਖਾਲੀ ਪਿਆ, ਸਫੀਆ ਲਾਹੌਰ ਚਲੀ ਗਈ ਹੈ, ਮੈਂ ਵੀ ਚਲਿਆ ਜਾਵਾਂਗਾ। ਸ਼ਾਮ ਨੂੰ ਜਦ ਮੈਂ ਕਲੀਅਰ ਰੋਡ ਤੇ ਪੁੱਜਾ ਤਾਂ ਬੱਤੀਆਂ ਜਗ ਚੁੱਕੀਆਂ ਸੀ। ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਉੱਤੇ ਉਹਦੇ ਫਲੈਟ ਦਾ ਦਰਵਾਜ਼ਾ ਖੜਕਾਇਆ। ਉਹੀ ਉੱਚੀ ਗਰਮ ਆਵਾਜ਼ ਆਈ, ਕੌਣ ਹੈ? ਮੈਂ ਆਪਣਾ ਨਾਂ ਦੱਸਿਆ। ਥੋੜ੍ਹੀ ਚਿਰ ਪਿੱਛੋਂ ਬਾਵਰਚੀ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਦਾਖਲ ਹੋਇਆ। ਮੰਟੋ ਲੱਕੜ ਦੀ ਕੁਰਸੀ ਦੇ ਤੇ ਪੱਬਾਂ ਭਾਰ ਬੈਠਾ ਕੁਝ ਲਿਖ ਰਿਹਾ ਸੀ। ਸ਼ਰਾਬ ਦੀ ਬੋਤਲ ਮੇਜ਼ ਤੇ ਪਈ ਸੀ। ਉਹ ਬੋਲਿਆ, ਸਫੀਆ ਨੂੰ ਚਿੱਠੀ ਲਿਖ ਰਿਹਾ, ਬਸ 2 ਲਫ਼ਜ਼ ਹੋਰ, ਤੂੰ ਬੈਠ ਇੱਥੇ। ਉਸੇ ਪੋਜ਼ ਵਿੱਚ ਤਖਤੀ ਗੋਡਿਆਂ ਤੇ ਰੱਖੀ ਲਿਖਦਾ ਰਿਹਾ। ਚਿੱਠੀ ਮੁਕਾ ਕੇ ਬੋਲਿਆ, ਚੰਗਾ ਹੋਇਆ ਤੂੰ ਆ ਗਿਆ, ਮੈਂ ਇਕੱਲਾ ਸੀ। ਕੱਲ੍ਹ ਤੋਂ ਮੈਨੂੰ ਬੜੀ ਵਹਿਸ਼ਤ ਹੁੰਦੀ ਹੈ। ਸ਼ਰਾਬ ਪੀਏਂਗਾ? ਮੈਂ ਆਖਿਆ, ਨਹੀਂ। ਉਹਨੇ ਸ਼ਰਾਬ ਗਲਾਸ 'ਚ ਪਾਈ, ਘੁੱਟ ਭਰਿਆ, ਆਖਣ ਲੱਗਾ, ਮੇਰੇ ਬਾਵਰਚੀ ਨੇ ਕੁੱਕੜ ਭੁੰਨਿਆ, ਹੁਣ ਤੂੰ ਗੋਸ਼ਤ ਖਾਣ ਲੱਗ ਪਿਆ ਨਾ? ਹਾਂ। ਖੱਤ ਸੁਣਾਵਾਂ? ਸਫੀਆ ਦਾ ਲਾਹੌਰ ਤੋਂ ਖੱਤ ਆਇਆ ਸੀ। ਲਿਖਦੀ ਹੈ ਕਿ ਇੱਥੇ ਲਕਸ਼ਮੀ ਨਿਵਾਸ 'ਚ ਬਹੁਤ ਚੰਗਾ ਫਲੈਟ ਮਿਲ ਗਿਆ, ਆਲਾ ਫਰਨੀਚਰ, ਰੈਫ੍ਰਿਜਰੇਟਰ, ਬਹੁਤ ਖੁਸ਼ ਹੈ। ਔਰਤ, ਓਏ ਸਾਲੀਏ, ਤੂੰ ਕਾਸਤੇ ਖੁਸ਼ ਹੈ? ਮੰਟੋ ਤਾਂ ਇੱਥੇ ਬੈਠਾ ਤੇ ਮੇਰੇ ਬਗੈਰ ਇਸ ਰੈਫ੍ਰਿਜਰੇਟਰ ਦਾ ਕੀ ਮਤਲਬ? ਬਕਵਾਸ। ਮੈਂ ਸੜ ਭੁੱਜ ਕੇ ਕਬਾਬ ਹੋ ਗਿਆ। ਇਸ ਪਿੱਛੋਂ ਉਹਨੇ ਆਪਣਾ ਖੱਤ ਸੁਣਾਇਆ। ਇਸ ਖੱਤ 'ਚ ਉਹਨੇ ਆਪਣੀ ਵੀਰਾਨਗੀ ਦਾ ਜ਼ਿਕਰ ਸੀ, ਬਾਵਰਚੀ ਦਾ, ਬੰਬਈ ਦੇ ਹਾਲਾਤ ਦਾ, ਦੋਸਤਾਂ ਦਾ, ਆਪਣੀ ਕੱਲ੍ਹ ਦਾ, ਲਕਸ਼ਮੀ ਨਿਵਾਸ ਦੇ ਰੈਫ੍ਰਿਜਰੇਟਰ ਨੂੰ ਗਾਲਾਂ। ਉਹ ਇਸ ਗੱਲ ਦੀ ਸ਼ਿਕਾਇਤ ਕਰ ਰਿਹਾ ਸੀ ਕਿ ਉਹ ਬੰਬਈ ਦੀ ਦੁਨੀਆ ਛੱਡ ਕੇ ਫਿਲਮ ਦੀ ਇਹ ਜ਼ਿੰਦਗੀ ਤੇ ਦੋਸਤਾਂ ਦੇ ਪਿਆਰ ਨੂੰ ਤੱਜ ਕੇ ਲਾਹੌਰ ਜਾ ਰਿਹਾ ਸੀ, ਸਫੀਆ ਤੇ ਆਪਣੀ ਬੱਚੀ ਦੀ ਖਾਤਰ, ਤੇ ਉਹ ਗੁਣ ਗਾ ਰਹੀ ਸੀ ਰੈਫ੍ਰਿਜਰੇਟਰ ਦੇ। ਉਹਦਾ ਆਪਣਾ ਫਲੈਟ ਇਸੇ ਮਾਨਸਿਕ ਅਵਸਥਾ ਦਾ ਸਾਖੀ ਸੀ। ਬੀਵੀ ਤੇ ਬੱਚੀ ਪਾਕਿਸਤਾਨ ਵਿੱਚ ਤੇ ਉਹ ਬੰਬਈ ਵਿੱਚ। ਉਹਨੇ ਇੱਕ ਗਲਾਸ ਹੋਰ ਭਰਿਆ। ਉਹਦੀਆਂ ਅੱਖਾਂ ਤੇ ਜ਼ਹਿਨ ਹੋਰ ਤੇਜ਼ ਹੋ ਗਏ। ਉਹ ਬੋਲਿਆ, ਮੇਰੇ ਦੋਸਤ ਪੁੱਛਦੇ ਨੇ ਮੈਂ ਪਾਕਿਸਤਾਨ ਕਿਉਂ ਜਾ ਰਿਹਾ। ਕੀ ਮੈਂ ਡਰਪੋਕ ਹਾਂ? ਪਾਕਿਸਤਾਨੀ ਹਾਂ, ਮੁਸਲਮਾਨ ਹਾਂ, ਲੇਕਿਨ ਉਹ ਮੇਰੇ ਦਿਲ ਦੀ ਗੱਲ ਨਹੀਂ ਸਮਝ ਸਕਦੀ। ਮੈਂ ਪਾਕਿਸਤਾਨ ਜਾ ਰਿਹਾ ਤਾਂ ਕਿ ਉੱਥੇ ਇੱਕ ਮੰਟੋ ਹੋਵੇ ਜੋ ਉੱਥੋਂ ਦੀਆਂ ਸਿਆਸੀ ਹਰਾਮਜ਼ਦਗੀਆਂ ਦਾ ਪਰਦਾਫਾਸ਼ ਕਰ ਸਕੇ। ਹਿੰਦੁਸਤਾਨ 'ਚ ਉਰਦੂ ਦਾ ਭਵਿੱਖ ਮਾੜਾ ਹੈ। ਹੁਣੇ ਤੂੰ ਹਿੰਦੀ 'ਚ ਆ ਰਹੀ ਹੈ। ਮੈਂ ਲਿਖਣਾ ਚਾਹੁੰਦਾ ਕਿ ਉਰਦੂ ਵਿੱਚ ਹੀ ਲਿਖ ਸਕਦਾ। ਛਪਣਾ ਚਾਹੁੰਦਾ ਤਾਂ ਕਿ ਹਜ਼ਾਰਾਂ ਤੀਕ ਪਹੁੰਚ ਸਕਾਂ। ਜ਼ਬਾਨ ਦੀ ਆਪਣੀ ਮੰਤਕ ਹੁੰਦੀ ਹੈ। ਕਈ ਵਾਰ ਜ਼ਬਾਨ ਖਿਆਲਾਤ ਵੀ ਦਿੰਦੀ ਹੈ। ਇਹਦਾ ਤਲਕ ਲਹੂ ਨਾਲ ਹੈ। ਇੱਕ ਮੰਟੋ ਬੰਬਈ 'ਚ ਰਿਹਾ, ਦੂਜਾ ਲਾਹੌਰ 'ਚ ਹੋਏਗਾ। ਰਾਤ ਨੂੰ ਦੇਰ ਤੀਕ ਗੱਲਾਂ ਕਰਦਾ ਰਿਹਾ। ਮੈਂ ਉਸੇ ਕਮਰੇ 'ਚ ਸੁੱਤਾ। ਦੂਜੇ ਦਿਨ ਮੈਂ ਮੰਟੋ ਕੋਲ ਰਿਹਾ। 1 ਹਫ਼ਤੇ ਪਿੱਛੋਂ ਮੈਂ ਦਿੱਲੀ ਆ ਗਿਆ। ਫਿਰ ਪਤਾ ਚੱਲਿਆ ਮੰਟੋ ਲਾਹੌਰ ਚਲਾ ਗਿਆ। ਲਾਹੌਰ ਜਾ ਕੇ ਉਹਨੇ ਬੇਸ਼ੁਮਾਰ ਕਹਾਣੀਆਂ ਲਿਖੀਆਂ। ਉਹਨੇ ਹਕੂਮਤ ਨਾਲ ਟੱਕਰ ਲਈ, ਮੌਲਵੀਆਂ ਤੇ ਮੁਲਾਣਿਆਂ ਦਾ ਮਜ਼ਾਕ ਉਡਾਇਆ, ਫਿਰਕਾ ਪ੍ਰਸਤਾਂ ਦੇ ਖਿਲਾਫ ਲਿਖਿਆ, ਅਮਰੀਕਾ ਦੇ ਚਾਚਾ ਸੈਮ ਦੇ ਨਾਂ ਚਿੱਠੀਆਂ ਲਿਖੀਆਂ ਜਿਨ੍ਹਾਂ 'ਚ ਲੋੜੇ ਦਾ ਤੰਜ਼ ਸੀ। ਉਹ ਨਿਡਰ ਤੇ ਬਾਗੀ ਤਬੀਅਤ ਦਾ ਮਾਲਕ ਸੀ ਤੇ ਸਮਾਜ ਦੇ ਝੂਠ ਤੇ ਦੋਗਲੇਪਨ ਨੂੰ ਨੰਗਾ ਕਰਨ 'ਚ ਮਾਹਿਰ ਸੀ। ਉਹ ਦੁਨੀਆ ਦਾ ਚੈਲੰਜ ਕਬੂਲ ਕਰ ਸਕਦਾ ਸੀ, ਪਰ ਦੋਸਤ ਦਾ ਵਾਰ ਨਹੀਂ ਸੀ ਸਹਿ ਸਕਦਾ। ਪਾਕਿਸਤਾਨ 'ਚ 1950 'ਚ ਤਰੱਕੀ ਪਸੰਦ ਅਦੀਬਾਂ ਨੇ ਉਹਨੂੰ ਪਿਛਾਂਹ ਖਿੱਚੂ ਤੇ ਅਸ਼ਲੀਲ ਸਾਹਿਤਕਾਰ ਦਾ ਆਰੋਪ ਲਗਾ ਕੇ ਇੱਕ ਸਰਕੂਲਰ ਜਾਰੀ ਕੀਤਾ ਕਿ ਮੰਟੋ ਦੀ ਕਹਾਣੀ ਕਿਸੇ ਰਸਾਲੇ 'ਚ ਨਾ ਛਾਪੀ ਜਾਏ। ਇਹ ਸਰਕੂਲਰ ਦਿੱਲੀ ਵੀ ਆਇਆ। ਸਭ ਤੋਂ ਦੁਖਦਾਇਕ ਗੱਲ ਇਹ ਸੀ ਕਿ ਮੰਟੋ ਦਾ ਜਿਗਰੀ ਤੇ ਪਿਆਰਾ ਦੋਸਤ ਅਹਿਮਦ ਨਦੀਮ ਕਾਸਮੀ ਇਸ ਮੁਹਿੰਮ ਦਾ ਜਨਰਲ ਸਕੱਤਰ ਸੀ। ਮੰਟੋ ਉੱਤੇ ਇਹਦਾ ਗਹਿਰਾ ਅਸਰ ਪਿਆ। ਉਹ ਆਪਣੀ ਦੁਨੀਆ 'ਚ ਬੇਗਾਨਾ ਹੋ ਗਿਆ। ਆਰਥਿਕ ਸੰਕਟ ਤੇ ਦੋਸਤਾਂ ਦੀ ਬੇਰੁਖੀ ਕਾਰਨ ਉਹ ਜ਼ਿਆਦਾ ਸ਼ਰਾਬ ਪੀਣ ਲੱਗਿਆ। ਇੱਕ ਬੋਤਲ ਦੀ ਖਾਤਰ ਉਹ ਕਹਾਣੀ ਲਿਖ ਦਿੰਦਾ। ਕਈ ਵਾਰ ਉਹਨੇ ਇੱਕ ਦਿਨ 'ਚ 3-3 ਕਹਾਣੀਆਂ ਲਿਖੀਆਂ ਤੇ ਇਹਨਾਂ ਨੂੰ ਪਬਲਿਸ਼ਰਾਂ ਕੋਲ ਵੇਚਣ ਗਿਆ। ਕਹਾਣੀਆਂ ਦਾ ਇੱਕ ਸੰਗ੍ਰਹਿ ਛਪਿਆ ਤਾਂ ਉਸ ਵਿੱਚ ਉਹਨੇ ਸਿਲਸਿਲੇਵਾਰ ਤਾਰੀਖਾਂ ਵੀ ਦਰਜ ਕੀਤੀਆਂ। ਇਹਦੇ ਮੁੱਖ ਬੰਦ 'ਚ ਉਹਨੇ ਲਿਖਿਆ, ਦਾਦ ਇਸ ਗੱਲ ਦੀ ਚਾਹੁੰਦਾ ਕਿ ਮੇਰੇ ਦਿਮਾਗ ਨੇ ਢਿੱਡ 'ਚ ਵੜ ਕੇ ਕੀ ਕਰਾਮਾਤਾਂ ਦਿਖਾਈਆਂ। ਉਹ ਬੇਹੱਦ ਪਤਲਾ ਦੁਬਲਾ ਹੋ ਗਿਆ। ਸ਼ਰਾਬ ਬਗੈਰ ਕੋਈ ਚੀਜ਼ ਹਜ਼ਮ ਨਹੀਂ ਸੀ ਹੁੰਦੀ। ਅਜੀਬ ਜਨੂੰਨ ਦੀ ਹਾਲਤ ਤਾਰੀ ਹੋ ਗਈ। ਉਹਦੇ ਇਲਾਜ ਲਈ ਉਹਨੂੰ ਪਾਗਲਖਾਨੇ ਲਿਜਾਇਆ ਗਿਆ। ਪਾਗਲਖਾਨੇ 'ਚ ਰਹਿੰਦਿਆਂ ਵੀ ਉਹਦੀ ਸਿਰਜਨਾਤਮਕ ਰਵਾਨੀ 'ਚ ਕੋਈ ਫਰਕ ਨਾ ਪਿਆ। ਉਹ ਲਗਾਤਾਰ ਲਿਖਦਾ ਰਿਹਾ। ਉਹਦੀ ਕਹਾਣੀ ਟੋਭਾ ਟੇਕ ਸਿੰਘ ਪਾਗਲਖਾਨੇ ਤੇ ਜ਼ਾਤੀ ਤਜਰਬਿਆਂ ਦਾ ਹੀ ਪ੍ਰਤੀਬਿੰਬ ਹੈ। ਇਹ ਕਹਾਣੀ ਵੰਡੀ ਹੋਈ ਇਨਸਾਨੀਅਤ ਦੇ ਬਾਰੇ ਦੁਨੀਆ ਦੇ ਸਾਹਿਤ 'ਚ ਇੱਕ ਸ਼ਾਹਕਾਰ ਹੈ। ਮੰਟੋ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਇੱਕ ਵੱਡਾ ਅਫਸਾਨਾ ਨਿਗਾਰ ਹੈ। ਉਹਨੇ ਆਪਣੀ ਕਬਰ ਦਾ ਕੁਤਬਾ ਵੀ ਖੁਦ ਹੀ ਲਿਖ ਦਿੱਤਾ ਸੀ, ਯਹਾਂ ਮੰਟੋ ਦਫਨ ਹੈ,
अफसाना लिखने का फन उसके साथ ही दफन हो गया। ये भविष्यवाणी सच ही साबित हुई। धन्यवाद।